ਸਵਾਗਤ ਜੀ ਤੁਹਾਡਾ ਸਾਰਿਆਂ ਦਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਅਸੀਂ ਆਪਣੇ ਸਮੇਂ ਮੁਤਾਬਕ ਰੋਜ਼ ਹਾਜ਼ਰ ਹੋ ਜਾਈਦਾ। ਅੱਜ ਵੀ ਹੁਣ ਤੱਕ ਦੀਆਂ ਜੋ ਖਬਰਾਂ ਨੇ ਜੀ ਉਹਨਾਂ ਦੇ ਉੱਪਰ ਗੱਲਬਾਤ ਕਰਾਂਗੇ। ਇੱਕ ਤੇ ਸਭ ਤੋਂ ਪਹਿਲਾਂ ਜਿਹੜੀ ਸੰਗਰੂਰ ਵਾਲੀ ਜ਼ਿਮਨੀ ਚੋਣ ਹੈ, ਕਿਉਂਕਿ ਜਿਵੇਂ ਜਿਵੇਂ ਦਿਨ ਥੋੜ੍ਹੇ ਰਹੀ ਜਾਂਦੇ ਨੇ ਇਲੈਕਸ਼ਨ ਦੇ ਵਿੱਚ, ਉੱਦਾਂ ਸਾਰੇ ਪਾਸਿਓਂ ਸਰਗਰਮੀ ਵਧਣ ਲੱਗ ਪਈ। ਫਿਰ ਦੂਸਰੇ ਪਾਸੇ ਜਿਹੜੀ ਫੌਜ ਭਰਤੀ ਦੀ ਨਵੀਂ ਸਕੀਮ ਨੂੰ ਲੈ ਕੇ ਜਿਹੜਾ ਰੋਸ ਹੈ ਉਹ ਹੌਲੀ ਹੌਲੀ ਹੁਣ ਹੋਰਨਾਂ ਸਟੇਟਾਂ ਤੱਕ ਵੀ ਵਧਣ ਲੱਗ ਪਿਆ। ਹਾਲਾਂਕਿ ਸਰਕਾਰ ਨੇ ਆਪਣੇ ਵੱਲੋਂ ਖੁੱਲ੍ਹ ਕੇ ਗੱਲਬਾਤ ਕਰਨ ਦਾ ਨਿਯੋਤਾ ਦਿੱਤਾ। ਫਿਰ ਕੁਝ ਪੰਜਾਬ ਦੀਆਂ ਜਿਹੜੀਆਂ ਹੋਰ ਸਿਆਸੀ ਧਿਰਾਂ ਨੇ ਉਹਨਾਂ ਦੀ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਬਿਆਨਬਾਜ਼ੀ ਦੀ ਗੱਲਬਾਤ ਕਰ ਲਵਾਂਗੇ। ਕੁਝ ਪਿਛਲੇ ਸਮੇਂ ਜੋ ਘਟੀਆਂ ਵਾਪਰੀਆਂ ਘਟਨਾਵਾਂ ਨੇ ਉਹਨਾਂ 'ਚ ਕੀ ਅਪਡੇਟ ਹੈ ਉਹਦਾ ਜ਼ਿਕਰ ਵੀ ਕਰਨਾ ਬਣਦਾ। ਨਾਲ ਆਪਣੇ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਕੀ ਹਾਲ ਜੀ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਸੁਣਾਓ? ਸਿਹਤਾਂ ਠੀਕ ਨੇ ਜੀ। ਅੱਛਾ ਜੀ, ਠੀਕ ਨੇ ਸਿਹਤਾਂ। ਇਲੈਕਸ਼ਨ ਸਿਰ 'ਤੇ ਹੋਵੇ, ਰੌਲਾ ਰੱਪਾ ਪੈਂਦਾ ਹੋਵੇ, ਲੀਡਰ 5-7 ਭਾਸ਼ਣ ਦਿੰਦੇ ਹੋਣ, ਲੋਕਾਂ ਚਰਚਾ ਚੱਲਦੀ ਹੋਈ, ਕਿਸੇ ਦੇ ਹੱਕ 'ਚ ਕਿਸੇ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਹੁੰਦੇ ਹੁਣ, ਤਾਂ ਫਿਰ ਪੱਤਰਕਾਰਾਂ ਦੀਆਂ ਪੌਂਬਾਰਾਂ ਹੁੰਦੀਆਂ। ਨਹੀਂ, ਹੁਣ ਤੁਸੀਂ ਪੱਤਰਕਾਰ ਨਾ ਬਣੋ, ਤੁਸੀਂ ਆਮ ਬੰਦੇ ਰਹੋ। ਮੈਂ ਇਸ ਕਰਕੇ ਇਹ ਗੱਲ ਕਰ ਰਿਹਾ ਵੀ ਜਦੋਂ ਤੁਹਾਨੂੰ ਤੁਸੀਂ ਦੇਖੋ ਵੀ ਵਾਹਵਾ ਵੱਡੇ ਬਾਰ ਵਾਲੇ ਕੁੜਤੇ ਪਜਾਮਾ, ਜਿਹਦੇ ਕੱਪੜੇ ਨਾਲ ਜਿਹਦਾ ਕੁੜਤਾ ਪਜਾਮਾ ਬਣਦਾ ਹੋਵੇ, ਉਹ ਬੰਦਾ ਜਦੋਂ ਦੋਵੇਂ ਹੱਥ ਜੋੜ ਕੇ ਖਲੋਤਾ ਹੋਵੇ ਅੱਗੇ, ਅਤੇ ਸਾਹਮਣੇ ਵਾਲਾ ਬੰਦਾ ਜਿਹੜਾ ਹੋਵੇ ਉਹ ਮਤਲਬ ਸਵੇਰੇ ਹੀ ਘਰੋਂ ਨਿਕਲਿਆ ਹੋਵੇ ਅਤੇ ਡੱਬੀਆਂ ਵਾਲਾ ਪਰਨਾ ਹੋਵੇ ਅਤੇ ਆਖੇ ਵੀ ਯਾਰ ਆਹ ਬੰਦਾ ਕਦੇ ਵੇਖਿਆ ਜਿਹਾ ਲੱਗਦਾ, ਬਾਅਦ 'ਚ ਕੋਈ ਦੱਸੇ ਯਾਰ ਇਹ ਫਲਾਨਾ ਲੀਡਰ ਹੀ, ਉਹ ਬੰਦੇ ਨੂੰ ਵੈਸੇ ਜੀ ਕਰਦਾ ਵੀ ਅੱਛਾ ਯਾਰ ਮੈਂ ਇਹ ਵੀ ਮੇਰੇ ਅੱਗੇ ਹੱਥ ਜੋੜੇ ਖਲੋਤਾ ਹੈ, ਕਮਾਲ ਹੋ ਗਈ। ਨਹੀਂ ਹੁੰਦਾ ਤਾਂ ਹੈ, ਪਰ ਜਦੋਂ ਉੱਧਰਲੇ ਪਾਸੇ ਮੱਝ ਡਿੰਗਦੀ ਹੁੰਦੀ ਆ, ਬੰਦਾ ਪੱਠੇ ਲੈਣ ਤੁਰਿਆ ਹੁੰਦਾ, ਕਿਉਂਕਿ ਲੀਡਰ ਸਾਹਿਬ ਨੂੰ ਲੱਗਦਾ ਹੁੰਦਾ ਕਿ ਮੇਰੇ ਕਹੇ ਤੇ 10 ਸਕਿੰਟਾਂ ਬੂਹਾ ਖੋਲ੍ਹ ਦਿੱਤਾ, ਪਰ ਉਹਨੇ ਉੱਦਾਂ ਹੀ ਦਾਤੀ ਪੱਲੀ ਕੋਲ ਖੜੀ ਹੁੰਦੀ ਆ ਅਤੇ ਕੁੰਡਾ ਖੋਲ੍ਹਣ ਲੱਗਾ ਹੁੰਦਾ। ਉਹਲੇ ਉਹਨੂੰ ਡਿੰਗਦੀ ਮੱਝ ਦਾ ਫਿਕਰ ਹੁੰਦਾ, ਕਿਉਂਕਿ ਪੱਠੇ ਲਿਆਊਗਾ, ਮੱਝ ਨੂੰ ਪਾਊਗਾ, ਦੁੱਧ ਚੋਊਗਾ, ਸ਼ਾਮ ਨੂੰ ਡੈਰੀ 'ਚ ਪਾਊਗਾ, 2 ਰੁਪਏ ਆਉਣਗੇ ਅਤੇ ਨਿਆਣਿਆਂ ਦਾ ਤੋਰੀ ਫੁਲਕਾ ਚੱਲਣਾ। ਨਹੀਂ ਉਹ ਫਿਕਰ ਤੇ ਰਹਿਣਾ ਹੀ ਆ। ਲੀਡਰ ਨੇ ਕਿਹੜਾ ਉੱਥੇ ਸਾਰਾ ਦਿਨ ਖਲੋਤੇ ਰਹਿਣਾ ਅੱਗੇ, ਉਹ ਤਾਂ ਮਿੰਟਾਂ ਦੋਵਾਂ ਦੀ ਖੇਡ ਹੁੰਦੀ ਹੈ ਵੀ ਉਹ 2 ਮਿੰਟਾਂ ਦੇ ਵਿੱਚ ਹੀ ਉਹ ਆਪਣੇ ਆਪ ਨੂੰ ਜਾਪਣਾ ਵੀ ਯਾਰ ਹੋ ਮੇਰੇ ਵਰਗਾ ਦਾਨੀ ਕੋਈ ਨਹੀਂ ਹੈਗਾ ਦੁਨੀਆ। ਦੇਖੋ ਦਾਨੀ ਵਾਲੀ ਫੀਲਿੰਗ ਬੰਦੇ ਨੂੰ ਉਦੋਂ ਆਉਂਦੀ ਜਦੋਂ ਨੂੰ ਲੱਗੇ ਵੀ ਯਾਰ ਮੈਂ ਕੁਛ ਦਾਨ ਕਰ ਸਕਦਾ। ਇਹ ਤਾਂ 5 ਸਾਲ ਨਹੀਂ ਵੈਸੇ ਤਾਂ ਮਤਦਾਨ ਕਰਵਾਉਣੇ ਅਸੀਂ। ਇਹਦਾ ਵਿੱਚੋਂ ਜੇ ਇੱਕ ਮੌਕਾ ਸੰਗਰੂਰ ਵਾਲਿਆਂ ਨੂੰ ਮਿਲ ਗਿਆ ਵੀ ਤੁਸੀਂ ਇੱਕ ਵਾਰ ਦੋਹਰੇ ਮਤਦਾਨ ਕਰੋ, ਫਿਰ ਉਦੋਂ ਜਦੋਂ ਬੰਦੇ ਅੱਗੇ ਖਲੋਤੇ ਹੋਣ ਤੇ ਫਿਰ ਫੀਲਿੰਗ ਤੇ ਆਉਂਦੀ ਹੈ। ਉਸ ਵੇਲੇ ਤੁਸੀਂ ਦੇਖੋ ਕਿ ਲੀਡਰ ਗੱਲ ਵੀ ਇੱਦਾਂ ਹੀ ਕਰਦੇ ਹੁੰਦੇ ਆ, ਹੋਰ ਠੀਕ ਹੋ ਜੀ, ਮਾਈ ਕਿੱਦਾਂ ਜੇ ਪਰਲੇ ਪਾਸੇ, ਕਿਉਂਕਿ ਲੀਡਰ ਦਾ ਕੰਮ ਹੁੰਦਾ ਕਿ ਉਹਨੇ ਇੰਨਾ ਹੀ ਨਹੀਂ ਦੇਖਣਾ ਕਿ ਜਿੰਨਾ ਮੈਂ ਹੱਥ ਮਿਲਾ ਰਿਹਾ ਜਿਹੜਾ ਕੁੰਡਾ, ਪਿੱਛੇ ਤੱਕ ਉਹਨੇ ਨਿਗਾਹ ਮਾਰਨੀ ਆ। ਬੇਬੇ ਤਕੜੀ ਲੱਗ ਜੇ ਉਹਨੇ ਨਹੀਂ ਸੁਣਿਆ, ਹਾਂ ਉੱਚਾ ਸੁਣਦਾ ਪੁੱਤ, ਲਾਗੇ ਜਾ ਕੇ ਵੀ ਗੋਡਾ ਘੁੱਟ ਦੇਣਾ, ਜੱਫੀ ਪਾ ਲੈਣੀ। ਉਹਦੇ ਪਾਸੇ ਨਿਆਣੇ ਤੁਰੇ ਫਿਰਦੇ, ਅੱਛਾ ਫਿਰ ਜਵਾਕ ਤਕੜੇ ਜਾਂਦੇ ਸਕੂਲੇ, ਕਹਿੰਦੇ ਜੀ ਗੁਆਂਢੀਆਂ ਦੇ ਪਾਣੀ ਲੈਣ ਆਏ ਸੀ। ਉਹ ਤੇ ਮਾਤਾ ਵੀ ਬਾਅਦ 'ਚ ਪੁੱਛਦੇ ਨਾ ਕੁੜੇ ਕੌਣ ਸੀ ਇਹ, ਉਹ ਕਹਿੰਦੇ ਉਹ ਫਲਾਣਾ ਲੈ ਫੋਟ ਕੁੜੇ, ਮੈਨੂੰ ਲੱਗਾ ਭੋਲੀ ਦਾ ਪ੍ਰਾਹੁਣਾ ਆਇਆ ਨਹੀਂ, ਉਹ ਲੱਗਦਾ। ਇਹ ਪਹਿਲਾਂ ਤਾਂ ਕਦੇ ਦੇਖਿਆ ਨਹੀਂ, ਉਹ ਕਹਿੰਦੇ ਕੋਈ ਨਹੀਂ ਹਲਕਾ ਬਦਲ ਕੇ ਆਏ ਜੀ ਐਤਕੀ, ਪਹਿਲਾਂ ਹੋਰ ਪਾਸੇ ਹੁੰਦੇ ਸੀ। ਸੋ ਇਹ ਸੰਗਰੂਰ ਦੇ ਹਾਲਾਤ ਆ। ਆਪਾਂ ਚਲੋ ਉਹਦੇ ਵਾਲੇ ਪਾਸੇ ਫੇਰ ਆਉਂਦੇ ਹਾਂ। ਦੂਜੀ ਗੱਲ ਐਂ ਕਰ ਲਈਏ ਵੀ ਉਹ ਜ਼ੀਰਕਪੁਰ ਵਾਲਿਆਂ ਦੀ ਆਪਾਂ ਗੱਲ ਕੀਤੀ, ਫਿਰ ਬੜੇ ਮੈਸੇਜ ਆਏ, ਉਹ ਕਹਿੰਦੇ ਮਹਾਰਾਜ ਤੁਹਾਡੀ ਗੱਲ ਕਰਨ ਨਾਲ ਕੋਈ ਫਰਕ ਨਹੀਂ ਪਿਆ। ਤੇ ਮੈਂ ਕੁਦਰਤੀ ਸੋਚਦਾ ਵੀ ਸਾਡੀ ਗੱਲਬਾਤ 'ਚ ਕਿਹੜਾ ਜਨਰੇਟਰ ਲੱਗਾ ਜਾਂ ਖੰਭੇ ਖੜੇ ਹੋ ਜਾਣੇ ਕਿਤੇ, ਆਪਾਂ ਕਿਤੇ ਸੋਲਰ ਸਿਸਟਮ ਲਾ ਦੇਣਾ। ਆਓ ਆਪਾਂ ਤਾਂ ਖਬਰ ਹੀ ਕਰ ਸਕਦੇ ਹਾਂ ਵੀ ਇੱਥੇ ਭਾਈ ਆਹ ਮੁਸ਼ਕਿਲ ਹੈ, ਲੋਕ ਤੰਗ ਆ। ਹਾਲਾਂਕਿ ਮਹਿਕਮਾ ਕਹਿੰਦੇ ਵੀ ਲੱਗਾ, ਉਹ ਕਹਿੰਦੇ ਵੀ ਦਿਨੇ ਰਾਤ ਬੰਦੇ ਲਾਏ ਨੇ, ਅਤੇ ਉਹ ਹਰ ਵੇਲੇ ਵਿਚਾਰੇ ਉੱਧਰੋਂ ਰੱਸੀ ਕਹਿੰਦੇ ਇੱਕ ਨੂੰ ਲੱਕ ਨੂੰ ਪਾ ਕੇ ਜ਼ੋਰ ਲਗਾ ਕੇ ਹਾਈ ਸ਼ਾ ਖਿੱਚੀ ਜਾਂਦੇ, ਤਾਰਾਂ ਹੁਣ ਪੈਣਗੀਆਂ ਤੇ ਫੇਰ ਹੀ ਆ। ਸੰਧਾਲੀਆ ਸਾਹਿਬ ਉੱਥੇ ਕਹਿੰਦੇ ਆ ਜੀ ਕਿ ਦਾਦੀਆਂ ਨਾਨੀਆਂ ਉਹਨਾਂ ਦੀਆਂ ਪੱਖੀਆਂ ਦਾ ਚੇਤਾ ਆ ਗਿਆ, ਮੱਛਰਦਾਨੀ ਦੀ ਕੀਮਤ ਦੁਬਾਰਾ ਪਈ ਆ, ਕਿਉਂਕਿ ਬੱਤੀ ਨਹੀਂ ਆਉਂਦੀ ਤਾਂ ਸੌਣਾ ਤਾਂ ਫਿਰ ਬਾਹਰ ਹੀ ਪੈਣਾ, ਅਤੇ ਜਦੋਂ ਬਾਹਰਲੇ ਪਾਸੇ ਹੀ ਸੌਣਾ ਪੈਣਾ ਤਾਂ ਫਿਰ ਆਪਾਂ ਸਾਰਿਆਂ ਨੂੰ ਪਤਾ ਕਿ ਕਹਾਣੀ ਕੀ ਹੋਣੀ ਹੈ। ਸੋ ਮੱਛਰਦਾਨੀਆਂ ਝਾੜੀਆਂ ਗਈਆਂ ਜੀ। ਜੇ ਕਿਸੇ ਨੂੰ ਮੱਛਰਦਾਨੀ ਲੱਭ ਪਈ ਆ ਤਾਂ 4 ਡੰਡੇ ਨਹੀਂ ਲੱਭਦੇ, ਕਿਉਂਕਿ ਡੰਡੇ ਫਿਰ ਕਰਨੇ ਕੀ ਆ ਜਦ ਮੱਛਰਦਾਨੀ ਨਹੀਂ ਲਾਉਣੀ, ਕਿਉਂਕਿ ਜਿੰਨੀ ਦੇਰ ਤਾਂ ਮੱਛਰਦਾਨੀ ਦੀ ਨਿੱਤ ਵਰਤੋਂ ਹੁੰਦੀ ਸੀ ਉਨੀ ਦੇਰ ਇੱਕ ਖੂੰਜੇ 'ਚੋਂ ਡੰਡੇ ਪੱਕੇ ਹੀ ਹੁੰਦੇ ਸੀ, ਪਤਾ ਹੀ ਹੁੰਦਾ ਸੀ ਕਿ ਭਾਈ ਆਹ ਮੱਛਰਦਾਨੀ ਨਾਲ ਹੀ ਡੰਡਿਆਂ ਦੀ ਲਪੇਟ ਕੇ ਇਸ ਖੂੰਜੇ 'ਚ ਪਈ ਹੈ। ਅਤੇ ਬਹੁਤੀ ਵਾਰੀ ਬੰਦਾ ਦੇਖਦਾ ਥੋੜ੍ਹੀ ਸੀ, ਐਂ ਉੱਧਰਲੇ ਪਾਸੇ ਨੂੰ ਦੇਖਦਾ, ਇੱਧਰਲੇ ਪਾਸੇ 4 ਡੰਡਿਆਂ ਨੂੰ ਹੱਥ ਪਾ ਲੈਂਦਾ ਸੀ। ਹੁਣ ਕਿਸੇ ਤੋਂ ਮੱਛਰਦਾਨੀ ਨਹੀਂ ਲੱਭਦੀ, ਡੰਡੇ ਜਿਹੜੇ ਹੈਗੇ ਆ, ਕਈਆਂ ਦੇ ਡੰਡੇ ਹੈ ਨਹੀਂ ਕਿ ਮੱਛਰਦਾਨੀ ਹੈਗੀ ਆ। ਅਤੇ ਬੇਬੇ ਦੀ ਕਿਹੜੀ ਪੱਖੀ ਨੂੰ ਝੱਲਰ ਜੇ ਲੱਗਣ ਵਾਲੀ ਹੈ, ਕਿਹੜੀ ਪੱਖੀ ਨੂੰ ਲੱਗ ਗਈ ਹੈ, ਕਈ ਤਾਂ ਪੱਖੀਆਂ ਇੰਨੀ ਦੂਰ ਪਈਆਂ ਕਿ ਸਾਰੀ ਪੇਟੀ ਦਾ ਸਮਾਨ ਕੱਢ ਕੇ ਪਹਿਲਾਂ ਬਾਹਰ ਕੱਢਣਾ ਪਿਆ, ਪੱਖੀਆਂ ਫੇਰ ਲੱਭੀਆਂ। ਵੈਸੇ ਤਾਂ ਚਲੋ ਉਸ ਏਰੀਏ 'ਚ ਥੋੜ੍ਹਾ ਜਿਹਾ ਜ਼ਿਆਦਾ ਉੱਦਾਂ ਦੇ, ਕਿਉਂਕਿ ਹੁਣ ਛੁੱਟੀਆਂ ਚੱਲਦੀਆਂ ਪਈਆਂ ਸਕੂਲਾਂ 'ਚ, ਇਸ ਕਰਕੇ ਨਿਆਣੇ ਮੋਸਟਲੀ ਨਾਨਕਿਆਂ ਵੱਲੋਂ ਗਏ, ਅਤੇ ਉੱਧਰੋਂ ਕਿਉਂਕਿ ਹੁਣ ਸ਼ਹਿਰੀ ਏਰੀਆ ਜ਼ਿਆਦਾ, ਅਤੇ ਸ਼ਹਿਰੀ ਖੇਤਰ 'ਚੋਂ ਪਿਓ ਫਿਰ ਦੂਰ ਦੀ ਕੋਈ ਇੱਧਰੋਂ ਭੂਆ ਲੱਭ ਕੇ, ਅਤੇ ਪਿੰਡ ਵਾਲੀ ਕੋਈ ਨਹੀਂ ਉੱਥੇ ਚੱਲਦੇ ਹੁਣ ਫਿਰ 4 ਦਿਨ ਕੱਟਣੇ 'ਤੇ ਆਈ ਹੈ। ਜਵਾਕ ਕਹਿੰਦੇ ਪਹਿਲੀ ਵਾਰ ਹੈਰਾਨ ਹੋ ਰਹੇ, ਉਹ ਵਾਓ ਦਿਸ ਇਜ਼ ਬਫਲੋ। ਹਾਂ ਕਹਿੰਦੇ ਦੁੱਧ ਇੱਥੋਂ ਆਉਂਦਾ ਹੈ, ਹਾਂ ਨਾ ਦਾਦੀ ਇੱਥੇ ਦੁੱਧ ਆਉਂਦਾ ਆ, ਉਹ ਕਹਿੰਦੇ ਸਾਡੇ ਤੇ ਪੈਕਟ ਵਾਲਾ ਆਉਂਦਾ।
ਉਹ ਵਿਚਾਰੇ ਬੜੇ ਖੁਸ਼ ਆ ਵੀ ਆ ਲੈ ਵੀ ਪਹਿਲੀ ਵਾਰ ਮਤਲਬ ਸਾਡੀ ਮੱਝ ਅਸੀਂ ਇੰਨੀ ਵਾਰਾਂ ਨਹੀਂ ਵੇਖੀ ਜਿੰਨੀ ਵਾਰ ਇਹਨਾਂ ਦੇ ਨਿਆਣੇ ਜਾ ਕੇ ਵੇਖਦੇ ਆ। ਉਹ ਤਾਂ ਕਹਿੰਦੇ ਵੀ ਵਰਜਣਾ ਵੀ ਪੈਂਦਾ, ਜਵਾਕ ਉਹ ਵਿਚਾਰਾ ਇੱਕ ਹੁੰਦੇ ਨਹੀਂ ਅੱਜ ਕੱਲ੍ਹ ਉਹ ਬੂਟ ਜਿਹੜੇ ਚੀਕੂ 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 ਕਰਦੇ, ਉਦੋਂ ਪਤਾ ਲੱਗਦਾ ਵੀ ਉਹ ਚੀਕੂ ਚੀਕੂ ਦੀ ਆਵਾਜ਼ ਹੌਲੀ ਹੌਲੀ ਵੇਲੀ ਵੱਲ ਨੂੰ ਜਾਣ ਲੱਗ ਪਈ ਤੇ ਫਿਰ ਮੱਝ ਵੱਲ ਨੂੰ ਚੱਲੇ, ਇਹਨੇ ਡਰਾ ਦੇਣੀ। ਉਹ ਵੀ ਚਲੋ ਹੁਣ ਅੱਜ ਕੱਲ੍ਹ ਉਹ ਨਿਆਣੇ ਜਿਹੜੇ ਉਹਨਾਂ ਨੂੰ ਪਤਾ ਲੱਗਣ ਲੱਗ ਪਿਆ ਵੀ ਚਲੋ ਘੱਟੋ ਘੱਟ ਇਹ ਤਾਂ ਪਤਾ ਲੱਗਾ ਵੀ ਆਪਾਂ ਜਿਹੜਾ ਮੋੜ ਤੇ ਦੁਕਾਨ ਹੈ ਉਹਦੇ ਬਾਹਰ ਜਿਹੜਾ ਕਰੇਟ 'ਚ ਪਿਆ ਹੁੰਦਾ ਲਿਫਾਫਾ ਜਿਹਾ, ਉੱਥੇ ਨਹੀਂ ਦੁੱਧ ਹੁੰਦਾ, ਦੁੱਧ ਅਸਲ 'ਚ ਕਿੱਥੋਂ ਆਉਂਦਾ। ਨਹੀਂ ਇਹ ਵੀ ਗੱਲ ਆ ਸੰਧਾਲੀਆ ਸਾਹਿਬ, ਕਈ ਜਗ੍ਹਾ ਦੇ ਉੱਤੇ ਹੋ ਸਕਦਾ ਕਿ ਕਈ ਰਿਸ਼ਤੇਦਾਰ ਬਹੁਤ ਸਾਲਾਂ ਤੋਂ ਕਹਿੰਦੇ ਹੁਣ ਆਇਓ ਕਦੇ ਪਿੰਡ ਨੂੰ, ਕਦੇ ਗੇੜਾ ਮਾਰਿਓ ਕਿਤੇ ਵਿਆਹ ਸ਼ਾਦੀ ਦੇ ਉੱਤੇ ਜਦੋਂ ਮਿਲਦੇ ਹੋਣਗੇ, ਫਿਰ ਉੱਥੇ ਯਾਰ ਉਧਰਲੇ ਪਾਸੇ ਕੀ ਜਾਣਾ। ਹੁਣ ਉਹ ਅਚਾਨਕ ਕੁੰਡਾ ਖੜਕਿਆ ਹੋਣਾ ਤੇ ਉਧਰ ਦੋ ਜਵਾਨ ਜਿਹੜੇ ਆ ਮੋਬਾਈਲ ਚਲਾਉਣ ਜੋਗੇ, ਉਹ ਕਹਿੰਦੇ ਅੱਛਾ ਭੂਆ ਭੂਆ ਐ ਕਰਕੇ ਗਾਂ ਨੂੰ ਜਾਂਦੇ ਆ, ਤੇ ਜਵਾਕ ਝਕਾਨੀ ਜੀ ਦੇਖ ਪਹਿਲਾਂ ਮੋਬਾਈਲ ਚਾਰਜ ਲਾਉਣ ਲੱਗ ਪੈਂਦੇ, ਕਿਉਂਕਿ ਉੱਥੇ 2 ਦਿਨ ਹੋ ਗਏ ਬੱਤੀ ਨਹੀਂ ਆਈ ਭਾਈ। ਇਹ ਉਦੋਂ ਬਾਅਦ ਫਿਰ ਜਿਹੜੇ ਵਿਚਾਰੇ ਨਾਲ ਗਏ ਹੁੰਦੇ ਮਾਪੇ, ਉਹਨਾਂ ਦੀ ਫਿਰ ਡਿਊਟੀ ਹੁੰਦੀ, ਉਹਨਾਂ ਨੇ ਤੇ ਹੁਣ ਸੁਣਨੀ ਹੈ ਭੂਆ ਦਾ ਦੁੱਖ ਸੁੱਖ ਕਰਨਾ, ਤੇ ਨਾਲ ਆਖਣਾ ਕੀ ਦੱਸੀਏ, ਹਾਂ ਭੂਆ ਜੀ ਇਦਾਂ ਹੀ ਆ ਇਹਨਾਂ ਦਾ ਨਾ, ਮਤਲਬ ਸਾਰਾ ਦਿਨ ਫੋਨ ਤੇ। ਅਸੀਂ ਤਾਂ ਬਥੇਰਾ ਆਖੀਦਾ ਵੀ ਅੱਖਾਂ ਰਹਿ ਜਾਣੀਆਂ ਤੁਹਾਡੀਆਂ, ਪਰ ਨਾ ਕਿੱਥੇ ਹਟਦੇ ਆ, ਪੜ੍ਹਾਈ ਵੀ ਫੋਨ ਤੇ ਆ ਹੁਣ। ਆਹੋ ਆ ਪਿੱਛੇ ਜੇ ਸਿਆਪਾ ਜਿਹੜਾ ਸਕੂਲਾਂ ਵਾਲਿਆਂ ਵਿੱਚ ਪਾਤਾ ਇਹ, ਉਦੋਂ ਤੁਸੀਂ ਬਸ ਆਨਲਾਈਨ ਕਲਾਸਾਂ ਲਾਉਣੀਆਂ। ਅਸੀਂ ਤਾਂ ਆਪ ਬੜੇ ਔਖੇ ਆਏ ਗਏ ਤੇ ਕਈ ਵਾਰੀ ਬੋਲਦੇ ਨਹੀਂ ਕਿਸੇ ਨਾਲ, ਬੇਇੱਜ਼ਤੀ ਬੜੀ ਹੁੰਦੀ ਹੈ। ਹੁਣ ਵੀ ਦੇਖੋ ਇਹਨੂੰ ਐ ਪੁੱਛਿਆ ਤਾਂ ਹੈਗਾ, ਦੇਖੋ ਇਹਨੂੰ ਬਸ ਉਹ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਚਲਾ ਗਿਆ। ਹੁਣ ਸਤਿ ਸ਼੍ਰੀ ਅਕਾਲ ਤੇ ਆਏ ਜਿਹੜੇ ਜਵਾਕ, ਹੁਣ ਹੌਲੀ ਹੌਲੀ ਹੋ ਸਕਦਾ ਵੀ ਜੇ 10-15 ਦਿਨ ਪਿੰਡ ਰਹੇ ਤੇ ਸਤਿ ਸ਼੍ਰੀ ਅਕਾਲ ਨੂੰ ਸਤਿ ਸ੍ਰੀ ਅਕਾਲ ਕਹਿਣ ਲੱਗ ਪੈਣ। ਨਹੀਂ ਜ਼ਰੂਰੀ ਹੈ ਜੀ, ਦੇਖੋ ਹੋ ਸਕਦਾ ਕਿ ਭੂਆ ਮੋਠਾਂ ਦੀ ਦਾਲ ਚੁਗਣ ਲੱਗ ਪਵੇ, ਕਿਉਂਕਿ ਨਹੀਂ ਇਹ ਤਾਂ ਨੂਡਲ ਹੀ ਖਾਂਦੇ ਆ, ਇਹ ਤਾਂ ਪਾਸਤੇ ਤੋਂ ਅੱਜ ਤਾਂ ਸ਼ੁਕਰਵਾਰ ਨੇ ਪਾਸਤਾ ਹੀ ਖਾਣਾ ਹੀ ਅਸੀਂ ਲਿਆਏ ਨਾਲ ਬਣਾ ਗਏ ਤੁਹਾਨੂੰ ਖਵਾਉਣੇ। ਇਹ ਵੀ ਹੋ ਸਕਦਾ ਦੁਪਹਿਰੇ ਜੀ ਇਹ ਜਵਾਕਾਂ ਦਾ ਕਰਕੇ ਨੂਡਲ ਬਣੇ ਹੋਣ ਤੇ ਉਧਰ ਭੂਆ ਨੂੰ ਜਿਹੜੇ ਨੂੰ ਚਮਚੇ ਦੇ ਘੇਰੇ ਘੇਰੇ ਫੜਾਇਆ ਹੋਵੇ ਵੀ ਹਾਂ ਵੀ ਭੂਆ, ਉਹਨੇ ਨਾ ਹਾਏ ਹਾਏ ਕੁੜੇ ਆ ਸੁਣੀਆਂ ਆਈਆਂ, ਮੈਂ ਰਸਾ ਜਿਹਾ ਕਿਦਾਂ ਲਪੇਟਾਂ ਮੈਂ। ਹੋ ਸਕਦਾ ਜੇ ਬੇਬੇ ਨੇ ਪਹਿਲੀ ਵਾਰੀ ਨੂਡਲ ਖਾਂਦੇ ਹੁਣ ਤਾਂ ਉਹ ਨਾ ਅੰਦਰਲੇ ਪਾਸੇ ਨੂੰ ਨਾ ਬਾਹਰਲੇ ਪਾਸੇ ਨੂੰ, ਉਸਲੇ ਮੁੜ ਕੇ ਤੇ ਬੰਦਾ ਕਹਿਣ ਜੋਗਾ ਵੀ ਕੁਛ ਨਹੀਂ, ਬਾਅਦ ਚ 7-8 ਦਿਨ ਗੱਲਾਂ ਕਰਨੀਆਂ ਬੀਬੀ ਨੇ। ਨਹੀਂ ਉਹਨੇ ਉਦੋਂ ਹੀ ਕਹਿ ਦੇਣਾ ਨਿੱਕੀ ਨੂੰ ਨਹੀਂ ਕੁੜੇ ਉਹ ਦੁਪਹਿਰੇ ਦੇ ਆਹੋ ਮੈਂ ਤੇ ਅੰਤਰਾ ਬੜਾ ਤੰਗ ਹੋਈ ਤੇ ਉਹ ਲਾ ਕੇ ਦੇ ਮੈਨੂੰ ਰੋਟੀਆਂ 2 ਕਿਤੇ ਥੋੜਾ ਜਿਹਾ ਕਾਲਜੇ ਨੂੰ ਧਾਰਸ ਹੋਵੇ। ਮੈਂ 3 ਵਾਰੀ ਪਾਣੀ ਪੀਤਾ ਨਾ ਤਾਂ ਨਾ ਠਾਂ, ਆਹ ਬੜਾ ਔਖਾ। ਸੋ ਇਹ ਹਾਲਾਤ ਨੇ। ਬਾਕੀ ਚਲੋ ਕਾਰਨ ਆ ਵੀ ਹੁਣ ਝੋਨੇ ਦੀ ਲਵਾਈ ਆ, ਪੰਜਾਬ ਚੱਲੀ ਜਾਂਦਾ ਕੰਮ, ਕਿਤੇ ਕਿਤੇ ਆਂਦੇ ਵੀ ਬੱਤੀ ਦੀ ਪ੍ਰੋਬਲਮ ਆਉਂਦੀ ਹੈ, ਕਿਤੇ ਕਿਤੇ ਆਂਦੇ ਵੀ ਲੇਬਰ ਦੀ ਸ਼ਾਰਟੇਜ ਵੀ ਹੈਗੀ ਹੈ। ਸੋ ਚਲੋ ਸਾਰਾ ਕੁਛ ਹੈ, ਟਾਈਮ ਲੰਘ ਜਾਣਾ, ਪਰ ਇਹਨਾਂ ਸਾਰੀਆਂ ਗੱਲਾਂ ਤੋਂ ਬਿਲਕੁਲ ਅਣਭੋਲ ਸੰਗਰੂਰ ਹਲਕੇ 'ਚ ਸਾਡਾ ਕੋੜਨਾ ਲੀਡਰਾਂ ਦਾ ਉਹ ਫਿਰ ਰਿਹਾ, ਤੇ ਮਗਰ ਤੁਹਾਡੇ ਅਸੀਂ ਵੀ ਹੈਗੇ ਆ। ਨਹੀਂ ਤੁਹਾਡਾ ਤੇ ਹੁਣ ਕੀ ਕਰੀਏ, ਨਹੀਂ ਫਿਲਹਾਲ ਤੇ ਅਸੀਂ ਲੋਕਾਂ ਦੇ ਮਗਰ, ਆਮ ਬੰਦੇ ਦੇ ਮਗਰ ਤਾਂ ਅਸੀਂ ਹੈ ਜੀ, ਇਦਾਂ ਨਹੀਂ ਕਹਿਣਾ ਹੈਗਾ। ਇਹ 23 ਤੱਕ ਅਸੀਂ ਮਗਰ ਰਹਿਣਾ, 26 ਨੂੰ ਨਤੀਜਾ ਆ ਜਾਣਾ, ਉਦੋਂ ਬਾਅਦ ਫਿਰ ਥੋੜਾ ਉਲਟਾ ਹੋ ਜਾਣਾ ਕੰਮ, ਐਨ ਇੱਕਦਮ ਇਦਾਂ ਬਦਲ ਜਾਣਾ ਹੀ ਕੰਮ। ਹਾਂ ਅੱਛਾ ਸੰਧਾਲੀਆ ਸਾਹਿਬ, ਗੱਲ ਇਦਾਂ ਕਿ ਸੰਗਰੂਰ ਦੀ ਜਿਹੜੀ ਜ਼ਿਮਨੀ ਚੋਣ ਹੈ ਉਹਦੇ ਵਿੱਚ ਹੁਣ ਰੌਲੇ ਰੱਪੇ ਬਹੁਤ ਨੇ। ਰੌਲੇ ਰੱਪੇ ਇੰਨੇ ਕਾ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਉਹਨਾਂ ਨੇ ਹੁਣ ਬੀਬੀ ਕਮਲਦੀਪ ਕੌਰ ਰਾਜੋਆਣਾ ਹੋਰਾਂ ਦਾ ਪ੍ਰਚਾਰ ਤਾਂ ਕਰਨਾ ਹੈ, ਇਕੱਲੇ ਹੀ ਵੱਡੇ ਲੀਡਰ ਨੇ ਜਿਹੜੇ ਪ੍ਰਚਾਰ ਕਰਦੇ ਆ। ਹੁਣ ਕਈ ਬੰਦੀ ਸਿੰਘਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਸਪੋਰਟ ਕਰਤਾ, ਕਈਆਂ ਨੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਹਮਾਇਤ ਕੀਤੀ ਹੈ। ਤੇ ਜਦੋਂ ਦਾ ਉਹ ਬਾਰ-ਬਾਰ ਇਹ ਕਹਿ ਰਹੇ ਆ ਨਾ ਕਿ ਦੇਖੋ ਗੱਲ ਇਦਾਂ ਹੈ ਕਿ ਇੱਕ ਵਾਰੀ 1999 ਵਾਲਾ ਇਤਿਹਾਸ ਜਿਹੜਾ ਦੁਹਰਾ ਦਿਓ, ਉਹਨਾਂ ਨੂੰ ਕਿਤੇ ਨਾ ਕਿਤੇ ਆਸ ਹੈ ਕਿ ਭਾਈ ਇਸ ਮੁੱਦੇ ਦੇ ਉੱਤੇ ਸਾਨੂੰ ਵੋਟਾਂ 4 ਜਿਹੜੀਆਂ ਉਹ ਮਿਲ ਜਾਣੀਆਂ। ਬਹੁਤ ਸਾਰੀਆਂ ਪੰਥਕ ਧਿਰਾਂ ਨੇ ਉਹ ਵੀ ਬੀਬੀ ਕਮਲਦੀਪ ਕੌਰ ਦੇ ਹੱਕ 'ਚ ਪ੍ਰਚਾਰ ਕਰ ਰਹੀਆਂ, ਪਰ ਅਚਾਨਕ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ, ਕਿਉਂਕਿ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਉਹਨਾਂ ਨੇ ਦਲਬੀਰ ਗੋਲਡੀ ਹੋਰਾਂ ਨੂੰ ਕਹਿਤਾ ਕਿ ਤੁਸੀਂ ਅੱਡ, ਮੈਂ ਅੱਡ, ਪ੍ਰਤਾਪ ਸਿੰਘ ਬਾਜਵਾ ਅੱਡ, ਨਾਲ ਦੀ ਨਾਲ ਪ੍ਰਗਟ ਸਿੰਘ ਅੱਡ, ਬਾਕੀ ਸਾਰੇ ਬੰਦੇ ਆਪਣੇ ਜਿਹੜੇ ਅੱਡੋ ਅੱਡ ਪ੍ਰਚਾਰ ਕਰਨਾ, ਕਿਉਂਕਿ ਹਲਕਾ ਵੱਡਾ। ਉਹਨਾਂ ਨੇ ਇੱਕ ਬਿਆਨ ਦਿੱਤਾ, ਉਹ ਕਹਿੰਦੇ ਜੀ ਦੇਖੋ ਇੱਕ ਗੱਲ ਤਾਂ ਬੜੀ ਕਲੀਅਰ ਹੋ ਗਈ ਕਿ ਪਹਿਲਾਂ ਮੁੱਖ ਮੁਕਾਬਲਾ ਹੁੰਦਾ ਸੀ ਅਕਾਲੀ ਦਲ ਦੇ ਨਾਲ, ਹੁਣ ਕਹਿੰਦੇ ਤੁਸੀਂ ਦੇਖੋ ਕਿ ਅਕਾਲੀ ਦਲ ਦਾ ਮਤਲਬ ਹੁੰਦਾ ਸੀ ਬਾਦਲ ਪਰਿਵਾਰ, ਤੇ ਜੇ ਪੋਸਟਰਾਂ ਤੋਂ ਬਾਦਲ ਪਰਿਵਾਰ ਦੀਆਂ ਫੋਟੋ ਹੀ ਲਿਥ ਗਈਆਂ ਤਾਂ ਤੁਸੀਂ ਆਪੇ ਹਿਸਾਬ ਲਾ ਲਓ ਕਿ ਹੁਣ ਅਕਾਲੀ ਦਲ ਕਿੰਨੀ ਕੁ ਦੇਰ ਬਚਣਾ ਤੇ ਬਾਦਲ ਪਰਿਵਾਰ ਸਿਆਸੀ ਤੌਰ ਤੇ ਕਿੰਨੀ ਕੁ ਦੇਰ ਬਚਣਾ। ਸਾਡੇ ਇੱਕ ਵਿਰੋਧੀ ਤਾਂ ਆਪੇ ਖੂੰਜੇ ਲੱਗ ਗਏ। ਨਹੀਂ ਇਹ ਤਾਂ ਗੱਲ ਹੈਗੀ, ਉਹਨਾਂ ਨੇ ਇਸ ਚੀਜ਼ ਦਾ ਦੋਸ਼ ਤੇ ਲਾਇਆ। ਹੁਣ ਉਧਰੋਂ ਅਕਾਲੀ ਦਲ ਵਾਲੇ ਪਾਸੋਂ ਵੀ ਜਵਾਬ ਇੱਕ ਲੀਡਰ ਸਾਹਿਬਾਨ ਦਾ ਮੈਂ ਸੁਣ ਰਿਹਾ ਸੀ, ਉਹ ਕਹਿੰਦੇ ਕਿ ਦੇਖੋ ਜੀ ਅਸੀਂ ਤੇ ਇਲੈਕਸ਼ਨ ਲੜ ਹੀ ਨਹੀਂ ਰਹੇ ਜੀ, ਉਹ ਕਹਿੰਦੇ ਵੀ ਇਹ ਤਾਂ ਸਿਰਫ ਆਹ ਵਾਲੀ ਇਲੈਕਸ਼ਨ ਅਸੀਂ ਉਹ ਜਿਹੜੇ ਬੰਦੀ ਸਿੱਖ ਨੇ ਉਹਨਾਂ ਨੂੰ ਸਮਰਪਿਤ ਕੀਤੀ, ਇਸ ਕਰਕੇ ਅਸੀਂ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਕਿਹਾ ਸੀ, ਹੋਰ ਜਿੰਨੀਆਂ ਵੀ ਧਿਰਾਂ ਨੇ, ਕਿ ਇੱਕ ਵਾਰ ਆਪਾਂ ਨੂੰ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਕਿਹਾ, ਉਸ ਤੋਂ ਬਾਅਦ ਆਪਾਂ ਉੱਥੇ ਬਹਿ ਕੇ ਕਮੇਟੀ ਬਣਾਈ, ਆਪਾਂ ਇੱਕ ਕਾਰਜ ਲਈ ਤੁਰੇ। ਅਸੀਂ ਤੇ ਇਹ ਵੀ ਕਿਹਾ ਵੀ 2024 ਤੱਕ ਕਹਿੰਦੇ ਵੀ ਇਹ ਕੰਮ ਹੋ ਲੈਣ ਦਿਓ, ਉਦੋਂ ਜੇ ਸਿਮਰਨਜੀਤ ਸਿੰਘ ਮਾਨ ਹੋਣੀ ਕਹਿ ਦਿੰਦੇ ਆਪਾਂ ਉਹਨਾਂ ਨੂੰ ਸਪੋਰਟ ਕਰ ਦਿਆਂਗੇ। ਉਹ ਇੱਕ ਕਾਰਨ ਆ, ਹਾਂ ਉਹਨੂੰ ਕੋਈ ਜਿਵੇਂ ਮਰਜ਼ੀ ਰੰਗਤ ਦੇਈ ਜਾਵੇ। ਹੁਣ ਗੱਲ ਤੇ ਆ ਵੀ
ਅਗਲਾ ਕਹਿੰਦਾ ਸਾਡੀ ਰਣਨੀਤੀ ਆ, ਉਧਰੋਂ ਰਾਜਾ ਵੜਿੰਗ ਸਾਹਿਬ ਦੇ ਆ ਗਈ ਗੱਲ ਦਿਮਾਗ 'ਚ, ਉਹ ਕਹਿੰਦੇ ਵੀ ਉਹ ਤੁਹਾਡਾ ਭਲਾ ਜੇ ਪੋਸਟਰ ਹੀ ਖਾਲੀ ਆ, ਇਸ ਹਿਸਾਬ ਨਾਲ ਗੱਲ ਚੱਕ ਲਓ। ਸੋ ਇੱਕ ਗੱਲ ਤੇ ਪੱਕੀ ਆ ਵੀ ਇਹਨਾਂ ਦਿਨਾਂ 'ਚ ਜਿੰਨੀ ਗਰਮੀ ਆ ਉਹਦੇ ਨਾਲੋਂ ਵੀ ਗਰਮ ਖਬਰਾਂ ਮਸਾਲੇ ਵਾਲੀਆਂ ਪੂਰੀਆਂ ਇਦਾਂ ਹੀ ਆ। ਨਹੀਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੁਸੀਂ ਇਹ ਦੇਖੋ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇੱਕ ਹੋਰ ਬਿਆਨ ਦਿੱਤਾ ਜਦੋਂ ਪ੍ਰਚਾਰ ਕਰਦੇ, ਜਦੋਂ ਭਾਸ਼ਣ ਦਿੰਦੇ ਆ, ਕਿਉਂਕਿ ਇੱਕ ਦਿਨ ਦੇ ਵਿੱਚ ਦਰਜਨ ਥਾਵਾਂ ਦੇ ਉੱਤੇ ਜਾਣਾ ਪੈਂਦਾ ਉਹਨਾਂ ਨੂੰ। ਉਹ ਕਹਿੰਦੇ ਜੀ ਵਿਕਾਸ ਕੁਛ ਨਹੀਂ ਹੋਇਆ ਪਹਿਲੇ 3 ਮਹੀਨਿਆਂ 'ਚ। ਆਮ ਆਦਮੀ ਪਾਰਟੀ ਜਦੋਂ ਦੀ ਸਰਕਾਰ ਬਣੀ ਹੈ ਸਿਰਫ ਇਸ਼ਤਿਹਾਰਾਂ 'ਚ ਵਿਕਾਸ ਹੋਇਆ ਕਿ ਅਖਬਾਰ ਤੇ, ਟੈਲੀਵਿਜ਼ਨ ਤੇ, ਰੇਡੀਓ ਤੇ, ਕੰਧਾਂ ਤੇ ਇਸ਼ਤਿਹਾਰ ਲਾ ਦਿਓ ਕਿ ਅਸੀਂ ਆਹ ਵੀ ਕਰ ਦਿੱਤਾ, ਇੱਥੇ ਵੀ ਵਿਕਾਸ ਕਰਤਾ। ਕਹਿੰਦੇ ਵਿਕਾਸ ਨਾਂ ਦੀ ਗੱਲ ਪੰਜਾਬ ਦੇ ਵਿੱਚ ਕੋਈ ਨਹੀਂ, ਸਿਰਫ ਇਸ਼ਤਿਹਾਰਾਂ 'ਚ ਵਿਕਾਸ ਹੋਇਆ। ਮੈਨੂੰ ਇਹ ਗੱਲ ਸੁਖਬੀਰ ਸਿੰਘ ਬਾਦਲ ਸਾਹਿਬ ਹੋਰਾਂ ਦੀ ਠੀਕ ਜਾਪੀ ਹੈ, ਕਿਉਂਕਿ ਇਸ਼ਤਿਹਾਰ ਬੜੇ ਆਏ ਹੁਣ। ਪਰ ਦੂਜੇ ਪਾਸੇ ਮੇਰੇ ਮਨ 'ਚ ਇੱਕ ਹੋਰ ਗੱਲ ਵੀ ਆਈ ਕਿ 2007 ਤੋਂ ਲੈ ਕੇ 2017 ਤੱਕ, ਜਾਣੀ ਕਿ 5.25 ਸਾਲ ਪਹਿਲਾਂ ਤੱਕ ਅਕਾਲੀ ਦਲ, ਬਾਦਲ ਤੇ ਭਾਜਪਾ ਦੀ ਸਰਕਾਰ ਸੀ। ਉਹ ਮੇਰਾ ਖਿਆਲ ਆ ਕਿ 97-98% ਵਾਅਦੇ ਪੂਰੇ ਕਰਨ ਦੀ ਗੱਲ ਕਰਦੇ ਸੀ। ਤੇ ਜਿਹੜੇ ਵਾਅਦੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਲੀਡਰ ਸਾਹਿਬ ਕਰਦੇ ਹੁੰਦੇ ਆ, ਉਹ ਸਰਬਪੱਖੀ ਵਿਕਾਸ ਦੇ ਹੁੰਦੇ ਆ। ਜੇ 98% ਵਿਕਾਸ 10 ਸਾਲਾਂ ਦੇ ਵਿੱਚ ਅਕਾਲੀ ਭਾਜਪਾ ਵਾਲਿਆਂ ਨੇ ਕਰਤਾ ਸੀ, 94% ਤੱਕ ਕੈਪਟਨ ਸਾਹਿਬ ਕਹਿੰਦੇ ਸੀ ਮੈਂ ਵੀ ਕਰਤਾ। ਇਹ ਅਗਲੇ 3% ਦਾ 94% ਹੋਇਆ ਨਾ ਫਿਰ। ਅੱਛਾ, ਠੀਕ। ਮੈਂ ਪਿੱਛੋਂ ਨਾ ਸ਼ੁਰੂ ਹੋਇਆ। ਨਹੀਂ, ਪਿੱਛੇ ਨਹੀਂ ਸ਼ੁਰੂ ਹੁੰਦੇ। 97 ਤੋਂ ਬਾਅਦ ਜਿਹੜਾ ਬਚਿਆ 3%, ਉਸ 3% ਦਾ ਵੀ 94%, ਮਤਲਬ ਵੀ ਆਖਰੀ 1% ਬਚ ਗਿਆ। ਤੇ ਉਹ ਚੰਨੀ ਸਾਹਿਬ ਦੇ ਵੇਲੇ ਜਿਹੜੇ ਇਸ਼ਤਿਹਾਰ ਲੱਗੇ ਸੀ ਵੀ ਅਸੀਂ ਆ ਵੀ ਕਰਤਾ, ਉਹ ਕਹਿੰਦੇ ਸੀ ਕਿ ਅਸਲ ਦੇ ਵਿੱਚ ਤਾਂ ਸੱਤਾ ਹੀ ਹੁਣ ਆਮ ਬੰਦੇ ਦੇ ਹੱਥ ਆਈ ਹੈ। ਇਹਦਾ ਮਤਲਬ ਹੈ ਕਿ ਜੇ 10 ਸਾਲ ਅਕਾਲੀ ਭਾਜਪਾ ਨੇ, 5 ਸਾਲ ਕਾਂਗਰਸੀਆਂ ਨੇ ਵਿਕਾਸ ਕਰ ਦਿੱਤਾ ਸੀ, ਇਹਨਾਂ ਦੇ ਤਾਂ ਕਰਨ ਨੂੰ ਕੋਈ ਬਚੇ ਨਹੀਂ ਹੋਣਾ। ਇਹ ਇਸ਼ਤਿਹਾਰ ਵੀ ਕਾਹਤੋਂ ਦਿੰਦੇ ਆ ਕਿ ਭਾਈ ਅਸੀਂ ਕੀਤਾ। ਤੇ ਜਾਣੀ ਜੇ ਅਜੇ ਵੀ ਐਂ ਲੱਗਦਾ ਕਿ ਭਾਈ ਇਹਨਾਂ ਨੂੰ ਕਰਨਾ ਚਾਹੀਦਾ ਵਿਕਾਸ, ਜਾਂ ਤਾਂ ਹੁਣ ਵਾਲੀ ਗੱਲ ਗਲਤ ਹੈ ਜਾਂ ਪਹਿਲਾਂ ਵਾਲੀ ਗਲਤ। ਨਹੀਂ, ਇਹ ਤੇ ਗੱਲ ਹੈਗੀ ਆ। ਖੈਰ ਦੂਜੇ ਪਾਸੇ ਤੇ ਹੁਣ ਭਗਵੰਤ ਮਾਨ ਸਾਹਿਬ ਵੀ ਉੱਥੇ ਹੀ ਫਿਰਦੇ ਨੇ, ਪਲੱਸ ਉਹਨਾਂ ਦੇ ਹੋਰ ਕਈ ਮੰਤਰੀ ਸਾਹਿਬਾਨ ਫਿਰਦੇ ਨੇ। ਉਹਨਾਂ ਨੇ ਫਿਰ ਹੁਣ ਇਹਦਾ ਜਵਾਬ ਦੇਣਾ। ਉਹ ਕਹਿੰਦੇ ਦੇਖੋ ਗੱਲ ਆ ਵੀ ਕਹਿਣ ਨੂੰ ਕੋਈ ਕੁਛ ਮਰਜ਼ੀ ਕਹੀ ਜਾਵੇ, ਅਸਲ ਗੱਲ ਇਹ ਆ ਕਿ ਨੀਂਦ ਨਾ ਦਿਨੇ ਆਉਂਦੀ ਹੈ ਨਾ ਰਾਤੀ ਆਉਂਦੀ ਹੈ। ਬਹੁਤਾ ਕਰਕੇ ਤੇ ਕਹਿੰਦੇ ਹੁਣ ਸਾਹਮਣੇ ਬੈਠੇ ਜਿਹੜੇ ਲੋਕ ਸੀ, ਉਹ ਕਹਿੰਦੇ ਦੇਖੋ ਗੱਲ ਆ ਵੀ ਮੈਂ ਤੁਹਾਨੂੰ ਹੋਰ ਕੁਛ ਨਹੀਂ ਕਹਿੰਦਾ, ਇੱਕ ਤੇ ਗਰਮੀ 'ਚ ਵੈਸੇ ਜਾਗ ਤੜਕੇ ਆ ਜਾਂਦੀ, ਪਰ ਥੋੜ੍ਹਾ ਜਿਹਾ ਹੋਰ ਤੜਕੇ ਉੱਠਣਾ, ਤੇ ਤੜਕੇ ਉੱਠਦਿਆਂ ਸਾਰ ਕਹਿੰਦੇ ਫੋਨ ਦੇਖਣਾ ਤੁਸੀਂ ਆਪਣਾ। ਉਹ ਕਹਿੰਦੇ ਫੋਨ 5-5:15 ਵਜੇ ਫੋਨ ਦੇਖ ਲਿਆ ਕਰੋ, ਕਿਉਂਕਿ ਉਨੇ ਕਿ ਚਿਰ ਨੂੰ ਰੌਲਾ ਪਾ ਜਾਂਦਾ ਵੀ ਫਲਾਨਾ ਚੱਕਿਆ ਗਿਆ। ਤੇ ਫਿਰ ਉਹ ਕਹਿੰਦੇ ਵੀ ਦੇਖੋ ਆ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਮੈਂ ਵੇਖਿਆ ਹਿਸਾਬ ਕਿਤਾਬ ਵੀ ਕਈ ਬੰਦੇ ਮੇਰੀ ਰਡਾਰ 'ਤੇ ਨੇ, ਤੇ ਉਹ ਸਾਰੀਆਂ ਚੀਜ਼ਾਂ ਅਸੀਂ ਜਿਹੜੀਆਂ ਉਹ ਦਰੁਸਤ ਕਰਨੀਆਂ। ਵਿੱਚੋਂ ਜੋ ਫਿਰ ਗੱਲ ਨਿਕਲ ਆਈ ਜ਼ਮੀਨਾਂ ਛਡਾਉਣ ਵਾਲੀ। ਉਹ ਕਹਿੰਦੇ 5-5.5 ਏਕੜ ਛਡਾਈ, ਉਹ ਤਾਂ ਜੇ ਪਿੰਡਾਂ ਪੁੰਡਾਂ ਦੀ ਆ। ਫਿਰ ਉਹ ਕਹਿੰਦੇ ਵੀ ਜਿਹੜਾ ਨੀਮ ਪਹਾੜੀ ਆ ਇਲਾਕਾ ਨਾ, ਇੱਥੇ ਤੇ ਭਾਈ ਸਾਹਿਬ ਬਹੁਤ ਜ਼ਮੀਨ ਆ ਜਿਹੜੀ ਹੈਗੀ ਸਰਕਾਰੀ ਆ, ਪੰਚਾਇਤੀ ਆ, ਹੈ ਨਾ, ਸ਼ਾਮਲਾਟ ਆ, ਜਿਹਦਾ ਕੁਝ ਵੀ ਨਹੀਂ ਕੀਤਾ ਜਾ ਸਕਦਾ। ਫਿਰ ਉਹ ਜ਼ਿਕਰ ਕਰਦੇ ਨੇ, ਉਹ ਕਹਿੰਦੇ ਵੀ ਸਰਕਾਰਾਂ 'ਚ ਰਹਿਣ ਵਾਲਿਆਂ ਨੇ ਉਦੋਂ ਮੀਟਿੰਗਾਂ ਸੱਦੀਆਂ, ਮੀਟਿੰਗ ਦੇ ਵਿੱਚ ਉਹਨਾਂ ਨੇ ਇੱਦਾਂ ਸਹੀ ਪਵਾਈ ਕਿ ਇੱਥੇ ਫਲਾਨਾ ਕੰਮ ਹੋ ਸਕਦਾ। ਉਹ ਕਹਿੰਦੇ ਜਦੋਂ ਹੋ ਗਿਆ ਫਿਰ ਮੀਟਿੰਗ ਸੱਦੀ, ਹੁਣ ਨਹੀਂ ਜੇ ਹੋ ਸਕਦਾ ਇਸ ਤੋਂ ਬਾਅਦ। ਉਹ ਕਹਿੰਦੇ ਸਾਰੇ ਹਿਸਾਬ ਲਏ ਜਾਣਗੇ, ਹੁਣ ਉਹ ਆਪਣੀ ਥਾਂ 'ਤੇ ਗਰਮ ਨੇ। ਦੇਖੋ ਸੰਗਰੂਰ ਦੇ ਵਿੱਚ ਉਹਨਾਂ ਨੇ ਬੈਠਕ ਰੱਖੀ, ਮਨੀਸ਼ ਸਿਸੋਦੀਆ ਹੋਰਾਂ ਨੂੰ ਸੱਦਿਆ। ਸਿਸੋਦੀਆ ਸਾਹਿਬ ਉਪ ਮੁੱਖ ਮੰਤਰੀ ਨੇ ਦਿੱਲੀ ਦੇ, ਮਹਿਕਮਾ ਉਹਨਾਂ ਦੇ ਕੋਲੇ ਸਿੱਖਿਆ ਦਾ, ਵਪਾਰੀਆਂ ਦੇ ਨਾਲ ਤਾਲਮੇਲ ਚੰਗਾ। ਤੁਹਾਨੂੰ ਇਹ ਯਾਦ ਹੋਵੇ ਜਦੋਂ ਪੰਜਾਬ ਦੀ ਵਿਧਾਨ ਸਭਾ ਚੋਣ ਸੀ, ਭਗਵੰਤ ਮਾਨ ਸਾਹਿਬ ਅੱਡ ਰੈਲੀਆਂ ਕਰਦੇ ਸੀ, ਕੇਜਰੀਵਾਲ ਸਾਹਿਬ ਅੱਡ ਕਰਦੇ, ਸਿਸੋਦੀਆ ਸਾਹਿਬ ਅੱਡ ਥਾਵਾਂ 'ਤੇ ਜਾਂਦੇ ਸੀ। ਤੇ ਸਿਸੋਦੀਆ ਸਾਹਿਬ ਦੀ ਡਿਊਟੀ ਖਾਸ ਤੌਰ ਤੇ ਉਹਨਾਂ ਸ਼ਹਿਰੀ ਖੇਤਰਾਂ ਦੇ ਵਿੱਚ ਲੱਗਦੀ ਜਿੱਥੇ ਵਪਾਰੀ ਵਰਗ ਹੈਗਾ, ਜਿੱਥੇ ਦੁਕਾਨਦਾਰ ਵਰਗ ਹੈਗਾ। ਹੁਣ ਸੰਗਰੂਰ ਦੀ ਜ਼ਿਮਨੀ ਚੋਣ ਆਈ ਆ, ਸਿਸੋਦੀਆ ਸਾਹਿਬ ਨੂੰ ਫਿਰ ਸੰਗਰੂਰ 'ਚ ਲਿਆਂਦਾ ਕਿ ਭਾਈ ਤੁਸੀਂ ਵਪਾਰੀਆਂ ਨਾਲ ਗੱਲ ਕਰੋ। ਹੁਣ ਉੱਥੇ ਕਿਉਂਕਿ ਜਦੋਂ ਸੰਗਰੂਰ ਦੇ ਵਿੱਚ ਆਉਣਾ ਤੇ ਅਮਨ ਅਰੋੜਾ ਸਾਹਿਬ ਦਾ ਜ਼ਿਲ੍ਹਾ ਉਹ ਵੀ ਉੱਥੇ ਬੈਠੇ, ਬ੍ਰਹਮ ਸ਼ੰਕਰ ਜਿੰਪਾ ਸਾਹਿਬ ਵੀ ਬੈਠੇ, ਭਗਵੰਤ ਮਾਨ ਵੀ ਬੈਠੇ, ਸਿਸੋਦੀਆ ਸਾਹਿਬ ਤਾਂ ਚਲੋ ਆਏ ਸੀ। ਉੱਥੇ ਫਿਰ ਸਿਸੋਦੀਆ ਸਾਹਿਬ ਨੇ ਇੱਕ ਗੱਲ ਤਾਂ ਇਹ ਕੀ ਕਹਿੰਦੇ, ਪਹਿਲਾਂ 4 ਮਹੀਨੇ ਪਹਿਲਾਂ ਤੱਕ ਲੋਕ ਪੁੱਛਦੇ ਹੁੰਦੇ ਸੀ ਸਾਨੂੰ, ਅਸੀਂ ਦੇਸ਼ 'ਚ ਜਿੱਥੇ ਵੀ ਕਿਤੇ ਜਾਣਾ, ਕਿ ਭਾਈ ਦਿੱਲੀ ਦੇ ਵਿੱਚ ਤੁਸੀਂ ਵਧੀਆ ਕੰਮ ਕੀਤਾ। ਹੁਣ ਕਹਿੰਦੇ ਜਿੱਥੇ ਵੀ ਜਾਂਦੇ ਹੋ, ਕਹਿੰਦੇ ਦਿੱਲੀ ਤੇ ਪੰਜਾਬ 'ਚ ਤੁਸੀਂ ਬਹੁਤ ਵਧੀਆ ਕੰਮ ਕੀਤਾ। ਕਹਿੰਦੇ ਪੰਜਾਬ 'ਚ ਭਗਵੰਤ ਮਾਨ ਨੇ ਸਰਕਾਰ ਵਧੀਆ ਚਲਾਈ, ਇਹ ਲੋਕ ਦੱਸਣਗੇ ਕਿ ਕਿੰਨੀ ਕੁ ਵਧੀਆ ਚਲਾਈ ਜਾਂ ਨਹੀਂ। ਹਾਂ, ਉੱਥੇ ਫਿਰ ਭਗਵੰਤ ਮਾਨ ਸਾਹਿਬ ਨੇ ਵੀ ਸੰਬੋਧਨ ਕੀਤਾ। ਉਹ ਕਹਿੰਦੇ ਜੀ ਦੇਖੋ ਅਸੀਂ ਤਾਂ ਆਨਲਾਈਨ ਪੋਰਟਲ ਹੀ ਚਾਲੂ ਕਰ ਦੇਣੇ ਆ। ਕੋਈ ਚੇਂਜ ਆਫ ਲੈਂਡ ਯੂਜ਼ ਦਾ ਮਸਲਾ ਹੋਵੇ ਕਿ ਭਾਈ ਕੋਈ ਜਗ੍ਹਾ ਤੁਸੀਂ ਰਿਹਾਇਸ਼ ਲਈ ਰੱਖੀ ਹੈ, ਉਹਨੂੰ ਕਮਰਸ਼ੀਅਲ ਯੂਜ਼ ਕਰਨਾ, ਕਮਰਸ਼ੀਅਲ ਲਈ ਰੱਖੀ ਹੈ, ਤੁਸੀਂ ਰਿਹਾਇਸ਼ੀ ਖੇਤਰ ਲਈ ਯੂਜ਼ ਕਰਨੀ ਹੈ, ਉਹ ਜਿਹੜੀ ਤਬਦੀਲੀ ਕਰਨੀ ਹੈ ਮਲਕੀਅਤ ਦੀ, ਜਾਂ ਉਹ ਕਿਹੜੇ ਕੰਮ ਲਈ ਵਰਤੀ ਜਾਵੇ, ਉਹ ਕਹਿੰਦੇ ਆਨਲਾਈਨ ਹੀ ਹੋ ਜਾ ਕਰਨੀ ਹੈ। ਤੁਹਾਨੂੰ ਕਿਤੇ ਜਾ ਕੇ ਧੱਕੇ ਖਾਣ ਦੀ, ਕਿਤੇ ਜਾ ਕੇ ਪੈਸੇ ਦੇਣ ਦੀ ਲੋੜ ਨਹੀਂ, ਕੰਮ ਆਪਾਂ ਇਦਾਂ ਹੀ ਚਲਾ ਦੇਣਾ।
ਦੂਸਰਾ ਕਹਿੰਦੇ ਕੋਈ ਐਨਓਸੀ ਲੈਣੀ ਹੈ ਕਿਸੇ ਡਿਪਾਰਟਮੈਂਟ ਤੋਂ, ਜੇ ਕੋਈ ਬਹੁਤ ਵੱਡੀ ਦਿੱਕਤ ਵਿੱਚ ਨਹੀਂ ਆਉਂਦੀ ਤਾਂ ਕੰਮ ਤੁਹਾਡਾ ਉਹ ਵੀ ਆਨਲਾਈਨ ਹੋ ਜਾਊਗਾ, ਤੁਸੀਂ ਵਪਾਰ ਕਰਨ ਵਾਲੇ ਬਣੋ, ਸਰਕਾਰ ਤੁਹਾਡੇ ਨਾਲ ਖੜੂਗੀ। ਇਹ ਸਾਰੇ ਬੰਦੇ ਕਹਿੰਦੇ ਆ। ਪ੍ਰੈਕਟੀਕਲੀ ਜ਼ਮੀਨੀ ਪੱਧਰ ਦੇ ਉੱਤੇ ਹਕੀਕੀ ਰੂਪ ਦੇ ਵਿੱਚ ਇਹ ਕੰਮ ਕਰ ਪਾਉਂਦੇ ਆ ਕਿ ਨਹੀਂ ਕਰ ਪਾਉਂਦੇ ਵੱਖਰੀ ਗੱਲ ਹੈ। ਉਹਨਾਂ ਸਪਸ਼ਟ ਰੂਪ 'ਚ ਨਾਂ ਲਿਆ। ਵੈਸੇ ਅਕਾਲੀ ਦਲ ਤਕੜਾ ਹੈ ਇਸ ਮਾਮਲੇ ਦੇ ਵਿੱਚ, ਭਗਵੰਤ ਮਾਨ ਸਾਹਿਬ ਇਹ ਵੀ ਧਿਆਨ 'ਚ ਰੱਖਣ। ਜਿੱਦਾਂ ਐਤਕੀ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜ਼ਿਕਰ ਕੀਤਾ, ਇਦਾਂ ਹੀ ਕਿਸੇ ਵੇਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜ਼ਿਕਰ ਕੀਤਾ ਸੀ। ਉਦੋਂ ਕਾਂਗਰਸ ਦੇ ਪ੍ਰਧਾਨ ਨਹੀਂ ਸੀ, ਕੈਬਨਿਟ ਮੰਤਰੀ ਸਨ ਪੰਜਾਬ ਦੇ ਵਿੱਚ ਟਰਾਂਸਪੋਰਟ ਖੇਤਰ ਦੇ। ਉਹ ਕਹਿੰਦੇ ਬਾਦਲਾਂ ਦੀਆਂ ਬੱਸਾਂ ਅੰਦਰ ਦੇਤੀਆਂ, ਡਿੰਪੀ ਢਿੱਲੋਂ ਦੀਆਂ ਬੱਸਾਂ ਅੰਦਰ ਦੇਤੀਆਂ, ਐਵੇਂ ਹੀ ਚੱਲੀ ਜਾਂਦੀਆਂ ਸੀ। ਲੋਕ ਬੜੇ ਖੁਸ਼ ਹੋਏ। ਫਿਰ ਉਹ ਕਹਿੰਦੇ ਸੀ ਜੇ ਇੰਨੀ ਆਮਦਨ ਵੱਧ ਗਈ ਸਰਕਾਰੀ ਬੱਸਾਂ ਦੀ, ਹੁਣ ਇੰਨੀ ਵੱਧ ਗਈ, ਹੁਣ ਦੁੱਗਣੀ ਹੋ ਗਈ, ਹੁਣ 2.5 ਗੁਣਾ ਹੋ ਗਈ। ਇਦਾਂ ਹੀ ਕੰਮ ਚੱਲਦਾ ਸੀ ਨਾ। ਉਹਦੇ ਤੋਂ ਬਾਅਦ ਅਗਲੇ ਅਦਾਲਤ ਚਲੇ ਗਏ। ਅਦਾਲਤ ਦੇ ਵਿੱਚ ਜਾ ਕੇ ਫਿਰ ਉਹਨਾਂ ਨੇ ਕਿਹਾ ਸੀ ਕਿ ਅਦਾਲਤ ਨੇ ਕਿਹਾ ਸੀ 1 ਘੰਟੇ ਦੇ ਵਿੱਚ ਬੱਸਾਂ ਛੱਡੋ। ਉਹ ਬੱਸਾਂ ਦੁਬਾਰਾ ਚੱਲ ਪਈਆਂ ਸੀ। ਉਹਦੇ ਵਿੱਚ ਗਲਤੀ ਜਿਹਦੀ ਮਰਜ਼ੀ ਹੋਵੇ ਨਾ ਹੋਵੇ, ਪਰ ਅਗਲੇ ਆਪਣੀਆਂ ਬੱਸਾਂ ਦੁਬਾਰਾ ਸੜਕਾਂ ਦੇ ਉੱਤੇ ਲੈ ਆਏ ਸੀ। ਹੁਣ ਭਗਵੰਤ ਮਾਨ ਸਾਹਿਬ ਨੇ ਸੰਬੋਧਨ ਕਰਦਿਆਂ ਕਿਹਾ ਜ਼ਰੂਰ ਹੈ ਕਿ ਭਾਈ ਉਹ ਜਿਹੜਾ ਨੀਮ ਪਹਾੜੀ ਇਲਾਕਾ, ਸ਼ਿਵਾਲਿਕ ਦੀਆਂ ਪਹਾੜੀਆਂ, ਕਿ ਉੱਥੇ ਉਹ ਇਲਾਕਾ ਜਿਹੜਾ ਕਿ ਬਿਲਕੁਲ ਵੀ ਇੱਕ ਇੱਟ ਨਹੀਂ ਉੱਥੇ ਲੱਗ ਸਕਦੀ। ਕੋਈ ਕਮਰਾ, ਕੋਈ 2 ਮੰਜ਼ਿਲਾਂ, ਕੋਈ 4 ਮੰਜ਼ਿਲਾਂ, ਕੋਈ 5 ਮੰਜ਼ਿਲਾਂ ਇਮਾਰਤ, ਕੋਈ ਹੋਟਲ, ਕੋਈ ਕਾਰੋਬਾਰ, ਕੋਈ ਫੈਕਟਰੀ ਲਾਉਣੀ ਤਾਂ ਦੂਰ ਦੀ ਗੱਲ ਹੈ, ਕੰਸਟਰਕਸ਼ਨ ਕਹਿੰਦੇ ਹੋ ਹੀ ਨਹੀਂ ਸਕਦੀ। ਫਿਰ ਉਹਨੇ ਸਿੱਧਾ ਹੀ ਕਿਹਾ, ਸੁਖਬੀਰ ਸਿੰਘ ਬਾਦਲ ਸਾਹਿਬ ਦਾ ਜ਼ਿਕਰ ਕੀਤਾ, ਕਹਿੰਦੇ ਜਿਨ੍ਹਾਂ ਨੇ ਮੰਤਰੀ ਮੰਡਲ ਦੀ ਬੈਠਕ ਸੱਦੀ ਹੋਣੀ ਹੈ, ਬੈਠਕ ਸੱਦ ਕੇ ਕਾਗਜ਼ ਅਸੀਂ ਕਹਿੰਦੇ ਕਢਾਏ ਆ, ਉਹਦੇ ਵਿੱਚ ਸਹੀ ਪਵਾਤੀ ਕਿ ਭਾਈ ਇੱਥੇ ਆ ਕੰਮ ਕੀਤਾ ਜਾਊਗਾ। ਆਪਦਾ ਕਹਿੰਦੇ ਜੀ ਹੋਟਲ ਬਣਾ ਲਿਆ, ਜਿੱਦਣ ਬਣ ਗਿਆ ਉਦੋਂ ਫਿਰ ਮੰਤਰੀ ਮੰਡਲ ਦੀ ਬੈਠਕ ਸੱਦੀ ਤੇ ਉਦੋਂ ਫਿਰ ਕਹਤਾ ਜੀ ਹੁਣ ਇੱਥੇ ਬਿਲਕੁਲ ਕੁਝ ਨਹੀਂ ਕੀਤਾ ਜਾ ਸਕਦਾ। ਯਾਨੀ ਕਿ ਸਿਰਫ ਆਪਣਾ ਉਹ ਵਪਾਰਕ ਅਦਾਰਾ ਬਣਾਉਣ ਦੇ ਲਈ ਕਹਿੰਦੇ ਜੀ ਉਹਨਾਂ ਨੇ ਕੰਮ ਕਰ ਕੀਤਾ। ਹੁਣ ਸਿੱਧੇ ਤੌਰ ਤੇ ਨਾਂ ਲਿਆ, ਸੁਖ ਵਿਲਾਸ ਦਾ ਵੀ ਜ਼ਿਕਰ ਕੀਤਾ। ਜਿੱਦਾਂ ਪਿਛਲੇ ਸਮੇਂ ਦੇ ਵਿੱਚ ਬੱਸਾਂ ਵਾਲੇ ਮਸਲੇ ਦੇ ਵਿੱਚ ਅਗਲੇ ਅਦਾਲਤ ਚਲੇ ਗਏ ਸੀ, ਜੋ ਇੱਧਰ ਵੀ ਚਲੇ ਜਾਣਗੇ ਤਾਂ ਕੀ ਪੰਜਾਬ ਸਰਕਾਰ ਦੀ ਪੂਰੀ ਤਿਆਰੀ ਹੈ? ਕਿਉਂਕਿ ਪਿਛਲੇ ਦਿਨੀ 3800 ਏਕੜ ਦਾ ਜ਼ਿਕਰ ਕੀਤਾ ਸੀ। ਉਹ ਕਹਿੰਦੇ ਸੀ ਕਿ ਪੰਜਾਬ ਦੇ ਇੱਕ ਸੱਤਾਧਾਰੀ ਧਿਰ ਦੇ ਵਿੱਚ ਰਹੇ ਬੰਦੇ ਨੇ ਇੱਕੋ ਹੀ ਪਿੰਡ ਦੇ ਵਿੱਚ 3800 ਏਕੜ ਦੱਬਿਆ, ਅਸੀਂ ਉਹ ਵਾਪਸ ਲੈਣਾ। ਇਦਾਂ ਹੀ ਹੁਣ ਉਹ ਕਹਿੰਦੇ ਕਿ ਅਸੀਂ ਛੋਟੇ ਛੋਟੇ ਤਾਂ ਛਡਾ ਲਏ, 6500 ਏਕੜ ਦੇ ਕਰੀਬ, 6500 ਹੀ ਕਿਹਾ ਉਹਨਾਂ ਨੇ, ਤੇ ਹੁਣ ਤੁਸੀਂ ਕਹਿੰਦੇ ਜੀ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡੇ। ਜਿਸ ਤਰੀਕੇ ਉਹ ਨਾਂ ਲੈਣ ਲੱਗੇ ਆ, ਪਿਛਲੇ ਦਿਨੀ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਵੀ ਜ਼ਿਕਰ ਕੀਤਾ ਸੀ, ਕੇਵਲ ਸਿੰਘ ਢਿੱਲੋਂ ਸਾਹਿਬ ਦੇ ਘਰ ਦਾ ਜ਼ਿਕਰ ਕੀਤਾ ਸੀ, ਇਸੇ ਹੀ ਤਰੀਕੇ ਹੁਣ ਜਿਸ ਤਰੀਕੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਹੋਟਲ ਦਾ ਜ਼ਿਕਰ ਕੀਤਾ, ਇਹ ਮਾਮਲਾ ਇੱਥੇ ਰੁਕਣਾ ਨਹੀਂ, ਇਹ ਗਾਹਾਂ ਤੱਕ ਚਲੇ ਜਾਣਾ। ਨਹੀਂ, ਕਿਉਂਕਿ ਇਸ ਵਕਤ ਗੱਲ ਇਹ ਆ ਵੀ ਪਹਿਲਾਂ ਤਾਂ ਇਹ ਹੁੰਦਾ ਸੀ ਨਾ ਵੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਰਾਂਗੇ, ਹੁਣ ਅਗਲੇ ਕਹਿੰਦੇ ਵੀਰ ਵੀ ਇੱਕ ਹਰਾ ਪੈਨ ਜੇਬ 'ਚ ਆ ਜੀ, ਇੱਕ ਭਰ ਕੇ ਸਿਆਹੀ ਦਾ ਨਾਲ ਰੱਖਿਆ ਵੀ ਜੇ ਇਹ ਮੁੱਕ ਗਿਆ ਨਾਲ ਹੀ ਦੂਜੀ ਘੁੱਗੀ ਮਾਰ ਲੈਣੀ। ਹੁਣ ਕਾਰਨ ਇਹ ਆ ਵੀ ਜੇ ਅਗਲਿਆਂ ਦੇ ਕੋਲੇ ਸੱਤਾ ਹੈ, ਕਿਉਂਕਿ ਇਹ ਇੰਨੇ ਜ਼ਿਆਦਾ ਐਮਐਲਏ ਉਹਨਾਂ ਦੇ ਜਿੱਤੇ ਨੇ, ਅਗਲੇ ਕਹਿੰਦੇ ਆ ਵੀ ਅਸੀਂ ਦਿੱਲੀ 'ਚ ਕੰਮ ਕੀਤਾ, ਇੱਥੇ ਹੁਣ ਪੰਜਾਬ 'ਚ ਕਰਕੇ ਵਿਖਾਉਣਾ। ਅਜੇ ਤੱਕ ਕਹਿ ਲਓ ਕਿ ਵੀ ਪੌਣੇ 5 ਸਾਲ ਹੀ ਪਿਆ ਕੰਮ ਕਰਨ ਦਾ ਟਾਈਮ ਉਹਨਾਂ ਕੋਲੇ। ਸੋ ਉਹ ਆਪਣੇ ਤੌਰ 'ਤੇ ਹੁਣ ਦੱਬਣ ਵਾਲੀ ਗੱਲ ਕਰਦੇ ਨਹੀਂ। ਮੈਂ ਤੈਨੂੰ ਇਸੇ ਲਈ ਪੁੱਛਿਆ ਸੀ ਵੀ ਸਿਹਤ ਠੀਕ ਆ ਹੁਣ? ਦੇਖੋ ਸਿਹਤ ਤਾਂ ਬਹੁਤ ਵਧੀਆ ਹੁਣ ਆਉਂਦੀਆਂ ਨਾ, ਨਹੀਂ ਜਦ ਤੁਸੀਂ ਆਪ ਉਦੋਂ ਭੱਜ ਕੇ ਠੰਡੇ ਨੂੰ ਪੈਣਾ। ਮੈਂ ਕਿੰਨੀ ਵਾਰ ਵਰਜਿਆ ਵੀ ਜਾਣਦਾ ਕਰ ਗੁੱਸੇ। ਨਹੀਂ ਠੰਡੇ ਦੀ ਗੱਲ ਨਹੀਂ, ਜਿਹੜੀ ਅਸਲੀ ਗੱਲ ਦੱਸੋ ਵੀ ਜਦੋਂ ਮੀਂਹ ਆਉਂਦਾ ਆਪ ਤਾਂ ਸਰਦਾਰ ਅੰਦਰ ਵੜ ਜਾਂਦਾ, ਫਿਰ ਕਹਿੰਦਾ ਮੱਝ ਵੀ ਖੋਲ ਕੇ ਅੰਦਰ ਬੰਨਿਆ, ਹੁਣ ਕੱਪੜੇ ਵੀ ਲਾ ਲਿਆ, ਹੁਣ ਚੁੱਲ੍ਹਾ ਵੀ ਢੱਕ ਦੇ, ਹੁਣ ਪਾਥੀਆਂ ਵੀ ਅੰਦਰ ਰੱਖਦੇ, ਜਾਂ ਸਾਰਾ ਕੰਮ ਹੁਣ ਨਿਆਣੇ ਤੋਂ ਕਰਾਉਣਾ ਹੈ, ਉਹ ਵੀ ਉੱਪਰ ਛਿੱਟਾਂ ਪੈਂਦੀਆਂ। ਫਿਰ ਕਹਿਣਾ ਜੇ ਕਹਿਣਾ ਛਤਰੀ ਹੈਗੀ ਨਹੀਂ, ਛਤਰੀ ਅੰਦਰ ਗਿੱਲੀ ਹੋ ਜਾਊਗੀ, ਬੋਰਾ ਲੈ ਜਾ, ਵੀ ਛਤਰੀ ਗਿੱਲੀ ਹੋਣੀ ਹੁੰਦੀ ਆ। ਚਲੋ ਆਪਾਂ ਦੁਬਾਰਾ ਇੱਧਰ ਆਈਏ ਫਿਰ। ਵੇਖੋ ਜੀ ਸਾਨੂੰ ਜੇ ਕੋਈ ਵਿੱਚ ਇਹੋ ਜਿਹੀ ਕੋਈ ਘਟਨਾ ਵੀ ਵਾਪਰ ਜੇ, ਉਹ ਵੀ ਮਾੜੀ ਮੋੜ ਸੁਣਾਉਣੀ ਪੈਂਦੀ ਕਹਾਣੀ, ਮਾੜਾ ਢਕਣਾ ਲਪੇਟਣਾ ਪੈਂਦਾ ਜੀ, ਚੁੱਲ੍ਹਾ ਢੱਕਣਾ ਪੈਂਦਾ ਨਹੀਂ ਕਹਾਣੀ ਦਾ। ਅੱਛਾ, ਦੂਜੀ ਗੱਲ ਇਹ ਕਿ ਵੀ ਹੁਣ ਜੇ ਇਸ ਚੀਜ਼ ਦਾ ਜ਼ਿਕਰ ਕਰੀਏ ਤਾਂ ਜਿੰਨੇ ਲੀਡਰ ਸਾਹਿਬਾਨ ਇਸ ਵਕਤ ਸੰਗਰੂਰ ਹਲਕੇ 'ਚ ਵਿਚਰ ਰਹੇ ਆ ਜੀ, ਉਹਨਾਂ ਦੇ ਵਿੱਚ ਹੁਣ 5 ਕੋਨਾ ਮੁਕਾਬਲਾ ਤੇ ਬਣ ਗਿਆ। ਕਿਉਂਕਿ ਪਹਿਲਾਂ ਬਹੁਤੀ ਟੱਕਰ ਜਿਹੜੀ ਹੁੰਦੀ ਸੀਗੀ ਉਹ ਹੁੰਦੀ ਸੀ ਕਾਂਗਰਸ ਪਾਰਟੀ ਤੇ ਅਕਾਲੀ ਬੀਜੇਪੀ, ਫਿਰ ਉਹਦੇ ਵਿੱਚ ਐਂਟਰੀ ਹੋਈ ਆਮ ਆਦਮੀ ਪਾਰਟੀ ਦੀ। ਪਰ ਇਹ ਸੰਗਰੂਰ ਵਾਲੀ ਜ਼ਿਮਨੀ ਚੋਣ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਕਹਿੰਦੇ ਕਿ ਤਕੜੇ ਕੈਂਡੀਡੇਟ ਦੇ ਤੌਰ ਤੇ ਦੇਖਿਆ ਜਾ ਰਿਹਾ। ਉਹ ਵੀ ਹੁਣ ਥਾਂ ਥਾਂ ਦੇ ਵਿੱਚ ਰਹੇ ਨੇ, ਅਲੱਗ-ਅਲੱਗ ਥਾਵਾਂ 'ਤੇ ਜਾ ਕੇ ਮੀਟਿੰਗਾਂ ਕਰ ਰਿਹਾ। ਉਹਨਾਂ ਨੇ ਜਿਹੜਾ ਇੱਕ ਵਿਸ਼ਾ ਟੱਚ ਕੀਤਾ, ਉਹ ਵਾਹਵਾ ਵਾਰਾਂ ਵਿਸ਼ਾ ਟੱਚ ਹੁੰਦਾ ਫਿਰ ਉਸ ਤੋਂ ਬਾਅਦ ਉੱਤੇ ਕੋਈ ਗੱਲ ਹੀ ਨਹੀਂ ਕਰਦਾ। ਤੇ ਵਿਸ਼ਾ ਉਹਨਾਂ ਨੇ ਟੱਚ ਕੀਤਾ ਪੰਜਾਬ ਦੇ ਵਪਾਰ ਦਾ, ਕਿਉਂਕਿ ਆ ਵੀ ਆਪਾਂ ਜ਼ਿਕਰ ਕੀਤਾ ਵੀ ਵਪਾਰੀਆਂ ਨਾਲ ਮੁਲਾਕਾਤ ਜੇ ਹੋਣ ਵਾਲੀ ਪੰਜਾਬ ਸਰਕਾਰ ਨੇ ਕੀਤੀ ਆ, ਦਿੱਲੀ ਵਾਲੇ ਮੰਤਰੀ ਸਾਹਿਬਾਨ ਨੂੰ ਸੱਦ ਕੇ ਕੀਤੀ ਆ। ਤਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਕਹਿੰਦੇ ਵੀ ਪੰਜਾਬ ਦਾ ਜੇ ਵਪਾਰ ਬਚਾਉਣਾ, ਜੇ ਇੱਥੋਂ ਦੀ ਖੇਤੀ ਬਚਾਉਣੀ ਹੈ ਤਾਂ ਆਪਾਂ ਨੂੰ ਪਾਕਿਸਤਾਨ ਨਾਲ ਵਪਾਰ ਖੋਲ੍ਹਣਾ ਪੈਣਾ। ਜਦ ਤੱਕ ਉਹ ਰਸਤਾ ਨਹੀਂ ਖੁੱਲ੍ਹਦਾ ਉਨੀ ਦੇਰ ਤੱਕ ਤੁਸੀਂ ਇਹ ਮਤ ਸਮਝੋ ਵੀ ਇੱਥੋਂ ਆਪਾਂ ਟਰੱਕ 'ਤੇ ਲੱਦ ਕੇ ਉਹ ਬੰਬੇ ਵਾਲ ਨੂੰ ਲੱਦਾਂਗੇ ਸਮਾਨ, ਉੱਥੋਂ ਫਿਰ ਜਾਂ ਸ਼ਿਪ 'ਤੇ ਜਾਊਗਾ ਅਤੇ ਘੁੰਮਾ ਕੇ ਆਉਣਾ ਫਿਰ ਲਾਹੌਰ ਹੀ ਹੁੰਦਾ। ਅਤੇ ਉਹਦੇ ਨੂੰ ਚੰਗਾ ਨਹੀਂ ਵੀ ਇੱਥੋਂ ਸਿੱਧਾ ਹੀ ਉੱਠ ਕੇ ਤੇ ਉੱਥੇ ਭੇਜ ਦਿੱਤਾ ਜਾਵੇ, ਨਾਲੇ ਤਾਂ ਇਹਨਾਂ ਨੂੰ 4 ਛਿਰੜ ਬਚਣ, ਨਾਲੇ ਅਗਲਿਆਂ ਨੂੰ ਸਸਤਾ ਮਿਲ ਜੇ। ਦੇਖੋ ਜਿਹੜੇ 5 ਦੇ 5 ਕੈਂਡੀਡੇਟ ਆ, ਅਸੀਂ ਤਾਂ ਉਮੀਦ ਕਰਦੇ ਹਾਂ ਕਿ ਸਾਰੇ ਹੀ ਇਸ ਮੁੱਦੇ ਤੇ ਚਰਚਾ ਕਰਨ। ਉਹਨਾਂ 5 ਚੋਂ ਕੋਈ ਜਿੱਤ ਜਾ, ਘੱਟੋ ਘੱਟ ਪੰਜਾਬ ਦਾ ਮੁੱਦਾ ਤਾਂ ਲੋਕ ਸਭਾ ਦੇ ਵਿੱਚ ਜਾਊਗਾ।
ਸਭ ਤੋਂ ਵੱਧ ਅਸੀਂ ਆਸ ਤੇ ਉਮੀਦ ਕਰਦੇ ਹਾਂ ਕੇਵਲ ਸਿੰਘ ਢਿੱਲੋਂ ਤੋਂ। ਕੇਵਲ ਸਿੰਘ ਢਿੱਲੋਂ ਕਿਉਂਕਿ ਭਾਜਪਾ 'ਚ ਨੇ, ਉਹ ਹਰਦੇ ਆ ਜਿੱਤਦੇ ਆ, ਵੋਟਾਂ ਕਿੰਨੀਆਂ ਪੈਂਦੀਆਂ ਕਿੰਨੀਆਂ ਨਹੀਂ ਪੈਂਦੀਆਂ, ਪਰ ਜੇ ਉਹ ਆਪਣੀ ਧਿਰ ਵੱਲੋਂ ਕੋਈ ਸ਼ਿਓਰਟੀ ਲੈ ਕੇ ਦੇਣ ਕਿ ਭਾਈ ਅਸੀਂ ਇੱਧਰਲੇ ਪਾਸੇ ਗੰਭੀਰਤਾ ਨਾਲ ਸੋਚਦੇ ਹਾਂ, ਕਿਉਂਕਿ ਫੈਸਲਾ ਤਾਂ ਕੇਂਦਰ ਨੇ ਕਰਨਾ ਤੇ ਉਹ ਕੇਂਦਰ ਦੇ ਵਿੱਚ ਜਿਹਨਾਂ ਦੀ ਸਰਕਾਰ ਹੈ ਉਸ ਪਾਰਟੀ ਦੇ ਕੈਂਡੀਡੇਟ ਨੇ। ਹਾਲਾਂਕਿ ਆਇਆ ਨੂੰ ਉਹਨਾਂ ਨੂੰ ਹਫ਼ਤਾ ਹੀ ਹੋਇਆ ਪਾਰਟੀ 'ਚ, ਪਰ ਕੈਂਡੀਡੇਟ ਨੇ ਭਾਈ ਅਗਲੇ। ਉਹਨਾਂ ਦੇ ਕੋਲੇ ਹੁਣ ਕੇਂਦਰ ਸਰਕਾਰ ਦੇ ਮਿਨਿਸਟਰਾਂ ਨੇ ਵੀ ਆਉਣਾ, ਵੱਡੇ ਵੱਡੇ ਲੀਡਰਾਂ ਨੇ ਆਉਣਾ। ਬਹੁਤ ਚੰਗੀ ਗੱਲ ਹੈ ਜੇ ਸਿਮਰਨਜੀਤ ਸਿੰਘ ਮਾਨ ਸਾਹਿਬ ਇਹ ਮੁੱਦਾ ਲਗਾਤਾਰ ਚੁੱਕਣ, ਲੋਕਾਂ ਨੂੰ ਸੰਗਰੂਰ ਤੇ ਬਰਨਾਲੇ ਦਿਆਂ ਨੂੰ ਲੱਗੇ ਕਿ ਭਾਈ ਇਹ ਮੁੱਦਾ ਅਸਲੀ ਹੈ, ਬਾਕੀ ਪਾਰਟੀਆਂ ਤੇ ਪ੍ਰੈਸ਼ਰ ਪਵੇ, ਉਹ ਇਸ ਮੁੱਦੇ ਨੂੰ ਗੰਭੀਰਤਾ ਨਾਲ ਦੇਖਣ। ਕੌਣ ਕੀ ਕਰਦਾ, ਕਿੱਥੇ ਕਰਦਾ, ਦੋਸ਼ ਲਾਉਣ ਦੀ ਜਗ੍ਹਾ ਦੇ ਉੱਤੇ ਇਹ ਪੰਜਾਬ ਦੀ ਨਬਜ਼ ਫੜਨ ਵਾਲਾ ਮੁੱਦਾ। ਤੇ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜੇ ਚੱਕਿਆ ਤਾਂ ਉਹਨਾਂ ਦਾ ਧੰਨਵਾਦ ਕਰਨਾ ਬਣਦਾ। ਬੜੀਆਂ ਜਥੇਬੰਦੀਆਂ ਨੇ ਕਿਸਾਨਾਂ ਦੀਆਂ, ਬੜੇ ਆਰਥਿਕ ਤੌਰ ਦੇ ਉੱਤੇ ਮਾਹਿਰ ਨੇ, ਪੰਜਾਬ ਦਾ ਭਲਾ ਸੋਚਣ ਵਾਲੇ ਬੰਦੇ ਆ, ਉਹ ਸਾਫ਼ ਕਹਿੰਦੇ ਹੁੰਦੇ ਆ ਕਿ ਭਾਈ ਜੇ ਵਪਾਰ ਖੁੱਲ੍ਹ ਜਾਵੇ ਪੰਜਾਬ ਦੀਆਂ ਪੌਂ 12 ਹੋ ਜਾਣ। ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਮੁੱਦਾ ਚੁੱਕਿਆ, ਵਧੀਆ। ਦੂਸਰਾ, ਮੁੱਦਾ ਚੁੱਕਣ ਤੋਂ ਬਿਨਾਂ ਵੀ ਸੰਧਾਲੀਆ ਸਾਹਿਬ ਇੱਕ ਗੱਲ ਮੰਨਣੀ ਪਊ, ਅਕਾਲੀ ਦਲ ਬਾਦਲ ਬਹੁਤ ਪੁਰਾਣੀ ਪਾਰਟੀ ਹੈ, ਚਾਹੇ ਬੰਦੇ ਥੋੜੇ ਨੇ ਚਾਹੇ ਬਹੁਤੇ ਨੇ, ਪਿੰਡ ਪਿੰਡ 'ਚ ਉਹਨਾਂ ਦਾ ਕੱਢ ਰਿਹਾ ਹੈਗਾ। ਕਾਂਗਰਸ ਪਾਰਟੀ ਦੀ 5 ਸਾਲ ਸਰਕਾਰ ਰਹੀ ਹੈ, ਹਰ ਪਿੰਡ 'ਚ ਉਹਨਾਂ ਕੋਈ ਵੀ ਬੰਦੇ ਹੈਗੇ ਆ। ਭਾਰਤੀ ਜਨਤਾ ਪਾਰਟੀ ਦੇ ਨਾਲ ਢੀਂਡਸਾ ਪਰਿਵਾਰ ਹੈ, ਕੈਪਟਨ ਸਾਹਿਬ ਨੇ। ਭਾਜਪਾ ਦਾ ਆਪਣਾ ਬੰਦੇ ਪਿੰਡ 'ਚ 2 ਹੋਣ 4 ਹੋਣ ਜਾਂ 400 ਹੋਣ ਬੰਦੇ ਉਹਨਾਂ ਕੋਲ ਹੈਗੇ, ਸਰਮਾਇਆ ਹੈਗਾ। ਇਹਨਾਂ ਸਾਰੇ ਤੋਂ ਬਿਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਾਈ, ਅਗਲਿਆਂ ਦੇ ਮਗਰ ਤਾਂ ਬੰਦੇ ਹੈਗੇ ਹੀ ਹੈ। ਸਿਮਰਨਜੀਤ ਸਿੰਘ ਮਾਨ ਹੋਰਿਆਂ ਦਾ ਕਿਸੇ ਨਾਲ ਕੋਈ ਗੱਠਜੋੜ ਨਹੀਂ। ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦੀ ਪਾਰਟੀ ਹੈ, ਨਾ ਵਿਧਾਨ ਸਭਾ 'ਚ ਉਹਨਾਂ ਦਾ ਕੋਈ ਬੰਦਾ, ਨਾ ਲੋਕ ਸਭਾ 'ਚ, ਤੇ ਪਿਛਲੀਆਂ ਕਈ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਉਹ ਕਦੇ ਨਹੀਂ ਜਿੱਤੇ। ਬਹੁਤੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੁੰਦੀਆਂ, ਲੋਕਾਂ ਨੂੰ ਲੱਗਦਾ ਨਹੀਂ ਸੀ ਕਿ ਦੁਬਾਰਾ ਕਦੇ ਇਹਨਾਂ ਪੁਲਾਂ ਦੇ ਹੇਠ ਦੀ ਪਾਣੀ ਲੰਘੂਗਾ। ਪਰ ਤੁਸੀਂ ਦੇਖੋ ਕਿ ਕਾਡਰ ਬਹੁਤਾ ਹੈ ਨਹੀਂ, ਮਜ਼ਬੂਤ ਕਾਡਰ ਨਹੀਂ, ਵੱਡੀਆਂ ਰੈਲੀਆਂ ਨਹੀਂ ਕਰ ਹੁੰਦੀਆਂ। ਇਹਦੇ ਬਾਵਜੂਦ ਵੀ ਜਦੋਂ ਦਿਨ ਦੇ ਵਿੱਚ ਉਹ ਜਿਹੜੇ 12-14 ਪਿੰਡਾਂ 'ਚ ਜਾਂਦੇ ਆ, ਹਰ ਪਿੰਡ ਦੇ ਵਿੱਚ ਇਕੱਠ ਵੱਡਾ ਹੁੰਦਾ। ਇਹ ਨਹੀਂ ਹੈ ਕਿ ਲੋਕਾਂ ਨੂੰ ਫੜ ਕੇ ਲਿਆਉਣਾ ਪੈਂਦਾ, ਜਦੋਂ ਆਪਾਂ ਕਹਿੰਦੇ ਨੇ ਯਾਰ ਵੀ ਉਹ ਬੰਦੇ 4 ਇਕੱਠੇ ਕਰ ਲਓ ਨਾ। ਜਦੋਂ ਅਨਾਉਂਸਮੈਂਟ ਹੋ ਜਾਂਦੀ ਹੈ ਕਿ ਭਲਕੇ ਇੰਨੇ ਵਜੇ ਸਿਮਰਨਜੀਤ ਸਿੰਘ ਮਾਨ ਹੋਰੀ ਤੁਹਾਡੇ ਪਿੰਡ 'ਚ ਆਉਣਗੇ, ਬਾਕੀ ਪਾਰਟੀਆਂ ਦੇ ਉਮੀਦਵਾਰਾਂ ਦੇ ਸਮਰਥਕਾਂ ਜਿੰਨਾ ਬਰਾਬਰ ਦਾ ਇਕੱਠ ਉਹਨਾਂ ਦੇ ਲਈ ਹੁੰਦਾ, ਇਹਦਾ ਮਤਲਬ ਹੈ ਕਿ ਉਹ ਤਕੜੇ ਉਮੀਦਵਾਰ ਨੇ, ਉਹ ਮੁਕਾਬਲਾ ਦੇ ਰਹੇ ਆ, ਉਹ ਜਿੱਤ ਹਾਰ ਦੇ ਵਿੱਚ ਵੱਡੀ ਭੂਮਿਕਾ ਨਿਭਾਉਣਗੇ। ਤੇ ਇਸ ਗੱਲ ਨੂੰ ਸਾਰੀਆਂ ਸਿਆਸੀ ਪਾਰਟੀਆਂ ਬੜੀ ਗੰਭੀਰਤਾ ਨਾਲ ਸੋਚ ਰਹੀਆਂ, ਕਿਉਂਕਿ ਅਕਾਲੀਆਂ ਨੂੰ ਅੱਗੇ ਪਤਾ ਹੁੰਦਾ ਸੀ ਕਿ ਜੇ ਕਾਂਗਰਸ ਦੀ ਵੋਟ ਘਟੂ ਸਾਡੀ ਵਧੂ, ਕਾਂਗਰਸੀਆਂ ਨੂੰ ਪਤਾ ਹੁੰਦਾ ਸੀ ਜੇ ਅਕਾਲੀ ਦਲ ਭਾਜਪਾ ਦੀ ਘਟੂ ਸਾਡੀ ਵਧੂ, ਆਮ ਆਦਮੀ ਪਾਰਟੀ ਨੂੰ ਪਤਾ ਸੀ ਜੇ ਇਹਨਾਂ ਦੋਨਾਂ ਦੀ ਘਟੂ ਤਾਂ ਸਾਡੀ ਵਧੂ। ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਜਿੰਨੀਆਂ ਵੋਟਾਂ ਵੱਧ ਪੈਣ ਕੋਈ ਬੇਲਾ ਹੀ, 40-45 ਹਜ਼ਾਰ ਵੋਟ ਪਈ ਉਹਨਾਂ ਨੂੰ ਇਸ ਹਲਕੇ ਤੋਂ। ਆ ਪਿਛਲੇ ਚੋਣਾਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵਾਲੀਆਂ ਵੋਟਾਂ ਦੁੱਗਣੀਆਂ ਹੋ ਗਈਆਂ ਉਹਨਾਂ ਦੀ ਪਾਰਟੀ ਦੀਆਂ, ਹੁਣ ਜੇ ਹੋਰ ਵੱਧ ਗਈਆਂ ਕਿਸੇ ਨਾ ਕਿਸੇ ਨੂੰ ਤਾਂ ਕਾਟ ਲੱਗਣੀ ਆ, ਉਹ ਕਿਹਨੂੰ ਲੱਗ ਜਾਣੀ, ਇਸ ਗੱਲ ਤੋਂ ਸਾਰੇ ਡਰੀ ਜਾਂਦੇ ਆ। ਨਹੀਂ ਡਰੀ ਜਾਂਦੇ। ਦੂਜੀ ਗੱਲ ਇਹ ਵੀ ਹੈ ਕਿ ਹੁਣ ਤੱਕ ਆਪਾਂ ਇਹ ਜ਼ਰੂਰ ਵੇਖਿਆ ਕਿ ਜਿੰਨੀ ਵਾਰ ਵੀ ਮਾਨ ਸਾਹਿਬ ਜਿਸ ਵੀ ਇਲੈਕਸ਼ਨ 'ਚ ਹੁੰਦੇ ਆ, ਉਹਨਾਂ ਦਾ ਇੱਕ ਪਰਟੀਕੂਲਰ ਵਿਸ਼ਾ ਜੀ, ਉਸ ਵਿਸ਼ੇ ਦੇ ਬਾਰੇ ਗੱਲ ਕਰਦੇ ਆ, ਉਸ ਵਿਸ਼ੇ ਦੇ ਬਾਰੇ ਜਿੱਥੇ ਵੀ ਜਾਣ ਉੱਥੇ ਸੰਬੋਧਨ ਕਰਦੇ ਆ, ਤੇ ਉਹਨਾਂ ਕੋਲ ਬੜਾ ਕਲੀਅਰ ਕੱਟ ਮੈਪ ਆ ਵੀ ਯਾਰ ਸਾਡੀ ਆ ਮੰਗ ਹੈ, ਸਾਡਾ ਸਟੈਂਡ ਆ, ਅਸੀਂ ਇੱਥੇ ਖੜੇ ਆ। ਪਰ ਜੇ ਆਪਾਂ ਪਿਛਲੀ ਦਿਨਾਂ ਤੋਂ ਉਹਨਾਂ ਦੀ ਜਿਹੜੀ ਕੈਂਪੇਨ ਨੂੰ ਦੇਖੀਏ ਤੇ ਉਹ ਬਹੁਤ ਸਾਰੇ ਵਿਸ਼ਿਆਂ ਨੂੰ ਟੱਚ ਕਰ ਰਹੇ, ਚਾਹੇ ਉਹ ਖੇਤੀ ਦੀ ਗੱਲ ਕਰ ਲੈਣ, ਪਿਛਲੇ ਦਿਨੀ ਉਹ ਟੈਂਕੀ ਤੇ ਚੜੇ ਸੀ, ਉਹ ਬੇਰੁਜ਼ਗਾਰ ਬੀਬੀਆਂ ਜਿੱਥੇ ਬੈਠੀਆਂ ਸੀ ਉਹਨਾਂ ਕੋਲ। ਹੁਣ ਜੇ ਆਪਾਂ ਜ਼ਿਕਰ ਕਰੀਏ ਤੇ ਉਹ ਗੱਲ ਕਰਦੇ ਵੀ ਵਪਾਰ ਖੋਲ੍ਹਣਾ ਚਾਹੀਦਾ ਹੈ, ਵਪਾਰੀਆਂ ਦੀ ਲੋੜ ਹੈ, ਇੱਥੋਂ ਦੇ ਖੇਤੀ ਸੈਕਟਰ ਦੀ ਲੋੜ ਹੈ। ਇਹਦਾ ਮਤਲਬ ਇਹ ਹੋ ਗਿਆ ਵੀ ਉਹਨਾਂ ਨੂੰ ਵੀ ਲੱਗਿਆ ਕਿ ਵੀ ਜਿਹੜਾ ਆਪਣਾ ਘੇਰਾ ਉਹ ਥੋੜ੍ਹਾ ਜਿਹਾ ਵਿਸ਼ਾਲ ਕਰਨ ਦੀ ਲੋੜ ਹੈ, ਕਿਉਂਕਿ ਲੋਕਾਂ ਦੀਆਂ ਮੁਸ਼ਕਲਾਂ ਤਾਂ ਹੈਗੀਆਂ ਨੇ, ਤੇ ਜਿਹੜੀ ਮੁਸ਼ਕਲ ਹੈ, ਜੇ ਉਹਨੂੰ ਲੱਗੂਗਾ ਕਿ ਯਾਰ ਇਹ ਲੀਡਰ ਮੇਰੀ ਗੱਲ ਕਰਦਾ ਤੇ ਉਹਨੂੰ ਵੋਟ ਪਾ ਸਕਦਾ। ਸੋ ਇਹ ਵੀ ਇੱਕ ਮੁੱਲਾ ਦਾ ਕਾਰਨ ਹੋ ਸਕਦਾ, ਫੈਕਟਰ ਹੋ ਸਕਦਾ, ਜਿਹੜਾ ਬਾਕੀਆਂ ਨੂੰ ਤੰਗ ਕਰੇ ਵੀ ਯਾਰ ਆਹ ਤੇ ਗੱਲ ਮਾੜੀ, ਇਹ ਤੇ ਗੱਲ ਸਾਡੀ, ਇਹ ਥੋੜ੍ਹਾ ਤੁਸੀਂ ਕਰ ਸਕਦੇ ਆ। ਹੁਣ ਇਹ ਦੇਖੋ ਵੀ ਕੀ ਬਣਦਾ। 23 ਨੂੰ ਵੋਟਾਂ ਪੈ ਜਾਣੀਆਂ, ਉਦੋਂ ਬਾਅਦ ਨਤੀਜਾ ਡੱਬੇ 'ਚ ਬੰਦ ਹੋ ਜਾਣਾ। ਇਹ ਜਿਹੜੇ 4 ਦਿਨ ਬਾਕੀ ਨੇ ਨਾ ਸੰਧਾਲੀਆ ਸਾਹਿਬ ਹੁਣ ਪ੍ਰਚਾਰ ਦੇ, ਉਹਨਾਂ 4 ਦਿਨਾਂ ਦੇ ਵਿੱਚ ਇਹ ਗੱਲ ਹੁਣ ਬਹੁਤ ਸਾਫ਼ ਤੇ ਸਪਸ਼ਟ ਰੂਪ ਦੇ ਵਿੱਚ ਕਲੀਅਰ ਆ ਕਿ ਸਾਰੀਆਂ ਧਿਰਾਂ ਨੇ ਜ਼ੋਰ ਲਾਉਣਾ। ਅਰਵਿੰਦ ਕੇਜਰੀਵਾਲ ਹੋਰੀ ਆ ਰਿਹਾ, ਰੋਡ ਸ਼ੋਅ ਕਰਨਗੇ, ਕਿਉਂਕਿ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਹੈ। ਭਗਵੰਤ ਮਾਨ ਸਾਹਿਬ ਨੇ 2 ਦਿਨ ਰੋਡ ਸ਼ੋਅ ਕੀਤਾ, ਤੀਸਰੇ ਦਿਨ ਵਪਾਰੀਆਂ ਨੂੰ ਮਿਲੇ, ਸਸੋਦੀਆ ਸਾਹਿਬ ਆਏ, ਜਰਨੈਲ ਸਿੰਘ ਹੋਰਾਂ ਨੇ ਇੱਥੇ ਮੋਰਚਾ ਹੀ ਗੱਡਿਆ ਹੋਇਆ। ਜੇ ਕੇਜਰੀਵਾਲ ਸਾਹਿਬ ਵੀ ਆ ਰਿਹਾ ਹੈ ਤਾਂ ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਨੂੰ ਪਤਾ ਕਿ ਦਾਅਵੇ ਜੋ ਮਰਜ਼ੀ ਨੇ, ਪਰ ਸਾਡੇ ਲਈ ਵੀ ਸੁਖਾਲੀ ਨਹੀਂ ਹੈ ਲੜਾਈ। ਤੇ ਆਉਣ ਵਾਲੇ ਸਮੇਂ 'ਚ ਭਾਰਤ ਦੇ ਵੱਖ-ਵੱਖ ਹਿੱਸਿਆਂ ਜੇ ਆਮ ਆਦਮੀ ਪਾਰਟੀ ਨੇ ਜਾਣਾ ਤਾਂ ਉਹਨਾਂ ਨੂੰ ਇੱਕ ਤਕੜੀ ਲੀਡ ਦਿਖਾਉਣੀ ਪਊਗੀ, ਮਜਬੂਰੀ ਆ ਉਹਨਾਂ ਦੀ। ਇੱਦਾਂ ਹੀ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਕੋਲ ਕਿਉਂਕਿ ਕਿਸੇ ਵੱਡੀ ਪਾਰਟੀ ਨਾਲ ਸਮਝੌਤਾ ਨਹੀਂ, ਜਿਹੜੇ ਕਿ ਕੇਂਦਰ ਤੋਂ ਕੋਈ ਲੀਡਰ ਆ ਜਾਵੇ, ਇਸ ਕਰਕੇ ਉਹਨਾਂ ਨੇ ਆਪ ਹੀ ਦੇਖਣਾ ਸਾਰਾ ਕੁਝ। ਭਾਜਪਾ ਵਾਲੇ ਪਾਸਿਓਂ ਪਤਾ ਲੱਗਿਆ ਕਿ 1-2 ਕੇਂਦਰੀ ਕੈਬਨਿਟ ਮੰਤਰੀ ਜ਼ਰੂਰ ਆਉਣ ਬਾਰੇ ਵਿਚਾਰ ਕਰ ਰਹੇ ਆ ਕਿ ਭਾਈ ਆਪਾਂ ਆਖਰੀ 2 ਦਿਨਾਂ ਦੇ ਵਿੱਚ ਆ ਕੇ ਪ੍ਰਚਾਰ ਕਰ ਆਈਏ। ਪਰਮਿੰਦਰ ਸਿੰਘ ਢੀਂਡਸਾ ਸਾਹਿਬ ਦੀ ਇੱਕ ਵੀਡੀਓ ਹੈਗੀ ਆ,
ਹੋ ਸਕਦਾ ਕਿ ਉਹ ਇੱਕੋ ਪਿੰਡ ਦੀ ਵੀਡੀਓ 10 ਪਿੰਡਾਂ 'ਚ ਗਏ ਹੋਣ। ਆਪਾਂ ਸੋਚਦੇ ਸੀ ਕਿ ਢੀਂਡਸਾ ਪਰਿਵਾਰ ਨਾਲ ਕਿੰਨਾ ਕੁ ਤੁਰਿਆ। ਸੁਖਦੇਵ ਸਿੰਘ ਢੀਂਡਸਾ ਸਾਹਿਬ ਤਾਂ ਚਿੱਤ ਨਹੀਂ ਤਕੜਾ, ਉਹਨਾਂ ਦਾ ਸਿਹਤ ਨਹੀਂ ਠੀਕ ਪੂਰੀ। ਪਰਮਿੰਦਰ ਸਿੰਘ ਢੀਂਡਸਾ ਨੇ ਜ਼ਰੂਰ ਕੇਵਲ ਸਿੰਘ ਢਿੱਲੋਂ ਦੇ ਹੱਕ 'ਚ ਪ੍ਰਚਾਰ ਕੀਤਾ, ਪਰ ਜਦੋਂ ਪ੍ਰਚਾਰ ਕਰਦੇ ਸੀ ਤਾਂ ਇੱਕ ਪਿੰਡ ਦੇ ਵਿੱਚ ਖਾਸਾ ਵਿਰੋਧ ਉਹਨਾਂ ਦਾ ਜਿਹੜਾ ਹੋਇਆ, ਤੇ ਉੱਥੇ ਵੀ ਭਾਜਪਾ ਦੇ ਵਿਰੋਧ 'ਚ ਨਾਰੇ ਲੱਗੇ ਨੇ। ਇਹ ਵਿਰੋਧ ਤਾਂ ਚਲੋ ਹੈ ਹੀ ਹੈ। ਵਿਰੋਧ ਹੁਣ ਆਮ ਆਦਮੀ ਪਾਰਟੀ ਦਾ ਵੀ ਹੋ ਰਿਹਾ, ਕਿਉਂਕਿ ਉਹਦੀਆਂ ਵੀਡੀਓਜ਼ ਆ ਰਹੀਆਂ ਨੇ। ਜੇ ਇਹਨਾਂ ਦੀ ਗੱਲ ਕਰ ਲਈ, ਇਹਨਾਂ ਦਾ ਵੀ ਹੋ ਰਿਹਾ। ਪਰ ਤੁਸੀਂ ਇਹ ਦੇਖੋ ਵੀ ਸਿਆਸਤ ਆ, ਚੰਦ ਸਾਲ ਪਿੱਛੇ ਚਲੇ ਜਾਈਏ ਤੇ ਕੇਵਲ ਸਿੰਘ ਢਿੱਲੋਂ ਸਾਹਿਬ ਹੋ ਗਏ, ਪਰਮਿੰਦਰ ਸਿੰਘ ਢੀਂਡਸਾ ਸਾਹਿਬ ਹੋ ਗਏ, ਦੋਵੇਂ ਇੱਕ ਦੂਸਰੇ ਦੇ ਧੁਰ ਵਿਰੋਧੀ, ਕਿਉਂਕਿ ਉਹ ਅਕਾਲੀ ਦਲ ਵੱਲੋਂ ਹੁੰਦੇ ਸੀ, ਉਹ ਕਾਂਗਰਸ ਵਾਲੇ ਪਾਸੇ ਹੁੰਦੇ ਸੀ। ਅੱਜ ਨਾ ਉਹ ਆਪਣੀ ਪਾਰਟੀ 'ਚ, ਨਾ ਉਹ ਆਪਣੀ ਤੀਸਰੀ ਪਾਰਟੀ ਇਕੱਠੇ ਨੇ ਤੇ ਸਾਂਝਾ ਪ੍ਰਚਾਰ ਕਰ ਰਹੇ। ਸੋ ਇਹ ਸਿਆਸਤ ਹੈ ਜੀ। ਸੋ ਇਹਦੇ ਤੋਂ ਇੱਕ ਗੱਲ ਤੇ ਪੱਕੀ ਆ ਵੀ ਜਿਹੜੀ ਗੱਲ ਮੇਰੇ ਖਿਆਲ ਨਾਲ ਬੜੀ ਦੇਰ ਤੋਂ ਆਪਾਂ ਕਈ ਵਾਰਾਂ ਬੇਨਤੀਆਂ ਕਰਦੇ ਸੀ ਜਾਂ ਹੋਰ ਚਰਚਾ 'ਚ ਆਉਂਦੀ ਸੀ ਵੀ ਯਾਰ ਜੇ ਲੀਡਰ ਨਹੀਂ ਕਦੀ ਵੀ ਆਪਣੀ ਕੋਈ ਨਿੱਜੀ ਰੰਜਿਸ਼ ਰੱਖਦੇ ਤੇ ਫਿਰ ਭਰਾ ਕਾਹਤੋਂ ਝੰਡੀ ਲਾ ਕੇ ਤੇ ਇੱਕ ਦੂਜੇ ਦਾ ਸਿਰ ਪਾੜਨ ਬਹਿ ਜਾਂਦੇ ਪਿੰਡਾਂ 'ਚ। ਤੇ ਮੈਨੂੰ ਲੱਗਦਾ ਵੀ ਉਹ ਵੀ ਹੌਲੀ ਹੌਲੀ ਹੁਣ ਸਮਝ ਜਿਹੜੀ ਆ ਲੋਕਾਂ ਦੇ ਵਿੱਚ ਆ ਗਈ ਵੀ ਗੱਲ ਠੀਕ ਆ ਵੀਰ, ਵੀ ਇਹਨਾਂ ਦਾ ਕੰਮ ਆ ਵੀ 5 ਸਾਲੀ ਆਉਣਾ, 9 ਤੇ ਉਹ ਸਾਈ ਲਵਾਉਣੀ, ਤੇ ਸਾਡੇ ਤੇ ਫਿਰ ਵੀ 15 ਦਿਨ ਦਾਗ ਰਹਿੰਦਾ ਇਹਨਾਂ ਨੂੰ, ਤੇ 15 ਦਿਨਾਂ ਬਾਅਦ ਚੇਤਾ ਵੀ ਨਹੀਂ ਰਹਿੰਦਾ ਵੀ ਯਾਰ ਕਿਹਨੂੰ ਵੋਟ ਮੰਗਣ ਗਏ ਸੀ ਕਿੱਥੇ। ਨਹੀਂ, ਮਿੰਟ ਇੱਕ ਲਾਉਂਦੇ ਆ ਉਹ, ਕਿਉਂਕਿ ਮੈਨੂੰ ਲੱਗਦਾ ਆਮ ਲੋਕਾਂ ਨੂੰ ਇਹ ਸ਼ਬਦ ਜ਼ਰੂਰ ਘੱਟੋ ਘੱਟ ਸਾਂਝਾ ਪ੍ਰੋਗਰਾਮ ਰੱਖਣਾ ਚਾਹੀਦਾ। ਘਰ 'ਚ ਕੀ ਜੀ ਘੱਟੋ ਘੱਟ ਸਾਂਝਾ ਪ੍ਰੋਗਰਾਮ, ਮੰਨ ਲਓ ਲੜਾਈ ਹੁੰਦੀ ਹੈ, ਕੋਈ ਅੱਡ ਹੋਣ ਨੂੰ ਫਿਰਦਾ, ਕੋਈ ਅੱਡ ਹੋ ਗਿਆ, ਇਕੱਠੇ ਹੋ ਜਾਓ, ਸਾਂਝਾ ਪ੍ਰੋਗਰਾਮ ਰੱਖ ਲਓ। ਘੱਟੋ ਘੱਟ ਸਾਂਝਾ ਪ੍ਰੋਗਰਾਮ, ਨਿਆਣੇ ਪੜ੍ਹਾਉਣੇ ਆ ਜੀ, ਘਰ ਦੇ ਲਈ 4 ਪੈਸੇ ਕਮਾਉਣੇ ਆ ਜੀ, ਨਿਆਣਿਆਂ ਨੂੰ ਨਸ਼ੇ ਦੂਰ ਰੱਖਣਾ ਜੀ, ਤਰੱਕੀ ਕਿੱਦਾਂ ਕਰਨੀ ਉਹਦੇ ਬਾਰੇ ਸੋਚਣਾ ਵਿਚਾਰਨਾ, 4 ਚੀਜ਼ਾਂ ਰੱਖ ਲਓ, ਬਾਕੀ ਛੱਡੋ ਪਰ। ਠੀਕ ਹੈ। ਆਹ ਵੀ ਜੇ ਨਹੀਂ ਬਣਦੀ ਵੀ ਫਲਾਨੀ ਨਹੀਂ ਜੀ, ਉਹ ਫਲਾਨੇ ਉੱਧਰ ਹੀ ਨਹੀਂ ਜਾਣਾ ਤੇ ਨਾ ਜਾਓ, ਉਹ ਫਲਾਨੇ ਨੇ ਵਿਆਹ ਤੇ ਸਾਡੇ ਐਂ ਕੀਤਾ ਜੀ ਅਸੀਂ ਵੀ ਉੱਧਰ ਨਹੀਂ ਜਾਣਾ, ਨਾ ਜਾਓ। ਉਹ ਮਾਮੂਲੀ ਗੱਲ ਹੈ। ਜਿਹੜਾ ਆਪਾਂ ਵੈਰ ਪਾਲ ਕੇ ਤੇ ਮੁੜ ਕੇ ਇਹ ਸੋਚਦੇ ਹਾਂ ਵੀ ਹਾਂ ਵੀ ਕਿਸੇ ਵੇਲੇ ਰਿਸ਼ਤੇਦਾਰੀ 'ਚੋਂ ਬੰਦਾ ਆਉਂਦਾ ਵੀ ਯਾਰ ਬਾਕੀ ਤਾਂ ਠੀਕ ਹੈ, ਬਾਪੂ ਨਹੀਂ ਕਰੇ, ਬਾਪੂ ਨੇ ਫਿਰ 4 ਵਾਲੀ ਬੱਸੇ ਗਏ ਨਾ, ਉਹਨਾਂ ਦੀ ਹਾਈ ਕੋਰਟ ਤਰੀਕ ਹੈ ਨਾ, ਤਰੀਕ ਕਾਹਦੀ ਉਹੀ ਵੱਟ ਵਾਲੀ, ਮਤਲਬ ਉਹ ਵਾਲਾ ਕੰਮ ਜਿਹੜਾ ਉਹ ਆਪਾਂ ਉਜੜਨੋਂ ਬਚੀਏ ਥੋੜਾ ਜਿਹਾ, ਬਾਕੀ ਠੀਕ ਹੈ। ਕਿਉਂਕਿ ਵੱਟ ਉੱਥੇ ਦੀ ਉੱਥੇ ਹੋ ਸਕਦਾ ਵੀ ਕਈ ਕੇਸਾਂ 'ਤੇ ਪਹਿਲਾਂ ਬਾਪੂ ਜਾਂਦਾ ਹੈਗਾ, ਮੁੜ ਕੇ ਨਿਆਣੇ ਜਾਣ ਲੱਗ ਪਏ, ਵੱਟ ਉੱਥੇ ਹੀ ਆ, ਕੇਸ ਵੀ ਉੱਥੇ ਦਾ ਉੱਥੇ ਆ। ਪਰ ਜੇ ਕਿਤੇ ਉਹਦੀ ਡਾਇਰੀ ਬਾਪੂ ਦੇ ਟਾਈਮ ਵਾਲੀ ਕੱਢ ਕੇ ਹੁਣ ਹਿਸਾਬ ਲਾ ਕੇ ਵੇਖਿਆ ਤੇ ਬੰਦਾ ਸੋਚਦਾ ਵੀ ਆਪਾਂ ਇੱਕ ਵੱਟ ਪਿੱਛੇ ਲੜੀ ਜਾਂਦੇ ਆ, ਇੰਨੇ ਉਹਨਾਂ ਫੂਕ ਲਏ, ਇੰਨੇ ਆਪਾਂ ਫੂਕ ਲਏ, 3-4 ਕਿੱਲੇ ਜ਼ਮੀਨ ਆ ਜਾਣੀ ਇਹਦੇ ਨਾਲ। ਦੇਖੋ ਉਹ ਵੱਟ ਉੱਥੇ ਹੋਵੇ, ਖੇਤ ਉੱਥੇ ਹੋਵੇ ਨਾ, ਵਕੀਲ ਸਾਹਿਬ ਦੀ ਕੋਠੀ ਤਾਂ ਪੈ ਹੀ ਜਾਂਦੀ ਹੈ, ਮੁਨਸ਼ੀ ਸਾਹਿਬ ਦਾ ਕਮਰਾ ਛਾਤੀ ਲੈਂਦੇ ਆ, ਵੈਸੇ ਗੱਲ ਹੀ ਆ। ਉਹੀ ਤੇ ਹੈ। 2 ਲੀਡਰ ਬੜੇ ਔਖੇ ਭਾਰੇ ਨੇ ਜੀ, ਕਸੂਤੇ ਫਸੇ ਹੋਏ ਨੇ। ਆਮ ਆਦਮੀ ਪਾਰਟੀ ਵੱਲੋਂ ਸਿਹਤ ਮੰਤਰੀ ਦਿੱਲੀ ਦੇ ਸਤਿੰਦਰ ਜੈਨ ਸਾਹਿਬ ਪਿਛਲੇ ਦਿਨੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕੀਤੇ ਸੀ ਕਿ ਭਾਈ ਤੁਹਾਡੀਆਂ ਸ਼ੈੱਲ ਕੰਪਨੀਆਂ, ਦੋਸ਼ ਹੈ ਸਾਬਤ ਅਦਾਲਤ ਨੇ ਕਰਨਾ ਹੈ ਕਿ ਤੁਹਾਡੀਆਂ ਸ਼ੈੱਲ ਕੰਪਨੀਆਂ ਦੇ ਰਾਹੀਂ ਤੁਸੀਂ ਸਿਆਸਤ 'ਚ ਨਹੀਂ ਸਿਆ, 1 ਕਰੋੜ ਰੁਪਈਆ ਇੱਧਰ ਉੱਧਰ ਹੋਇਆ, ਤੁਸੀਂ ਮੁੜ ਕੇ ਪ੍ਰਾਪਰਟੀਆਂ ਖਰੀਦੀਆਂ, ਆ ਜਾਓ। ਫਿਰ ਉਹਨਾਂ ਨੂੰ ਲੈ ਕੇ ਗਏ, ਮੁੜ ਕੇ ਜ਼ਮਾਨਤ ਲਈ ਪਹਿਲਾਂ ਬੇਨਤੀ ਕੀਤੀ, ਪ੍ਰਵਾਨ ਨਹੀਂ ਹੋਈ, ਹੁਣ ਇੱਕ ਵਾਰੀ ਫਿਰ ਅਰਜ਼ੀ ਦੇ ਦਿੱਤੀ ਸੀ ਕਿ ਜੇਲ੍ਹ 'ਚ ਨੇ, ਅਦਾਲਤੀ ਹਿਰਾਸਤ ਦੇ ਵਿੱਚ, ਤੇ ਫਿਰ ਕਿਹਾ ਜੀ ਕਿ ਗੱਲ ਇੱਦਾਂ ਦੀ ਕੋਈ ਨਹੀਂ, ਹੁਣ ਜ਼ਮਾਨਤ ਦੇ ਦਿੱਤੀ ਜਾਵੇ। ਪਰ ਦਿੱਲੀ ਦੀ ਅਦਾਲਤ ਨੇ ਇੱਕ ਵਾਰੀ ਫਿਰ ਕਹਿਤਾ ਕਿ ਦਿੱਲੀ ਦੇ ਕੈਬਨਿਟ ਮੰਤਰੀ ਸਤਿੰਦਰ ਜੈਨ ਹੋਰੀ ਹਾਲ ਦੀ ਘੜੀ ਅੰਦਰ ਰਹਿਣਗੇ, ਅਸੀਂ ਇਹਨਾਂ ਨੂੰ ਜ਼ਮਾਨਤ ਨਹੀਂ ਦੇ ਸਕਦੇ, ਜ਼ਮਾਨਤ ਦੀ ਅਰਜ਼ੀ ਜਿਹੜੀ ਆ ਰੱਦ ਕਰਤੀ। ਹਾਲਾਂਕਿ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ ਇਹਨਾਂ ਨੂੰ ਤਾਂ ਅਵਾਰਡ ਦੇਣਾ ਚਾਹੀਦਾ, ਇਹਨਾਂ ਨੇ ਬਹੁਤ ਵਧੀਆ ਇੱਕ ਸਿਸਟਮ ਜਿਹੜਾ ਮੁਹੱਲਾ ਕਲੀਨਿਕ ਦਾ ਕਿ ਉਹ ਸੈੱਟ ਕਰਕੇ ਦਿੱਤਾ, ਤੇ ਭਾਰਤ ਦੇ ਲਈ ਉਹ ਬੜਾ ਉਮਦਾ ਪ੍ਰੋਗਰਾਮ ਹੈ। ਦੂਸਰੇ ਪਾਸੇ ਪੰਜਾਬ ਵਾਲੇ ਜੋਗਿੰਦਰਪਾਲ ਜੀ ਨੇ, ਭੋਆ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ, ਉਹਨਾਂ ਨੂੰ ਕਹਿੰਦੇ ਜੀ 2 ਦਿਨ ਦੇ ਰਿਮਾਂਡ ਤੇ ਭੇਜਿਆ। ਉਹਨਾਂ ਦੇ ਵਕੀਲ ਨੇ ਦਲੀਲਾਂ ਬਹੁਤ ਦਿੱਤੀਆਂ, ਨਹੀਂ ਜੀ ਬੰਦਾ ਉਦੋਂ ਹੀ ਫੜ ਲਿਆ, ਨਹੀਂ ਜੀ ਨਹੀਂ, ਤੁਸੀਂ ਭਾਵੇਂ ਕੁੜਤੇ ਦੀ ਜੇਬ ਝਾੜ ਕੇ ਦੇਖ ਲਓ, ਇੱਕ ਦਾਣਾ ਰੇਤਾ ਦਾ ਨਹੀਂ ਨਿਕਲੂਗਾ। ਪਰ ਉਹ ਕਹਿੰਦੇ ਕੋਈ ਗੱਲ ਨਹੀਂ, 2 ਦਿਨ ਤਾਂ ਭੇਜਦੇ ਆ, ਪੁੱਛਗਿੱਛ ਕਰ ਲੈਣ ਦਿਓ, ਫਿਰ ਮੁੜ ਕੇ ਅਗਲੀ ਵਾਰੀ ਦੇਖਾਂਗੇ। ਜੀ ਭੂਆ ਸਾਹਿਬ ਦੇ ਤੇ ਮੇਰੇ ਖਿਆਲ ਨਾਲ ਹੁਣ ਕੇਸ 'ਚ ਵੀ ਖਬਰ ਆਉਂਦੀ ਪਈ ਹੈ ਵੀ ਸ਼ਾਇਦ ਇੱਕ ਅੱਧੀ ਧਾਰਾ ਹੋਰ ਜੋੜਤੀ ਹੈ, ਕਿਉਂਕਿ ਪਹਿਲਾਂ ਤੇ ਸ਼ਾਇਦ ਸੀਗਾ ਨਾ ਵੀ ਉਹ ਕਰੈਸ਼ਰ ਜੇ ਦੀ ਗੱਲਬਾਤ, ਤੇ ਹੁਣ ਤੇ ਉਹ ਕਹਿੰਦੇ ਵੀ ਨਹੀਂ ਇਹ ਤਾਂ ਗੈਰ ਕਾਨੂੰਨੀ ਢੰਗ ਨਾਲ ਸਮਾਨ ਨਹੀਂ ਚੁੱਕਿਆ ਵੀਰ ਜੀ ਉਸ ਜਗ੍ਹਾ ਦੇ ਉੱਪਰ। ਹੁਣ ਸਮਾਨ ਚੁੱਕੇ ਦੇ ਵਿੱਚ ਭਾਵੇਂ ਰੇਤ ਹੀ ਚੁੱਕੀ ਹੋਵੇ, ਭਾਵੇਂ ਸਰਕਾਰੀ ਥਾਂ ਆ, ਭਾਵੇਂ ਮਿੱਟੀ ਚੁੱਕੀ ਹੋਵੇ, ਕੇਸ ਤੇ ਵੀਰ ਜੀ ਕੱਖ ਦਾ ਵੀ ਆ ਤੇ ਲੱਖ ਦਾ ਵੀ ਆ, ਇਦਾਂ ਹੀ ਆ, ਹੈ ਨਾ। ਨਹੀਂ ਹੁਣ ਤੁਸੀਂ ਦੇਖੋ ਜੋਗਿੰਦਰਪਾਲ ਹੋਰਾਂ ਦਾ, ਮੈਨੂੰ ਸੰਧਾਲੀਆ ਸਾਹਿਬ ਜੋਗਿੰਦਰਪਾਲ ਸਾਹਿਬ ਦੀ ਗੱਲ ਕਰਨ ਤੋਂ ਪਹਿਲਾਂ ਮੈਨੂੰ ਤੁਹਾਡਾ ਚੇਤਾ ਆ ਗਿਆ। ਅੱਛਾ, ਹੈ ਨਾ, ਕਈ ਵਾਰੀ ਹੁੰਦਾ ਨਾ ਵੀ ਪੜ੍ਹਾਈ ਤੋਂ ਚੇਤਾ ਆਇਆ ਮਾਸਟਰ ਜੀ ਦਾ ਕਿੱਦਾਂ, ਬਿਮਾਰੀ ਤੋਂ ਚੇਤਾ ਆਇਆ ਡਾਕਟਰ ਜੀ ਦਾ ਕਿੱਦਾਂ, ਮੈਨੂੰ ਜੋਗਿੰਦਰਪਾਲ ਜੀ ਦਾ ਚੇਤਾ ਆਇਆ ਤਾਂ ਮੈਨੂੰ ਕਿ ਸੰਧਾਲੀਆ ਸਾਹਿਬ ਮੇਰੇ ਮਨ 'ਚ ਆਏ। ਤੁਸੀਂ ਮੈਨੂੰ ਇਹ ਦੱਸੋ ਕਿ ਜਾਣੀ ਇੰਨੀ ਜੁਗਤ, ਇੰਨਾ ਢੰਗ ਤਰੀਕਾ, ਕਿਹੜਾ ਫਾਰਮੂਲਾ, ਕਿਹੜਾ ਸੌਫਟਵੇਅਰ ਆ ਕਿ ਤੁਹਾਡੀਆਂ ਪ੍ਰਾਪਰਟੀਆਂ ਦੁੱਗਣੀਆਂ ਤਿੱਗਣੀਆਂ 5 ਸਾਲਾਂ 'ਚ ਹੁੰਦੀਆਂ, ਲੋਕ ਥੱਲੇ ਨੂੰ ਆਈ ਜਾਂਦੇ ਆ। ਦੇਖੋ ਜੇ ਤਰੀਕਾ ਆਮ ਲੋਕਾਂ ਨੂੰ ਦੱਸਦਾ ਤੇ ਫਿਰ ਲੋਕੀ ਨਾ ਚਿੱਟਾ ਕੁੜਤਾ ਮੈਂ ਪਾ ਕੇ ਤੁਰੇ ਫਿਰਿਆ ਕਰਨਗੇ। ਨਹੀਂ ਦੱਸਣਾ ਜਾਣੀ, ਨਾ ਇਹਦੇ ਵਪਾਰ ਆ ਨਾ, ਇਹ ਤਾਂ ਪੇਟੈਂਟ ਕਰਾਇਆ। ਹੁਣ ਹੋਇਆ ਕੀ ਹੈ, 6 ਕਰੋੜ ਰੁਪਈਆ ਉਹਨਾਂ ਨੇ ਦੱਸਿਆ ਸੀ 2017 ਦੇ ਵਿੱਚ ਕਿ ਮੇਰੇ ਕੋਲ 6 ਕਰੋੜ ਦੀ ਪ੍ਰਾਪਰਟੀ ਹੈ ਜਦੋਂ ਉਹ MLA ਬਣੇ ਆ। ਤੇ 25 ਸਾਲ ਪਹਿਲਾਂ ਕਹਿੰਦੇ ਜੇ ਇੱਕ ਬਹੁਤ ਹੀ ਛੋਟੀ ਜਿਹੀ ਦੁਕਾਨ ਹੁੰਦੀ ਸੀ, ਪਰ 25 ਸਾਲਾਂ 'ਚ ਬੰਦਾ ਬਹੁਤ ਤਰੱਕੀ ਕਰ ਸਕਦਾ।
ਚਲੋ 25 ਸਾਲ ਪਹਿਲਾਂ ਛੋਟੀ ਜੀ ਦੁਕਾਨ ਹੋਰ ਹਲਕੇ 'ਚ ਹੁੰਦੀ ਸੀ, ਫਿਰ ਦੁਕਾਨ ਵੱਡੀ ਹੋ ਗਈ, ਫਿਰ ਕਹਿੰਦੇ ਜੀ ਕੌਂਸਲਰ ਬਣ ਗਏ, ਫਿਰ ਉਹਨੇ ਦੇਖਿਆ ਕੌਂਸਲਰ ਬਣ ਗਏ, ਕੌਂਸਲਰ ਹੀ ਥੋੜੀ ਬਣੇ ਰਹਿਣਾ, ਫਿਰ ਉਹਨੇ ਦੇਖਿਆ ਉਹ ਹਲਕਾ ਖਾਲੀ ਹੈ, ਉਹ ਉੱਧਰ ਆ ਗਏ, ਮਾਈਨਿੰਗ ਦਾ ਕਾਰੋਬਾਰ ਸ਼ੁਰੂ ਕਰ ਲਿਆ, ਜਾਇਜ਼, ਮੈਂ ਨਜਾਇਜ਼ ਨਹੀਂ ਕਹਿੰਦਾ, ਮਾਈਨਿੰਗ ਕੱਲੀ ਨਜਾਇਜ਼ ਹੀ ਨਹੀਂ ਹੁੰਦੀ ਨਾ। ਫਿਰ ਕਹਿੰਦੇ ਜੀ ਕਾਰੋਬਾਰ ਸ਼ੁਰੂ ਕਰ ਲਿਆ, ਫਿਰ 2017 'ਚ ਟਿਕਟ ਲਈ ਤੇ ਫਿਰ ਐਫੀਡੇਵਿਟ ਦਿੱਤਾ, ਉਹ 'ਚ 6 ਕਰੋੜ ਦੀ ਪ੍ਰਾਪਰਟੀ ਦੱਸੀ ਕਿ ਮੇਰੇ ਕੋਲ 6 ਕਰੋੜ ਦੀ ਪ੍ਰਾਪਰਟੀ ਹੈਗੀ ਆ। 5 ਸਾਲ ਐਮਐਲਏ ਰਹੇ, ਆ ਹੁਣ ਫਿਰ ਇਲੈਕਸ਼ਨ ਲੜੀ ਤਾਂ ਕਹਿੰਦੇ ਜੀ 18 ਕਰੋੜ ਦੀ ਹੈਗੀ ਆ, ਯਾਨੀ 300% ਦੀ ਪ੍ਰਾਪਰਟੀ ਦੇ ਵਿੱਚ 5 ਸਾਲਾਂ 'ਚ ਵਾਧਾ। ਤੁਸੀਂ ਸਾਰਾ ਨਾ ਦੱਸੋ, 9 ਦੇ ਪਾਉਣ ਜੋਗੇ ਦੱਸ ਦਿਓ, 10 ਤੋਂ 12 ਸਾਡੇ ਵੀ ਹੋ ਜਾਣਗੇ। ਤੇ ਦੇਖੋ ਗੱਲ ਪਤਾ ਕੀ ਹੈ, ਇੱਕ ਕਾਰਨ ਹੁੰਦਾ ਵੀ ਉਹ ਫਲਾਨੀ ਚੀਜ਼ ਕਹਿੰਦੇ ਯਾਰ ਸੁਣਦੀ ਹੈ, ਇਹ ਜਿਹੜਾ ਪੈਸਾ ਲੀਡਰ ਸਾਹਿਬਾਨਾਂ ਕੋਲ ਆ ਜਾਂਦਾ ਨਾ, ਉਹ ਸੂਣ ਵਾਲਾ ਪੈਸਾ ਹੁੰਦਾ, ਉਹ ਫਿਰ ਗਾਂ ਪੈਸੇ ਤੋਂ ਪੈਸਾ, ਪੈਸੇ ਤੋਂ ਪੈਸਾ, ਪੈਸੇ ਤੋਂ ਪੈਸਾ ਹੁੰਦਾ। ਜਿਹੜਾ ਬਾਕੀ ਦਾ ਆਪਾਂ ਜਿਹੜਾ ਆਮ ਲੋਕਾਂ ਕੋਲੇ ਹੁੰਦੇ ਨਾ ਕਾਗਜ਼, ਉਹਨੂੰ ਭਾਵੇਂ ਰੱਖ ਛੱਡੋ, ਉਹ ਤੇ ਜੇ ਤੁਸੀਂ ਅੰਗੀਠੀ ਥੱਲੇ 10 ਦਾ ਨੋਟ ਰੱਖਤਾ, ਉਹ ਤੇ ਸਾਲ ਬਾਅਦ ਵੀ 10 ਦਾ ਨਿਕਲਣਾ, ਹੋ ਸਕਦਾ ਕਿਤੇ ਕੋਈ ਹਾਂ ਹੋ ਸਕਦਾ ਟਰਾਫੀਆਂ 4 ਆਉਂਦੀਆਂ ਮੁੜ ਕੇ 2 ਹੀ ਆਉਣ, ਮੁੜ ਕੇ 2 ਹੀ ਆਉਣ, ਜਾਂ ਕਿਸੇ ਵੇਲੇ ਬਾਅਦ ਜਾਂਦਾ ਵੀ ਉਹ ਯਾਰ ਅੰਗੀਠੀ ਥੱਲੇ ਰੱਖਿਆ ਤਾਂ ਸੀਗਾ 10 ਦਾ ਨੋਟ ਗਿਆ ਕਿੱਥੇ। ਉਹ ਕਹਿੰਦੇ ਐਵੇਂ ਕਿਤੇ ਬੀਬੀ ਇੱਥੇ ਕਿਤੇ ਝਾੜਦਿਆਂ ਪੂੰਝਦਿਆਂ ਡਿੱਗ ਪਿਆ ਹੋਣਾ, ਮੁੜ ਕੇ ਬੌਕਰ ਫੇਰਦਿਆਂ ਫੁਰਦਿਆਂ ਕਿਤੇ ਬਾਹਰ ਰਹਿ ਗਿਆ ਨਾ। ਤੈਨੂੰ ਤੇ ਕਿੰਨੀਆਂ ਨੇ ਕਿਹਾ ਨਾ ਸੰਭਾਲਿਆ ਕਰੇ ਉਹੋ ਜੀ ਥਾਂ ਤੇ। ਨਹੀਂ ਵੈਸੇ ਕਮਾਲ ਹੀ ਹੈ, ਆਮ ਲੋਕ ਰੇਤਾ ਦੇ ਵਿੱਚ ਜੋ ਮਰਜ਼ੀ ਭੁੰਨ ਕੇ ਦੇਖ ਲੈਣ, ਦਾਣਿਆਂ ਤੋਂ ਬਿਨਾਂ ਕੱਖ ਨਹੀਂ ਪੁੱਜਦਾ। ਤੁਹਾਡੇ ਨੋਟ ਪਤਾ ਨਹੀਂ ਕਿੱਦਾਂ ਪੁੱਜਦੇ ਆ। ਚਲੋ ਕੋਈ ਨਹੀਂ, ਹੁਣ ਆ ਗਈ ਹੈ ਸਰਕਾਰ, ਉਹ ਕਹਿੰਦੇ ਵੀ ਅਸੀਂ ਚੈੱਕ ਕਰ, ਉਹ ਕਹਿੰਦੇ ਛਾਣਨੀ ਨਵੀਂ ਲੈ ਲਈ ਜਿੱਦਾਂ ਉਹ ਆਪਣੇ ਭੱਠੀ ਤੇ ਨਹੀਂ, ਉਹ ਜਿੱਦਾਂ ਦਾਣੇ ਭੁੰਨਣ ਤੋਂ ਬਾਅਦ ਐ ਡੂੰਗੀ ਜੀ ਕਰਕੇ ਛਾਣਨੀ ਮਾਰਨੀ ਆ ਵੀ ਥੱਲੇ ਤੱਕ, ਥੱਲੇ ਕਰਕੇ ਜਦੋਂ ਆ ਫਿਰ ਉਹ ਜਿਹੜਾ ਰੋਲ ਕੇ ਦਾਣੇ ਆ, ਉਹ ਕਹਿੰਦੇ ਹੁਣ ਕੱਢੇ ਜਾਣਗੇ। ਅਜੇ ਆਬੂ ਹੀ ਕੱਢ ਜਾਣਾ, ਅਜੇ ਕਹਿੰਦੇ ਆਬੂ ਹੀ ਕੱਢੇ, ਅਜੇ ਤਿਆਰੀ। ਮੈਂ ਕਹਿੰਦਾ ਵੀ ਚਲੋ ਕਰ ਲੈਣ, ਚੰਗੀ ਗੱਲ ਹੈ। ਦੂਜੀ ਗੱਲ ਇਹ ਹੈ ਵਾਟ ਸਾਹਿਬ ਕਿ ਜਿਹੜਾ ਮਸਲਾ ਮੇਰੇ ਖਿਆਲ ਨਾਲ ਨਜਾਇਜ਼ ਹੀ ਸ਼ੁਰੂ ਹੋ ਗਿਆ ਨਾ। ਨਹੀਂ ਪਹਿਲਾਂ 24 ਕਰੋੜ ਦਾ ਸ਼ੁਰੂ ਕਰੋ ਮਹਾਰਾਜ, ਅਗਲੇ ਕਹਿਣਗੇ ਜੀ ਗੱਲ ਨਹੀਂ ਕੀਤੀ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਟਵੀਟ ਕੀਤਾ, ਉਹ ਹਾਂ ਉਹ ਵੀ ਗੱਲ ਜ਼ਿਕਰ ਕਰ ਲਈਏ ਜੀ। ਉਹ ਦੋਸ਼ ਲੱਗਿਆ, ਕਾਂਗਰਸ ਪਾਰਟੀ ਨੇ ਵੀ ਲਾਇਆ, ਅਕਾਲੀ ਦਲ ਨੇ ਵੀ ਲਾਇਆ ਜੀ। ਉਹ ਕਹਿੰਦੇ ਦੇਖੋ ਕਾਰਨ ਹੈ ਵੀ 1 ਮਹੀਨੇ 'ਚ 24 ਕਰੋੜ ਤੋਂ ਵੱਧ ਦੇ ਇਸ਼ਤਿਹਾਰ ਦਿੱਤੇ ਨੇ ਸਰਕਾਰ ਨੇ। ਨਹੀਂ ਦੇਖੋ ਦੋਸ਼ ਵੱਡਾ, 24 ਕਰੋੜ ਰੁਪਈਆ, ਇਹਦਾ ਮਤਲਬ ਹੈ ਕਿ ਰੋਜ਼ ਦਾ 70-80 ਲੱਖ ਰੁਪਈਆ ਹੋ ਗਿਆ। 30 ਦਿਨਾਂ ਦਾ ਮਹੀਨਾ, ਅਪ੍ਰੈਲ ਮਹੀਨੇ ਦੇ ਵਿੱਚ ਉਹਨਾਂ ਨੇ ਕਿਹਾ, ਆਰਟੀਆਈ ਦਾ ਹਵਾਲਾ ਦਿੱਤਾ, ਰਾਈਟ ਟੂ ਇਨਫੋਰਮੇਸ਼ਨ ਐਕਟ, ਕਿ ਅਸੀਂ ਸਰਕਾਰੀ ਤੌਰ ਦੇ ਉੱਤੇ ਹਿਸਾਬ ਲਿਆ ਤੇ ਐਸੇ ਸਾਲ ਦੇ ਅਪ੍ਰੈਲ ਮਹੀਨੇ ਕਹਿੰਦੇ ਜੀ 24 ਕਰੋੜ ਦੇ ਸਰਕਾਰੀ ਫੰਡ ਦੇ ਵਿੱਚੋਂ ਇਸ਼ਤਿਹਾਰ ਦਿੱਤੇ। ਭਾਜਪਾ ਵੱਲੋਂ ਮਨਜਿੰਦਰ ਸਿੰਘ ਸਿਰਸਾ ਸਾਹਿਬ ਬੋਲੇ, ਰਾਜਾ ਵੜਿੰਗ ਸਾਹਿਬ ਬੋਲੇ ਕਾਂਗਰਸ ਪਾਰਟੀ ਵੱਲੋਂ, ਤੇ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਤਾਂ ਕਾਂਗਰਸ ਪਾਰਟੀ ਵੱਲੋਂ ਮੁੱਦਾ ਚੁੱਕਿਆ। ਹੁਣ ਉੱਥੇ ਮਨਜਿੰਦਰ ਸਿੰਘ ਸਿਰਸਾ ਹੋਰੀ ਕਹਿੰਦੇ ਜੀ 9000 ਕਰੋੜ ਦਾ ਕਰਜ਼ਾ ਚੱਕ ਲਿਆ, 24 ਕਰੋੜ ਰੁਪਈਆ ਇਸ਼ਤਿਹਾਰਬਾਜ਼ੀ ਦੇ ਉੱਤੇ ਪਾਣੀ 'ਚ ਬਹਾਤਾ। ਸੁਖਪਾਲ ਸਿੰਘ ਖਹਿਰਾ ਹੋਰੀ ਕਹਿੰਦੇ ਜੀ 8 ਕਰੋੜ ਰੁਪਈਆ ਸਾਰਾ ਵਿਧਾਇਕਾਂ ਦੀ ਪੈਨਸ਼ਨ ਜਿਹੜੀ ਘੱਟ ਕੀਤੀ ਉਹ 'ਚੋਂ ਬਚਣਾ ਸਾਲ ਦਾ, ਮਹੀਨੇ ਦੇ 24 ਕਰੋੜ ਦੇ ਇਸ਼ਤਿਹਾਰ ਦੇ ਦਿਓ, ਤੁਹਾਨੂੰ ਸਿਆਣਾ ਕੌਣ ਆਖੂ, ਫੇਰ ਕਹਿਣਾ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ। ਜਾਣੀ ਜਿਸ ਤਰੀਕੇ ਦੇ ਨਾਲ ਕੈਲਕੂਲੇਟ ਕਰ ਕਰਕੇ ਉਹ ਦੱਸਦੇ ਆ ਕਿ ਪਾਈਆ ਖਜ਼ਾਨਾ ਖਾਲੀ ਹੈ। ਦੇਖੋ ਅਸੀਂ ਤਾਂ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ, ਵੱਖ-ਵੱਖ ਸੂਬਿਆਂ ਦੀਆਂ ਜਿਹੜੀਆਂ ਸਰਕਾਰਾਂ ਨੇ, ਜਦੋਂ ਬਹੁਤ ਪੈਸਾ ਇਸ਼ਤਿਹਾਰਬਾਜ਼ੀ ਖਰਚੀਆਂ, ਆਪਾਂ ਉਦੋਂ ਦੇ ਕਹਿੰਦੇ ਕਿ ਪਾਈਏ ਗਲਤ ਹੈ। ਜੇ ਪੰਜਾਬ ਦੀ ਸਰਕਾਰ ਦਾ ਪੈਸਾ ਦੂਸਰੀਆਂ ਭਾਸ਼ਾਵਾਂ, ਦੂਸਰੇ ਪ੍ਰਾਂਤਾਂ ਦੇ ਵਿੱਚ ਛਪਦੀਆਂ ਅਖਬਾਰਾਂ ਦੇ ਉੱਤੇ ਉਹਦੀ ਇਸ਼ਤਿਹਾਰਬਾਜ਼ੀ ਲਈ ਖਰਚਾ ਕੀਤਾ ਜਾਊਗਾ ਤੇ ਬਿਲਕੁਲ ਹੀ ਗਲਤ। ਕੋਈ ਬੰਦਾ ਨੂੰ ਠੀਕ ਥੋੜੀ ਆਖੂਗਾ, ਉਹ ਗਲਤ ਹੈ, ਇਹਦਾ ਮਤਲਬ ਗਲਤ ਹੈ। ਪਰ ਦੂਸਰੇ ਪਾਸੇ ਹੁਣ ਇਹ ਸਾਰੇ ਕਹਿੰਦੇ ਜੀ ਖਜ਼ਾਨਾ ਖਾਲੀ ਹੋ ਜਾਣਾ, ਤਨਖਾਹਾਂ ਕਿੱਥੋਂ ਦੇਣੀਆਂ, ਬੰਦੇ ਪੱਕੇ ਕਿੱਥੋਂ ਕਰਨੇ ਆ। ਜਦੋਂ ਇਹ ਰੌਲਾ ਪੈ ਰਿਹਾ ਸੀ, ਉਧਰ ਭਗਵੰਤ ਮਾਨ ਸਾਹਿਬ ਸੰਗਰੂਰ ਦੇ ਵਿੱਚ ਸੰਬੋਧਨ ਕਰਦੇ ਸੀ, ਉਹ ਕਹਿੰਦੇ ਜੀ ਇਹ ਬਾਰ-ਬਾਰ ਸਵਾਲ ਕਰਦੇ ਸੀ ਕਿ ਤੁਸੀਂ ਆਹ ਗਰੰਟੀ ਦੇਤੀ, ਆਹ ਗਰੰਟੀ ਦੇਤੀ, ਆਹ ਵੀ ਵਾਅਦਾ ਕਰ ਦਿੱਤਾ, ਪੈਸੇ ਦੇਣੇ ਕਿੱਥੋਂ ਆ। ਉਹ ਕਹਿੰਦੇ ਇਹਨਾਂ ਨੂੰ ਅਸੀਂ ਪਤਾ ਕਿ ਇਹਨਾਂ ਦੇ ਘਰੋਂ ਹੀ ਦੇਣੇ ਆ। ਇਹਨਾਂ ਨੇ ਕਹਿੰਦੇ ਜੀ 2 ਨੰਬਰ ਦੇ ਖਾਦੇ ਆ, ਅਸੀਂ ਇਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰਕੇ ਖਜ਼ਾਨਾ ਭਰਨਾ, ਮੁੜ ਕੇ ਮੂੰਹ ਤੁਹਾਡੇ ਵੱਲ ਨੂੰ ਖੋਲ ਦੇਣਾ। ਨਹੀਂ ਇਹ ਤੇ ਗੱਲ ਹੈਗੀ। ਦੇਖੋ ਕਾਰਨ ਆ ਵੀ ਇਹ ਮੇਰੇ ਖਿਆਲ ਨਾਲ ਜੇ ਇਹ ਵਿਸ਼ਾ ਹੈ, ਕਿਉਂਕਿ ਵਿਰੋਧੀ ਧਿਰ ਦਾ ਮਾਮਲਾ ਹੈ, ਅਗਲਿਆਂ ਦਾ ਕੰਮ ਆ ਵੀ ਉੱਥੋਂ ਸਟੀਕ ਜਾਣਕਾਰੀ ਕੱਢਣੀ ਰਾਈਟ ਟੂ ਇਨਫੋਰਮੇਸ਼ਨ ਦੇ ਤਹਿਤ, ਤੇ ਉਦੋਂ ਬਾਅਦ ਉਹਦੇ 'ਤੇ ਗੱਲ ਕਰਨੀ, ਕੁਐਸਚਨ ਪੁੱਛਣਾ ਵੀ ਆਹ ਚੀਜ਼ ਗਲਤ ਆ। ਮੇਰਾ ਖਿਆਲ ਇਹ ਅਪ੍ਰੈਲ ਮਹੀਨੇ ਦੀ ਗੱਲ ਹੁਣ ਜਾ ਕੇ ਆਰਟੀਆਈ 'ਚ ਆਈ, ਤੇ ਜੇ ਕੋਈ ਆਪਣੀ ਗੱਲਬਾਤ ਕਰ ਲਿਆ, ਆਪਾਂ ਤਾਂ ਉਦੋਂ ਵੀ ਜ਼ਿਕਰ ਕਰਦੇ ਸੀ ਵੀ ਮਹਾਰਾਜ ਇਹ ਨਹੀਂ ਹੋਣਾ ਚਾਹੀਦਾ। ਕਿਉਂਕਿ ਜੇ ਮੰਨ ਲਓ ਰੁਪਈਆ ਵੀ ਆਪਣੀ ਜੇਬ 'ਚ, ਉਸ ਰੁਪਈਏ ਨੂੰ ਜੇ ਆਪਾਂ ਜਵਾਕ ਘਰ 'ਚ ਖੇਡਦਾ ਤੇ ਉਹਨੂੰ ਦੇ ਦਈਏ ਵੀ ਤੂੰ ਪੁੱਤ ਤੂੰ ਟੌਫੀ ਲੈ ਲਈ, ਤੇ ਹੋ ਸਕਦਾ ਵੀ ਸ਼ਾਮ ਨੂੰ ਜਵਾਕ ਖੁਦ ਆ ਕੇ ਸਤਿ ਸ਼੍ਰੀ ਅਕਾਲ ਬੁਲਾਵੇ, ਹੈ ਨਾ। ਉਹਨੂੰ ਮੁੜ ਕੇ ਬਾਅਦ ਦੇ ਵਿੱਚ ਇੱਧਰ ਪਰਿਆ 'ਚ ਜਾਂ ਪਰਿਵਾਰ 'ਚ ਬਹਿ ਕੇ ਕਹਿਣ ਦੀ ਲੋੜ ਨਹੀਂ ਵੀ ਮੈਂ ਪਤਾ ਕਿੰਨਾ ਪਿਆਰ ਕਰਦਾ ਇਹਨੂੰ, ਤੇ ਜਵਾਕ ਉਹ ਤਾਂ ਡੁੰਨ-ਵੱਟਾ ਜਿਹਾ ਬਣਿਆ ਹੋਇਆ ਆਖੀ ਜਾਂਦਾ ਰੁਪਈਆ ਤਾਂ ਕਦੀ ਕੋਈ ਦਿੱਤਾ ਨਹੀਂ, ਹੈ ਨਾ। ਮੈਨੂੰ ਲੱਗਦਾ ਹੁੰਦਾ ਵੀ ਕੁਛ ਵੀ ਹੋਵੇ, ਜੇ ਉਹ ਪੰਜਾਬ ਦੇ ਲੋਕਾਂ 'ਤੇ ਖਰਚ ਹੋ ਗਿਆ, ਪੰਜਾਬ ਦੇ ਲੋਕਾਂ ਨੇ ਖੁਦ ਪ੍ਰਚਾਰ ਕਰਨਾ ਬਾਹਰ ਜਾ ਕੇ, ਉੱਥੇ ਹੁਣ ਆਪਾਂ ਜੇ ਗੱਲ ਕਰ ਲਈਏ ਵੀ ਪੰਜਾਬੋਂ ਬਾਹਰ ਕਿੰਨੇ ਲੋਕ ਬੈਠੇ,
ਇੱਥੋਂ ਕਿਸੇ ਨੇ ਫੋਨ ਕੀਤਾ ਵੀ ਹਾਂ ਕੀ ਹਾਲ ਹੈ, ਤੇ ਅਗਲਾ ਉਸ ਵੇਲੇ ਹੁੱਬ ਗਿਆ ਖੂਨ, ਉਹ ਬਈ ਬੜੇ ਨਜ਼ਾਰੇ ਵੀ ਫਲਾਨਾ ਕੰਮ ਹੀ ਹੋ ਗਿਆ ਢਿੰਗੜਾ। ਮੈਨੂੰ ਲੱਗਦਾ ਵੀ ਉਹ ਜ਼ਿਆਦਾ ਵਧੀਆ ਪ੍ਰਚਾਰ ਆ। ਸੋ ਚਲੋ ਅਗਲਿਆਂ ਨੇ ਜੋ ਉਦੋਂ ਕਰ ਲਿਆ, ਹੁਣ ਗਾਂਹ ਵਾਲੇ ਮਹੀਨਿਆਂ 'ਚ ਕੀਤਾ ਕਿ ਨਹੀਂ ਕੀਤਾ, ਜਦੋਂ ਉਹ ਡਿਟੇਲ ਸਾਹਮਣੇ ਆ ਜਾਊ ਆਪਾਂ ਉਹ 'ਤੇ ਵੀ ਗੱਲ ਕਰ ਲਵਾਂਗੇ। ਹੋ ਸਕਦਾ ਵੀ ਉਹਨੂੰ ਚੇਂਜ ਕਰ ਲਿਆ ਹੋਵੇ ਵੀ ਯਾਰ ਸ਼ੁਰੂ 'ਚ ਪ੍ਰਚਾਰ ਦੀ ਲੋੜ ਸੀ, ਹੁਣ ਨਹੀਂ ਲੋੜ। ਸੋ ਮੈਨੂੰ ਲੱਗਦਾ ਵੀ ਜ਼ਮੀਨੀ ਪੱਧਰ 'ਤੇ ਰੁਪਈਆ ਖਰਚਿਆ ਜਾਣਾ ਚਾਹੀਦਾ ਤਾਂ ਜੋ ਮੂੰਹ ਪ੍ਰਚਾਰ ਹੋਵੇ, ਨਾ ਕਿ ਅਖਬਾਰੀ ਪ੍ਰਚਾਰ ਹੋਵੇ। ਨਹੀਂ ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ, ਉਹ ਪਤਾ ਲੱਗਣਾ ਚਾਹੀਦਾ। ਬਾਕੀ ਅਫਗਾਨਿਸਤਾਨ ਦੇ ਕਾਬੁਲ ਦੇ ਵਿੱਚ ਗੁਰੂ ਘਰ ਦੇ ਉੱਤੇ ਹਮਲਾ ਹੋਇਆ। ਦੇਖੋ ਜਦੋਂ ਪੱਛਮੀ ਦੇਸ਼ਾਂ ਦੀਆਂ ਫੌਜਾਂ ਛੱਡ ਕੇ ਗਈਆਂ ਸੀ, ਜਾਂ ਨਾਟੋ ਦੀਆਂ ਫੌਜਾਂ ਆਪਾਂ ਕਹਿ ਲਈਏ, ਉਹਦੇ ਤੋਂ ਬਾਅਦ ਇੱਕ ਬਹੁਤ ਵੱਡਾ ਤੌਖਲਾ ਸੀ ਕਿ ਭਾਈ ਤੁਸੀਂ ਅੱਧ ਵਿਚਾਲੇ ਛੱਡ ਤਾਂ ਚੱਲੇ ਹੋ। ਲੋਕ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੀਆਂ ਕੰਧਾਂ ਨਾਲ ਲੱਗੇ ਹੋਏ ਸੀ ਕਿ ਭਾਈ ਸਾਨੂੰ ਵੀ ਕੱਢ ਲਓ, ਅਸੀਂ ਤੁਹਾਡੀ ਮਦਦ ਕਰਦੇ ਰਹੇ ਹਾਂ ਕਿ ਜੇ ਇੱਥੇ ਦੁਬਾਰਾ ਤਾਲਿਬਾਨ ਦਾ ਕਬਜ਼ਾ ਹੋ ਗਿਆ ਤੇ ਕੰਮ ਔਖਾ ਹੋ ਜਾਊਗਾ, ਇਹ ਦੇਸ਼ ਅਫਰਾ ਤਫਰੀ ਵਾਲੇ ਮਾਹੌਲ ਦੇ ਵਿੱਚ ਫਸ ਜਾਊਗਾ। ਪਰ ਚਲੋ ਅਗਲਿਆਂ ਨੇ ਆਪਣੇ ਫੌਜੀ ਜਵਾਨ ਕੱਢੇ, ਉਹਨਾਂ ਨੂੰ ਵੀ ਪਿੱਛੇ ਟੱਬਰ ਉਡੀਕਦੇ ਸੀ। ਉਹਦੇ ਤੋਂ ਬਾਅਦ ਫਿਰ ਚਰਚਾ ਚੱਲਦੀ ਸੀ ਕਿ ਭਾਈ ਆ ਕਾਬੁਲ ਦਾ ਜਿਹੜਾ ਬੜਾ ਇਤਿਹਾਸਿਕ ਗੁਰੂ ਘਰ ਹੈ, ਗਿਣਤੀ ਦੇ ਸਿੱਖ ਰਹਿ ਗਏ ਅਫਗਾਨਿਸਤਾਨ ਦੇ ਵਿੱਚ, ਬਹੁਤੇ ਤਾਂ ਦੇਸ਼ ਛੱਡ ਗਏ, ਬਾਰ-ਬਾਰ ਹਮਲੇ ਵੀ ਹੁੰਦੇ ਰਹੇ। ਫਿਰ ਕਦੇ ਉੱਥੇ ਗੋਲੀਆਂ ਚੱਲ, ਕਦੇ ਬਲਾਸਟ ਹੋ, ਨੁਕਸਾਨ ਹੋਇਆ ਕਾਫੀ। ਪਰ ਆ ਜਿਹੜਾ ਹੁਣ ਕੰਮ ਹੋਇਆ, ਦੇਖੋ ਦੁਨੀਆ ਭਰ ਦੇ ਵਿੱਚ ਧਾਰਮਿਕ ਕੱਟੜਤਾ ਜਿਹੜੀ ਉਹ ਸਿਖਰ ਤੇ ਹੈ। ਹੁਣ ਹਰ ਇੱਕ ਦੇ ਧਰਮ ਦਾ ਭਾਈ ਸਤਿਕਾਰ ਕਰੋ, ਜਿਹੜਾ ਵੀ ਬੰਦਾ ਜਿਹੜੇ ਵੀ ਧਰਮ ਨੂੰ ਮੰਨਦਾ ਉਹਨੂੰ ਮੰਨਣ ਦਿਓ, ਆਪਦੇ ਧਰਮ ਦੇ ਵਿੱਚ ਪਰਪੱਕ ਰਹੋ। ਪਰ ਆ ਜਿਹੜੀ ਕੱਟੜਤਾ ਚੱਲੀ ਜਾਂਦੀ ਹੈ, ਨੁਕਸਾਨ ਕਰਦੀ ਹੈ ਕਿਸੇ ਵੀ ਧਰਮ 'ਚ ਭਾਵੇਂ ਹੋਵੇ। ਹੁਣ ਹਮਲਾ ਕੀਤਾ ਗਿਆ ਕਾਬੁਲ ਦੇ ਗੁਰੂ ਘਰ ਦੇ ਉੱਤੇ, ਕੁਝ ਮੌਤਾਂ ਵੀ ਹੋਈਆਂ, ਕੁਝ ਬੰਦੇ ਜ਼ਖਮੀ ਵੀ ਹੋਏ, ਗੁਰੂ ਘਰ ਬੁਰੀ ਤਰ੍ਹਾਂ ਤਬਾਹ ਹੋਇਆ, ਅੰਦਰ ਅੱਗ ਵੀ ਲੱਗੀ। ਕੁਝ ਬੰਦੇ ਪਹਿਲਾਂ ਸਟਾਰਟਿੰਗ ਦੇ ਵਿੱਚ ਜਦੋਂ ਹਮਲਾ ਕੀਤਾ ਉਦੋਂ ਫਸ ਗਿਆ ਸੀ ਅੰਦਰਲੇ ਪਾਸੇ, ਮਸਾਂ ਕੱਢੇ। ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹ ਬੰਦੇ ਬਹੁਤ ਖਤਰਾ ਸਿੜ ਕੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਜਿਹੜੇ ਨੇ ਉਹ ਫਿਰ ਗੁਰੂ ਘਰ ਦੇ ਵਿੱਚੋਂ ਬਾਹਰ ਵੀ ਲੈ ਕੇ ਆਏ, ਪੂਰਨ ਮਰਿਆਦਾ ਦੇ ਨਾਲ ਲੈ ਕੇ ਆਏ। ਹੁਣ ਭਾਵੇਂ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੇ, ਭਾਵੇਂ ਅਕਾਲੀ ਦਲ ਦੀ ਲੀਡਰਸ਼ਿਪ ਹੈ, ਭਾਵੇਂ ਦਿੱਲੀ ਕਮੇਟੀ ਵਾਲੇ ਆ, ਕਿਸੇ ਵੀ ਧਿਰ ਦੇ ਬੰਦੇ ਨੇ, ਸਾਰਿਆਂ ਨੇ ਹਮਲੇ ਦੀ ਨਿਖੇਧੀ ਕੀਤੀ ਹੈ। ਵਿੱਚ ਵਿਚਾਲੇ ਵੀ ਮੰਗ ਆ ਰਹੀ ਹੈ ਕਿ ਅਫਗਾਨਿਸਤਾਨ ਤੋਂ ਸਿੱਖਾਂ ਨੂੰ ਸੁਰੱਖਿਅਤ ਭਾਰਤ ਜਾਂ ਕਿਸੇ ਹੋਰ ਦੇਸ਼ ਬਾਹਰ ਕੱਢਿਆ ਜਾਵੇ। ਪਰ ਕੁੱਲ ਮਿਲਾ ਕੇ ਸੰਧਾਲੀਆ ਸਾਹਿਬ, ਇਕੱਲਾ ਇੱਕ ਗੁਰੂ ਘਰ ਦੇ ਉੱਤੇ ਹਮਲਾ ਨਾ ਮੰਨੀਏ। ਇਹ ਜਿਹੜੀ ਧਾਰਮਿਕ ਕੱਟੜਤਾ ਤੇ ਉਹਦੇ ਕਰਕੇ ਜਿੱਥੇ ਵੀ ਕਿਤੇ ਕੋਈ ਬੰਦਾ ਘੱਟ ਗਿਣਤੀ ਦੇ ਵਿੱਚ ਬੈਠਾ ਹੈ, ਉਹ ਕਿੰਨਾ ਅਸੁਰੱਖਿਅਤ ਹੋ ਗਿਆ, ਉਹਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ। ਜੀ ਬਿਲਕੁਲ ਕਰਦਾ। ਦੇਖੋ ਇੱਕ ਚੀਜ਼ ਤਾਂ ਹੈਗੀ ਆ ਵੀ ਇਹੋ ਜਿਹੀਆਂ ਘਟਨਾਵਾਂ ਅਫਗਾਨਿਸਤਾਨ 'ਚ ਅੱਗੇ ਵੀ ਆਪਾਂ ਸੁਣੀਆਂ, ਤੇ ਜੇ ਮੈਂ ਗਲਤ ਨਹੀਂ ਤੇ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲਾਂ ਵੀ ਘਟਨਾਵਾਂ ਵਾਪਰੀਆਂ। ਹੁਣ ਗੱਲ ਹੈ ਵੀ ਉਦੋਂ ਜਦੋਂ ਘਟਨਾਵਾਂ ਵਾਪਰੀਆਂ ਸੀ ਉਦੋਂ ਸੱਤਾ ਉੱਥੇ ਹੋਰ ਸੀ। ਆਹ ਜਿਹੜੀ ਘਟਨਾ ਹੁਣ ਵਾਪਰੀ ਆ, ਹੁਣ ਸੱਤਾ ਦੀ ਤਬਦੀਲੀ ਆ ਉੱਥੇ ਜੀ। ਹੁਣ ਜੇ ਸੱਤਾ ਦੀ ਤਬਦੀਲੀ ਹੋਣ ਦੇ ਬਾਅਦ ਵੀ, ਪਹਿਲਾਂ ਤਾਂ ਇਹ ਸੀ ਨਾ ਚੱਕਰ ਵੀ ਹਾਂਜੀ ਇਹ ਜੀ ਦੇਸ਼ ਹੈ, ਇਹਦੇ ਤੇ ਇੱਕ ਪਾਰਟੀਕੂਲਰ ਧਿਰ ਹੈ ਜੀ, ਉਹ ਧਿਰ ਰਾਜ ਕਰਨਾ ਚਾਹੁੰਦੀ ਹੈ ਜੀ, ਆ ਬਾਹਰਲੇ ਇੱਥੋਂ ਨਿਕਲ ਜਾਣ ਜੀ। ਬਾਹਰਲੇ ਨਿਕਲ ਗਏ, ਬਾਹਰਲੇ ਚਲੇ ਗਏ, ਜਿਸ ਧਿਰ ਨੇ ਰਾਜ ਕਰਨਾ ਸੀ ਉਹ ਧਿਰ ਰਾਜ ਕਰਨ ਲੱਗ ਪਈ। ਉਹਦੇ ਬਾਵਜੂਦ ਵੀ ਜਦੋਂ ਇਹ ਸਾਰਾ ਕੁਝ ਵਾਪਰਦਾ ਤੇ ਫਿਰ ਕਿਤੇ ਨਾ ਕਿਤੇ ਬੰਦੇ ਦੇ ਦਿਮਾਗ 'ਚੋਂ ਗੱਲ ਤੇ ਆਉਂਦੀ ਹੈ ਨਾ ਵੀ ਯਾਰ ਅਸਲ ਘੁੰਡੀ ਕਿੱਥੇ ਹੈ ਜੀ, ਵੀ ਕਾਰਨ ਕੀ ਆ। ਵੀ ਪਹਿਲਾਂ ਤੇ ਸਮਝ ਆਉਂਦੀ ਸੀ ਵੀ ਯਾਰ ਇਸ ਧਿਰ ਦਾ ਕਰਕੇ ਆਹ ਗੱਲ ਹੈ, ਤਾਂ ਹੋ ਸਕਦਾ ਇਹਨੇ ਕੀ ਕੀਤਾ ਕਰਾਇਆ ਹੋਵੇ। ਪਰ ਜੇ ਹੁਣ ਉਹ ਵੀ ਚਲੇ ਗਏ, ਅਗਲੇ ਕਹਿੰਦੇ ਤੁਹਾਡਾ ਦੇਸ਼ ਆ, ਜਿਹੜੇ ਚਾਹੁੰਦੇ ਸੀ ਸਾਡਾ ਦੇਸ਼ ਆ ਉਹਨਾਂ ਦਾ ਰਾਜ ਵੀ ਹੋ ਗਿਆ। ਉਹਦੇ ਬਾਵਜੂਦ ਵੀ ਉਹ ਕਹਿੰਦੇ ਗੱਡੀ ਭਰ ਕੇ ਕੋਈ ਬਰੂਦ ਦੀ ਲੈ ਕੇ ਆਏ ਸੀ। ਹਾਲਾਂਕਿ ਚਲੋ ਉਹਨਾਂ ਨੇ ਆਪਣੇ ਤੌਰ 'ਤੇ ਉਹ ਸਾਰਾ ਕੁਝ ਕਰ ਲਿਆ, ਵੀ ਗੱਡੀ ਪਹਿਲਾਂ ਬਲਾਸਟ ਕਰ ਲਈ, ਜੋ ਕੁਝ ਵੀ ਸੀਗਾ। ਉਹ ਕਹਿੰਦੇ ਵੀ ਜੇ ਗੱਡੀ ਵੀ ਉੱਥੇ ਚਲੇ ਜਾਂਦੀ ਫਿਰ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋਣਾ ਸੀ। ਜੋ ਵੀ ਹੋਇਆ ਮਾੜਾ ਹੋਇਆ, ਭਾਵੇਂ ਉੱਥੇ ਉਹ ਕਹਿੰਦੇ ਵੀ ਬਹੁਤ ਘੱਟ 1-2 ਮੌਤਾਂ ਦੀ ਗੱਲ ਕਰਦੇ ਨੇ, ਵੱਧ ਹੋ ਸਕਦੀਆਂ ਸੀ। ਆਪਾਂ ਨੇ ਵੀ ਉਹ ਵੀ ਕਾਹਨੂੰ ਵਾਪਰਨਾ ਸੀਗਾ। ਨਹੀਂ ਬਹੁਤ ਮਾੜਾ ਜੀ। ਮੈਨੂੰ ਲੱਗਦਾ ਕਿ ਦੁਨੀਆ ਭਰ ਦੇ ਵਿੱਚ ਕੋਈ ਵੀ ਬੰਦਾ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ, ਨਿਖੇਧੀ ਹੋਣੀ ਚਾਹੀਦੀ ਹੈ। ਭਲਕ ਨੂੰ ਪਤਾ ਨਹੀਂ ਕਿਹਦਾ ਨੰਬਰ ਆ ਜਾਣਾ। ਬਾਕੀ ਸੰਧਾਲੀਆ ਸਾਹਿਬ, ਜਿਹੜੀਆਂ ਵੀ ਸਰਕਾਰਾਂ ਨੇ ਜਾਂ ਆਮ ਲੋਕ ਨੇ, ਉਹ ਇੱਕ ਗੱਲ ਦਾ ਧਿਆਨ ਰੱਖਣ, ਸ਼੍ਰੀਲੰਕਾ ਭਾਰਤ ਤੋਂ ਵੀ ਦੂਰ ਨਹੀਂ, ਪਾਕਿਸਤਾਨ ਤੋਂ ਵੀ ਦੂਰ ਨਹੀਂ, ਤੇ ਪਾਕਿਸਤਾਨ ਦੇ ਨਾਲ ਹੀ ਅਫਗਾਨਿਸਤਾਨ ਲੱਗਦਾ। ਇਹ ਸਾਰੇ ਬੰਦੇ ਧਿਆਨ ਰੱਖਣ ਕਿ ਸ਼੍ਰੀਲੰਕਾ ਦੀ ਸਰਕਾਰ ਨੂੰ, ਕਿਉਂਕਿ ਅਨਾਜ, ਦਵਾਈਆਂ, ਮੁੱਢਲੀਆਂ ਸਹੂਲਤਾਂ, ਮਨੁੱਖ ਦੇ ਤੌਰ ਦੇ ਉੱਤੇ ਜੀਣ ਦਾ ਜਿਹੜਾ ਇੱਕ ਮੁੱਢਲਾ ਢਾਂਚਾ ਚਾਹੀਦਾ, ਉਹ ਸਭ ਤੋਂ ਵੱਧ ਜ਼ਰੂਰੀ ਹੈ। ਇੱਕ ਹਫ਼ਤੇ ਦੇ ਲਈ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੇ ਸਾਰੇ ਸਕੂਲ ਬੰਦ ਕਰ ਦੇਣੇ ਆ, ਦਫ਼ਤਰ ਬੰਦ ਕਰ ਦੇਣੇ ਆ, ਘਰੋਂ ਪੜ੍ਹਾਈ, ਘਰੋਂ ਕੰਮ। ਕਾਹਦੇ ਲਈ? ਬਿਜਲੀ ਹੈ ਨਹੀਂ ਕਹਿੰਦੇ, ਤੇਲ ਹੈ ਨਹੀਂ, ਮੁੱਢਲਾ ਢਾਂਚਾ ਖਤਮ ਹੋਣ ਦੇ ਕਿਨਾਰੇ ਦੇ ਉੱਤੇ ਪਹੁੰਚ ਗਿਆ। ਦੇਖੋ, ਜਦੋਂ ਇੱਕ ਸਰਕਾਰ ਖੁਦ ਦੇਸ਼ ਦੀ ਰਾਜਧਾਨੀ ਦੇ ਵਿੱਚ ਕਹੇ ਕਿ ਸਾਡੇ ਹੱਥ ਖੜੇ ਆ, ਬਿਜਲੀ ਹੈ ਨਹੀਂ ਕਿ ਇਸ ਕਰਕੇ ਨਿਆਣਿਆਂ ਨੂੰ ਘਰੇ ਰੱਖੋ, ਆਨਲਾਈਨ ਪੜ੍ਹੋ। ਜੇ ਬਿਜਲੀ ਘਰਾਂ 'ਚ ਹੋਊਗੀ ਆਨਲਾਈਨ ਪੜ੍ਹੋ, ਚਲੋ ਤੁਸੀਂ ਕਹਿਤਾ ਠੀਕ ਹੈ ਭਾਈ। ਇਹਦੇ ਤੋਂ ਇਲਾਵਾ ਫੌਜ ਜਿਹੜੀ ਸ਼੍ਰੀਲੰਕਾ ਦੀ, ਉਹਨੂੰ ਹੁਕਮ ਦਿੱਤਾ ਗਿਆ ਕਿ ਸ਼੍ਰੀਲੰਕਾ ਦੇ ਵਿੱਚ ਜਿੰਨੀ ਬੰਜਰ ਜ਼ਮੀਨ ਹੈ ਉੱਥੇ ਖੇਤੀ ਕਰੋ, ਕਿਉਂਕਿ ਆਪਣੇ ਕੋਲੇ ਅਨਾਜ ਹੈ ਨਹੀਂ। ਤੇ ਆਪਾਂ ਜੇ ਬਾਹਰੋਂ ਸਮਾਨ ਮੰਗਾਉਂਦੇ ਆ, ਤੇ ਬਾਹਰੋਂ ਸਮਾਨ ਮੰਗਵਾਉਣ ਲਈ ਫੋਰਨ ਕਰੰਸੀ ਦੇਣੀ ਪੈਂਦੀ ਹੈ, ਤੇ ਆਪਣੇ ਕੋਲੇ ਫੋਰਨ ਕਰੰਸੀ ਹੈ ਨਹੀਂ। ਰੌਲਾ ਕੀ ਹੈ ਕਿ
ਹੁਕਮਰਾਨਾਂ ਦਾ ਧਿਆਨ ਕਿੱਧਰ ਹੈ? ਦੇਸ਼ ਦੇ ਉੱਤੇ ਜਿਹੜੇ ਕਾਬਜ਼ ਹੋ ਚੁੱਕੇ ਨੇ ਜਾਂ ਕਾਬਜ਼ ਹੋਣਾ ਚਾਹੁੰਦੇ ਆ, ਜੇ ਤਾਂ ਉਹਨਾਂ ਦਾ ਧਿਆਨ 50 ਸਾਲ ਅੱਗੇ ਤੱਕ ਹੈ ਕਿ ਸਾਡੀ ਆਬਾਦੀ ਕਿੰਨੀ ਹੋ ਰਹੀ, ਇਹਨਾਂ ਨੂੰ ਕੰਮ ਕਿੰਨਾ ਚਾਹੀਦਾ, ਇਹਨਾਂ ਨੂੰ ਡਾਕਟਰ ਕਿੰਨੇ ਚਾਹੀਦੇ, ਇਹਨਾਂ ਨੂੰ ਅਨਾਜ ਕਿੰਨਾ ਚਾਹੀਦਾ, ਇਹਨਾਂ ਨੂੰ ਤੇਲ ਕਿੰਨਾ ਚਾਹੀਦਾ, ਇਹਨਾਂ ਨੂੰ ਬਿਜਲੀ ਕਿੰਨੀ ਚਾਹੀਦੀ, ਉਹਦੀ ਪ੍ਰੋਡਕਸ਼ਨ ਕਿੱਥੋਂ ਕਰਨੀ ਹੈ, ਫਿਰ ਤਾਂ ਸਾਰਾ ਕੁਝ ਠੀਕ ਚੱਲਦਾ ਹੈ। ਪਰ ਜੇ ਆਪਾਂ ਕੱਟੜਤਾ ਵਾਲੇ ਪਾਸੇ ਪੈ ਜਾਂਦੇ, ਹੋਰ ਹੀ ਪਾਸੇ ਪੈ ਜਾਂਦੇ ਕਿ ਭਾਈ ਸਾਡੇ ਘਰ ਦੇ ਵਿੱਚ 4 ਦਾਣੇ ਚਾਹੀਦੇ ਆ, ਬਾਕੀ ਚੰਨ ਢੱਠੇ ਖੂਹ 'ਚ, ਫਿਰ ਹਾਲਾਤ ਇਦਾਂ ਦੇ ਹੁੰਦੇ ਆ। ਇਹ ਗੱਲ ਹੈਗੀ ਹੈ। ਵਾਕਈ ਸ਼੍ਰੀਲੰਕਾ ਦੇ ਹਾਲਾਤ ਤੇ ਕਾਫੀ ਮਾੜੇ ਆ। ਹਾਲਾਂਕਿ ਭਾਰਤ ਸਰਕਾਰ ਵਾਲੇ ਪਾਸਿਓਂ ਮੰਤਰੀ ਸਾਹਿਬਾਨ ਨੇ ਉਹਨਾਂ ਨੇ ਵੀ ਕਿਹਾ, ਉਹ ਕਹਿੰਦੇ ਵੀ ਸਾਡਾ ਉਹਨਾਂ ਦੇ ਨਾਲ ਸੰਬੰਧ ਹੈ ਤੇ ਅਸੀਂ ਜਿੰਨੀ ਹੋ ਸਕੇ ਉਹਨਾਂ ਦੀ ਮਦਦ ਕਰਾਂਗੇ। ਮੈਂ ਨਾ ਕਰਨੀ ਵੀ ਚਾਹੀਦੀ, ਕਿਉਂਕਿ ਜੇ ਗਵਾਂਢ ਮੱਥਾ, ਜੇ ਗਵਾਂਢ ਦੇ ਵਿੱਚ ਲੋਕ ਘੁੱਗ ਵਸਣਗੇ ਤੇ ਉਹ ਜਾਣੇ ਠੰਡੀ ਹਵਾ ਦਾ ਬੋਲਾ ਉਧਰੋਂ ਵੀ ਆਊਗਾ ਕੋਈ ਨਾ ਕੋਈ, ਕਿਉਂਕਿ ਜੇ ਉਧਰ ਵੀ ਕੋਈ ਨਾ ਕੋਈ ਚਿਚੜੀ ਛਿੜੀ ਰੱਖੀ ਤੇ ਫਿਰ ਕਈ ਨੇ, ਆਪਾਂ ਪਹਿਲਾਂ ਵੀ ਕਈ ਵਾਰਾਂ ਜ਼ਿਕਰ ਕਰ ਚੁੱਕੇ ਹਾਂ ਵੀ ਜਿਨ੍ਹਾਂ ਨੇ ਅੱਗੇ ਸ਼ਹਿਰ ਦੱਬ ਲਏ, ਬੰਦਰਗਾਹਾਂ ਦੇ ਰੌਲੇ ਪਾ ਲਏ, ਤੇ ਉਹ ਤੇ ਫਿਰ ਭਾਲਣਗੇ ਨਾ ਵੀ ਵੀਰ ਮੇਰੇ ਉਹ ਵੀ ਵਿਹੜਾ ਖਾਲੀ ਕਰਕੇ ਦਿਓ ਸਾਨੂੰ, ਅਸੀਂ ਆਪਣਾ ਉੱਥੇ ਤੰਬੂ ਕੱਢੀਏ। ਸੋ ਚੰਗੀ ਗੱਲ ਹੈ ਜੇ ਸਰਕਾਰ ਵੀ ਇੱਧਰੋਂ ਕੁਛ ਨਾ ਕੁਛ ਕਰੇ। ਪਰ ਹਾਂ, ਸਭ ਤੋਂ ਵੱਡੀ ਗੱਲ ਤੇ ਆ ਵੀ ਜਿਹੜੀ ਚਾਹੇ ਕੋਈ ਛੋਟਾ ਰਾਜ ਆ, ਚਾਹੇ ਕੋਈ ਦੇਸ਼ ਆ, ਕਈ ਵਾਰ ਆਪਾਂ ਸੋਚਦੇ ਹੁੰਦੇ ਆ ਵੀ ਸ਼ਾਇਦ ਉੱਥੇ ਜੀ ਪਤਾ ਨਹੀਂ ਕੌਣ ਕੀ ਕੀ ਕਰ ਰਿਹਾ, ਪਰ ਮੈਨੂੰ ਲੱਗਦਾ ਹੁੰਦਾ ਵੀ 1-2 ਦਿਮਾਗ ਹੀ ਹੁੰਦੇ ਨੇ। ਜੇ ਤੇ ਉਹ ਸਿੱਧੇ ਚੱਲ ਗਏ ਤੇ ਉਹ ਮੁਲਕ ਤਰੱਕੀ ਕਰ ਜਾਂਦਾ, ਤੇ ਜੇ ਉਹ ਸਿੱਧੇ ਨਾ ਚੱਲਣ ਤੇ ਫਿਰ ਮੁਲਕਾਂ ਦਾ ਕੀ ਹਾਲ ਹੁੰਦਾ ਆਪਾਂ ਦੇਖ ਹੀ ਲਿਆ। ਤੁਸੀਂ ਕਈ ਵਾਰ ਮੇਰੇ ਖਿਆਲ ਸਿੰਗਾਪੁਰ ਦੀ ਉਦਾਹਰਨ ਦਿੰਦੇ ਹੁੰਦੇ ਆ, ਉਹ ਵੀ ਤੇ ਇੱਕ ਦਿਮਾਗ ਹੀ ਸੀਗਾ। ਇੱਕ ਦਿਮਾਗ ਚੰਗੇ ਬੰਨੇ ਨੂੰ ਚੱਲ ਗਿਆ ਤੇ ਅੱਜ ਕਿੱਥੇ ਪਹੁੰਚ ਗਿਆ। ਦੁਬਈ ਦੀ ਆਪਾਂ ਗੱਲ ਕਰ ਲਈ, ਉਹਨਾਂ ਦਾ ਦਿਮਾਗ ਕਿੱਧਰ ਨੂੰ ਚੱਲ ਗਿਆ ਤੇ ਉਹ ਕਿਤੇ ਹੋਰ ਪਾਸੇ ਚੱਲ ਗਏ। ਤੇ ਜੇ ਪੁੱਠੇ ਪਾਸੇ ਚੱਲ ਗਿਆ ਤਾਂ ਚਾਹੇ ਆਪਾਂ ਪਾਕਿਸਤਾਨ ਦੀ ਗੱਲ ਕਰ ਲਈਏ, ਅਫਗਾਨਿਸਤਾਨ ਦੀ ਗੱਲ ਕਰ ਲਈਏ, ਚਾਹੇ ਸ਼੍ਰੀਲੰਕਾ ਦੀ ਗੱਲ ਕਰ ਲਈਏ, ਉਹ ਆਪਣੇ ਸਾਹਮਣੇ ਜੀ ਨਹੀਂ, ਉਹ ਮੁਸ਼ਕਿਲ ਹੋ ਜਾਂਦੀ ਹੈ ਸੰਧਾਲੀਆ ਸਾਹਿਬ। ਬਾਕੀ ਭਾਰਤ ਦੇ ਵਿੱਚ ਵੀ ਥੋੜਾ ਜਿਹਾ ਰੌਲਾ ਜਿਹੜਾ ਉਹ ਅਗਨੀਪਥ ਜਿਹੜੀ ਕਿ ਫੌਜ ਦੀ ਨਵੀਂ ਸਕੀਮ ਹੈ ਉਹਦਾ ਪਿਆ। ਲਗਾਤਾਰ ਤੀਸਰਾ ਦਿਨ ਬੀਤ ਗਿਆ, ਚੌਥਾ ਦਿਨ ਅੱਜ ਸ਼ੁਰੂ ਹੋ ਗਿਆ। ਪੱਛਮੀ ਬੰਗਾਲ ਤੋਂ ਲੈ ਕੇ ਉਰਲੇ ਪਾਸੇ ਨੂੰ ਆ ਜਾਈਏ ਬਿਹਾਰ, ਉਸ ਤੋਂ ਬਾਅਦ ਉੱਤਰ ਪ੍ਰਦੇਸ਼, ਇੱਧਰਲੇ ਪਾਸੇ ਹਰਿਆਣਾ, ਨਾਲ ਲੱਗਦਾ ਰਾਜਸਥਾਨ, ਹੁਣ ਪੂਰਾ ਕੰਮ ਪੰਜਾਬ, ਹਿਮਾਚਲ, ਉੱਤਰਾਖੰਡ, ਉਧਰਲੇ ਪਾਸੇ ਤੇਲੰਗਾਨਾ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਦੇ ਵਿੱਚ ਵੀ ਸ਼ੁਰੂ ਹੋ ਗਿਆ। ਬਹੁਤ ਸਾਰੇ ਨੌਜਵਾਨ ਵਿਰੋਧ ਕਰ ਰਹੇ ਕਿ ਅਸੀਂ 4 ਸਾਲ ਦੇ ਲਈ ਫੌਜ ਦੇ ਵਿੱਚ ਭਰਤੀ ਨਹੀਂ ਹੋਣਾ, ਸਾਨੂੰ ਪੱਕੀ ਭਰਤੀ ਦਾ ਮੌਕਾ ਜਿੱਦਾਂ ਪਹਿਲਾਂ ਦਿੱਤਾ ਜਾਂਦਾ ਸੀ ਉੱਦਾਂ ਦਿਓ। ਕਿੱਥੇ ਰੇਲਾਂ ਸਾੜੀਆਂ, ਕਿੱਥੇ ਕੀ ਹੋਇਆ, ਉਹਦਾ ਜ਼ਿਕਰ ਆਪਾਂ ਬਾਅਦ 'ਚ ਕਰਦੇ ਹਾਂ। ਪਰ ਇਹਦੇ ਦੌਰਾਨ ਹੀ ਸਰਕਾਰ ਨੇ 2-3 ਫੈਸਲੇ ਕੀਤੇ। ਪਹਿਲਾਂ ਤਾਂ 2 ਸਾਲ ਦੀ ਉਮਰ ਦੇ ਵਿੱਚ ਛੋਟ ਦਿੱਤੀ ਸੀ ਸਾਲ ਦੇ ਲਈ। ਉਹਦੇ ਤੋਂ ਬਾਅਦ ਹੁਣ ਕਹਿਤਾ ਜੀ ਕਿ ਦੇਖੋ, ਗ੍ਰਹਿ ਮੰਤਰਾਲੇ ਦੇ ਵਿੱਚ ਤਾਂ ਰਿਜ਼ਰਵੇਸ਼ਨ ਸੀਗੀ ਕਿ ਜਿਹੜੇ ਅਗਨੀਪਥ ਦੇ ਤਹਿਤ ਭਰਤੀ ਹੋਣਗੇ ਅਗਨੀਵੀਰ ਬੰਦੇ 4 ਸਾਲ ਬਾਅਦ ਸੇਵਾ ਮੁਕਤ ਹੋ ਕੇ, ਉਹ ਹੁਣ ਰੱਖਿਆ ਮੰਤਰਾਲੇ ਦੇ ਵਿੱਚ ਵੀ ਬਹੁਤ ਸਾਰੀਆਂ 10% ਦੀ ਪੋਸਟਾਂ ਤੁਹਾਡੇ ਲਈ ਰਿਜ਼ਰਵ ਹੋਣਗੀਆਂ। ਹੁਣ ਜੇਪੀ ਨੱਡਾ ਸਾਹਿਬ ਭਾਜਪਾ ਦੇ ਕੌਮੀ ਪ੍ਰਧਾਨ ਨੇ, ਉਹ ਵੀ ਸਾਹਮਣੇ ਆਏ, ਕਈ ਕੇਂਦਰੀ ਮੰਤਰੀ ਆ, ਉਹ ਕਹਿੰਦੇ ਬਹੁਤ ਵਧੀਆ ਯੋਜਨਾ, ਪ੍ਰਧਾਨ ਮੰਤਰੀ ਸਾਹਿਬ ਦੇ ਉੱਤੇ ਯਕੀਨ ਰੱਖੋ, ਇਹ ਕਮਾਲ ਦੀ ਯੋਜਨਾ ਹੈ ਕਿ ਤੁਸੀਂ ਇੱਧਰਲੇ ਪਾਸੇ ਵਿਰੋਧ ਨਾ ਕਰੋ, ਤੁਸੀਂ ਕਿਸੇ ਦੇ ਪਿੱਛੇ ਨਾ ਲੱਗੋ, ਭੰਨ ਤੋੜ ਨਾ ਕਰੋ। ਮੰਤਰੀਆਂ ਨੇ ਵੀ ਕਿਹਾ, ਹੱਕ 'ਚ ਆ ਗਏ। ਉਹ 3-4 ਤਰਕ ਦਿੰਦੇ ਆ, ਆਪਾਂ ਵਿਰੋਧ ਜਿਹੜੇ ਕਰ ਰਹੇ ਉਹਨਾਂ ਦੀ ਗੱਲ ਵੀ ਕਰਾਂਗੇ। ਉਹ ਕਹਿੰਦੇ ਜੀ ਦੇਖੋ, ਜੇ ਕੋਈ ਬੰਦਾ 17.5 ਸਾਲ ਦਾ ਭਰਤੀ ਹੁੰਦਾ, 21-22 ਸਾਲ ਦੀ ਉਮਰ ਦੇ ਵਿੱਚ ਸੇਵਾ ਮੁਕਤ ਹੁੰਦਾ, ਉਹਦੇ ਕੋਲ 10-12 ਲੱਖ ਰੁਪਈਆ ਹੋਊਗਾ, ਉਹ ਆਪਣਾ ਕਾਰੋਬਾਰ ਸ਼ੁਰੂ ਕਰ ਲਊ। ਉਹ ਕੁਝ ਪੋਸਟਾਂ ਦੇ ਉੱਤੇ ਜਿੱਥੇ ਰਿਜ਼ਰਵ ਕਰਤੀਆਂ ਉੱਥੇ ਭਰਤੀ ਹੋ ਜੂ। ਉਹਦਾ ਕਹਿੰਦੇ ਜੀ ਬਹੁਤ ਸਾਰਾ ਹੋਰ ਉਹਨੂੰ ਕਰਜ਼ਾ ਲੈਣਾ, ਆਹ ਲੈਣਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਸਾਹਮਣੇ ਹੋਣਗੀਆਂ, ਉਹਨੂੰ ਸੁੱਖ ਸਹੂਲਤ ਹੋ ਜੂ। ਉਹ ਆਪਣੇ ਤੌਰ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਦੱਸਦੇ ਆ ਕਿ ਅਸੀਂ ਆਹ ਸਾਰਾ ਕੁਝ ਜਿਹੜਾ ਤੁਹਾਡੇ ਲਈ ਕਰ ਦਿੱਤਾ। ਤੇ ਕਮਾਲ ਦੀ ਸਕੀਮ ਹੈ ਕਿ ਜਿਨ੍ਹਾਂ ਲੋਕਾਂ ਦੇ ਕੋਲ ਉਹਨਾਂ ਨੇ ਕਦੇ ਲੱਖ ਰੁਪਈਆ ਵੀ ਇਕੱਠਾ ਸੋਚਿਆ ਨਹੀਂ ਹੋਣਾ ਕਾਰੋਬਾਰ ਸ਼ੁਰੂ ਕਰਨ ਲਈ, ਜੇ ਉਹਨਾਂ ਨੂੰ 12.25 ਲੱਖ ਰੁਪਈਆ ਮਿਲੂਗਾ 4 ਸਾਲੀ, ਤਾਂ ਜੋ ਮਰਜ਼ੀ ਕਰ ਲੈਣ। ਪਰ ਵਿਰੋਧ ਕਰਨ ਵਾਲੇ ਕਿਸਾਨ ਜਥੇਬੰਦੀਆਂ ਖਿਲਾਫ ਆ ਗਈਆਂ, ਖਾਪ ਪੰਚਾਇਤਾਂ ਖਿਲਾਫ ਆ ਗਈਆਂ, ਬਹੁਤ ਸਾਰੀਆਂ ਕਾਂਗਰਸ ਪਾਰਟੀ ਨੇ ਰੋਸ ਪ੍ਰਦਰਸ਼ਨ ਕਰਨੇ ਸ਼ੁਰੂ ਕੀਤੇ, ਉਹ ਖਿਲਾਫ ਆ ਗਏ। ਨੌਜਵਾਨ ਤਾਂ ਸੜਕਾਂ ਦੇ ਉੱਤੇ ਹੈਗੇ ਹੀ ਹੈ, ਪਰ ਹੁਣ ਪਰਚੇ ਵੀ ਦਰਜ ਹੋਣ ਲੱਗ ਪਏ, ਗ੍ਰਿਫਤਾਰੀਆਂ ਵੀ ਹੋਣ ਲੱਗ ਪਈਆਂ। ਨਹੀਂ, ਵਿਰੋਧ ਪ੍ਰਦਰਸ਼ਨ ਤੇ ਦੇਖੋ ਵੱਧ ਗਿਆ। ਹੁਣ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਤੱਕ ਵੀ ਅੱਗ ਆ ਗਈ, ਲੁਧਿਆਣੇ 'ਚ ਵੀ ਦੇਖੋ ਕਿੰਨੀ ਸਾੜ ਫੂਕ ਹੋਈ। ਹਾਲਾਂਕਿ ਪੁਲਿਸ ਵੱਲੋਂ ਵੀ ਆਪਣੇ ਤੌਰ ਤੇ ਸਖਤੀ ਕੀਤੀ ਜਾ ਰਹੀ। ਹੁਣ ਤਾਂ ਇਹ ਕਿਹਾ ਜਾਣ ਲੱਗ ਪਿਆ ਵੀ ਜੰਮੂ ਕਸ਼ਮੀਰ ਤੋਂ ਲੈ ਕੇ ਕੇਰਲਾ ਤੱਕ ਹੀ ਇਹਦਾ ਰੌਲਾ ਰੱਪਾ ਹੈਗਾ ਜੀ। ਪਰ ਚਲੋ ਰੌਲਾ ਰੱਪਾ ਆਪਣੀ ਥਾਂ ਤੇ ਆ। ਮੈਨੂੰ ਲੱਗਦਾ ਵੀ ਚੰਗੀ ਗੱਲ ਥੋੜ੍ਹੀ ਜਿਹੀ ਇਹਦੇ 'ਚ ਇਹ ਹੈ ਕਿ ਪਹਿਲਾਂ ਜਦੋਂ ਇਹੋ ਜਿਹੀ ਕੋਈ ਘਟਨਾ ਵਾਪਰਦੀ ਸੀ ਨਾ, ਤੇ ਉਦੋਂ ਬਹੁਤਾ ਕਰਕੇ ਬਿਆਨ ਬੜੇ ਅਜੀਬੋ ਗਰੀਬ ਆਉਂਦੇ ਹੁੰਦੇ ਸੀ, ਜਿਹੜੇ ਜੇ ਕਿਤੇ ਮਾੜੀ ਜਿਹੀ ਚੰਗਿਆੜੀ ਸੀ ਤੇ ਉੱਤੇ ਸਗੋਂ ਹੋਰ ਭਾਂਬੜ ਬਣਾਉਣ ਵਾਲੀ ਗੱਲ ਹੁੰਦੀ ਸੀ। ਪਰ ਇਸ ਕੇਸ ਦੇ ਵਿੱਚ ਮੈਨੂੰ ਲੱਗਦਾ ਵੀ ਪਹਿਲੇ ਦਿਨ ਤੋਂ ਹੀ ਆਪਾਂ ਦੇਖਦੇ ਪਏ ਵੀ ਸਰਕਾਰ ਵਾਲੇ ਪਾਸਿਓਂ ਇਹ ਬਿਆਨ ਆਉਂਦਾ ਪਿਆ ਕਿ ਵੀ ਯਾਰ ਜੋ ਵੀ ਹੈ ਅਸੀਂ ਹਰੇਕ ਚੀਜ਼ ਨੂੰ ਤੁਹਾਡੇ ਨਾਲ ਬਹਿ ਕੇ ਵਿਚਾਰਨ ਦੇ ਲਈ ਤਿਆਰ ਹਾਂ। ਜੋ ਅਸੀਂ ਕੀਤਾ ਤੁਸੀਂ ਸਾਡੀ ਗੱਲ ਸੁਣ ਲਓ, ਜੋ ਤੁਸੀਂ ਉਹਦੇ ਵਿੱਚ ਐਡ ਕਰਵਾਉਣਾ ਚਾਹੁੰਦੇ ਆਪਾਂ ਕਰ ਦਿੰਦੇ। ਹੁਣ ਜਿੱਦਾਂ ਰਾਜਨਾਥ ਸਿੰਘ ਹੋਰਾਂ ਨੇ ਫਿਰ ਜ਼ਿਕਰ ਕੀਤਾ, ਉਹ ਕਹਿੰਦੇ ਵੀ ਖੁੱਲ੍ਹੇ ਮਨ ਦੇ ਨਾਲ, ਬਿਲਕੁਲ ਓਪਨ, ਜਿਹੜੀ ਚੀਜ਼ ਵੀ ਕਿਤੇ ਤੁਹਾਨੂੰ ਲੱਗਦਾ ਵੀ ਅਸੀਂ ਆਹ ਕਿਉਂ ਕੀਤਾ, ਉਹਦੇ ਲਈ ਜੇ ਸਵਾਲ ਆ ਤੇ ਉਹ ਸਾਡੇ ਨਾਲ ਡਿਸਕਸ ਕੀਤਾ ਜਾ ਸਕਦਾ। ਹਾਂ, ਜਿਹੜੀ ਵੀ ਚਾਹੇ ਨੌਜਵਾਨਾਂ ਦੀ ਮੰਗ ਹੈ, ਚਾਹੇ ਉਹ ਕੁੜੀ ਭਰਤੀ ਅਕੈਡਮੀਆਂ ਨੇ ਉਹਨਾਂ ਦੀ ਮੰਗ ਹੈ, ਜਾਂ ਕੋਈ
ਹੋਰ ਜਥੇਬੰਦੀਆਂ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਵੀ ਕਿਉਂਕਿ ਡਿਫੈਂਸ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਾਂ ਜਿਹੜੇ ਸਾਬਕਾ ਸੈਨਿਕ ਨੇ ਜਿਨ੍ਹਾਂ ਨੂੰ ਲੱਗਦਾ ਵੀ ਆਹ ਚੀਜ਼ ਇੱਦਾਂ ਹੋਈ ਤੇ ਫਿਰ ਕੀ ਹੋਊਗਾ, ਉਹਨਾਂ ਦੇ ਜੋ ਵੀ ਮੰਨ ਲਓ ਮਨਾਂ ਦੇ ਵਿੱਚ ਕੁਐਸਚਨ ਨੇ, ਅਸੀਂ ਸਾਰਿਆਂ ਕੁਐਸਚਨਸ ਦਾ ਜਵਾਬ ਦੇਣ ਨੂੰ ਤਿਆਰ ਹਾਂ। ਹਾਂ, ਜੇ ਉਹਨਾਂ ਦੇ ਕੋਲ ਕੋਈ ਸੁਜੈਸ਼ਨ ਹੈ ਤੇ ਉਹ ਸੁਜੈਸ਼ਨ ਸਾਡੇ ਕੋਲੇ ਲੈ ਕੇ ਆਉਣ, ਅਸੀਂ ਉਹਨਾਂ ਸੁਜੈਸ਼ਨ ਦੇ ਹਿਸਾਬ ਨਾਲ ਦੁਬਾਰਾ ਚੇਂਜ ਕਰ ਦਾਂਗੇ, ਚੰਗੀ ਗੱਲ ਆ ਜੀ। ਨਹੀਂ, ਬਹੁਤ ਵਧੀਆ ਗੱਲ ਹੈ। ਦੇਖੋ, ਬੈਠ ਕੇ ਜਿਹੜੀ ਗੱਲ ਹੋ ਜਾਏ, ਪਰ ਇਹ ਮਾਮਲਾ ਲੰਮਾ ਨਹੀਂ ਖਿੱਚਣਾ ਚਾਹੀਦਾ। ਇਹ ਮਾਮਲਾ 2-4-5 ਦਿਨਾਂ ਦੇ ਵਿੱਚ ਹੱਲ ਹੋਣਾ ਚਾਹੀਦਾ। ਸੜਕਾਂ ਦੇ ਉੱਤੇ ਆ ਕੇ ਅੱਗਾਂ ਲਾਉਣ ਵਰਗਾ ਮਾਹੌਲ ਜਿਹੜਾ ਇਹ ਦੇਸ਼ ਲਈ ਬਿਲਕੁਲ ਠੀਕ ਨਹੀਂ। ਸਰਕਾਰ ਨੇ ਪਹਿਲ ਕਦਮੀ ਕੀਤੀ, ਯੋਜਨਾ ਲਿਆਂਦੀ, ਸਰਕਾਰ ਹੀ ਪਹਿਲ ਕਦਮੀ ਕਰੇ ਕਿ ਇਸ ਮਸਲੇ ਦੇ ਉੱਤੇ ਵਿਰੋਧ ਜਿਹੜਾ ਬਹੁਤ ਜ਼ਿਆਦਾ ਮੱਠਾ ਪਵੇ। ਸੰਤੁਸ਼ਟ ਕਰੋ ਉਹਨਾਂ ਨੂੰ, ਇਹ ਨਹੀਂ ਕਿ ਦਬਾਉਣਾ, ਸੰਤੁਸ਼ਟ ਕਰ ਲਓ। ਹੁਣ ਤੁਸੀਂ ਦੇਖੋ, ਰਾਜਸਥਾਨ ਦੇ ਮੰਤਰੀ ਮੰਡਲ ਨੇ, ਰਾਜਸਥਾਨ ਦੇ ਵਿੱਚ ਕਿਉਂਕਿ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਹੈ, ਹੁਣ ਰਾਜਸਥਾਨ ਦੇ ਮੰਤਰੀ ਮੰਡਲ ਨੇ ਫੈਸਲਾ ਕਰ ਲਿਆ, ਉਹਨਾਂ ਨੇ ਮਤਾ ਪਾਸ ਕਰਕੇ ਭੇਜਤਾ ਕਿ ਭਾਈ ਇਹ ਯੋਜਨਾ ਵਾਪਸ ਲਓ, ਇਹ ਠੀਕ ਨਹੀਂ। ਅੱਜ ਜਲੰਧਰ ਦੇ ਵਿੱਚ ਨੌਜਵਾਨ ਸੜਕ ਰੋਕ ਕੇ ਬਹਿ ਗਿਆ ਸੀ, ਉਹਨਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨਾਲ ਗੱਲ ਕਰਾਈ, ਉਹ ਵੀਡੀਓ ਵਾਇਰਲ ਹੈ। ਭਗਵੰਤ ਮਾਨ ਹੋਰੇ ਕਹਿੰਦੇ ਨਹੀਂ ਜੀ, ਅਸੀਂ ਵਿਰੋਧ ਦੇ ਵਿੱਚ ਹਾਂ, ਤੁਸੀਂ ਡਟ ਕੇ ਜਿਹੜਾ ਅਸੀਂ ਤੁਹਾਡੇ ਨਾਲ ਖੜੇ ਹਾਂ, ਸਾਨੂੰ ਇਹ ਯੋਜਨਾ ਠੀਕ ਨਹੀਂ ਲੱਗਦੀ। ਜੇ ਕੇਂਦਰ ਸਰਕਾਰ ਤੱਕ ਪਹੁੰਚ ਕਰਨੀ ਪਈ, ਵਿਧਾਨ ਸਭਾ 'ਚ ਕੁਝ ਕਰਨਾ ਪਿਆ, ਮੰਤਰੀ ਮੰਡਲ 'ਚ ਕੋਈ ਫੈਸਲਾ ਲੈਣਾ ਪਿਆ ਤੇ ਅਸੀਂ ਲਵਾਂਗੇ। ਉਹਦੇ ਤੋਂ ਬਾਅਦ ਉਹਨਾਂ ਨੇ ਸੜਕ ਖਾਲੀ ਕੀਤੀ। ਜਾਣੀ ਜਿੱਥੇ ਜਿੱਥੇ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਨੇ, ਉੱਥੇ ਕਿਤੇ ਨਾ ਕਿਤੇ ਰੌਲਾ ਰੱਪਾ ਜਿਹੜਾ ਉਹ ਪੈਣ ਦੇ ਪੂਰੇ ਅਸਾਰ ਨਜ਼ਰ ਆ ਰਹੇ ਹੈ। ਯਾਨੀ ਇਹ ਜ਼ਰੂਰੀ ਹੈ। ਇਹਦੇ ਵਿੱਚ ਦੇਖੋ, ਆਪਾਂ ਕੇਂਦਰ ਸਰਕਾਰ ਨੂੰ ਬੇਨਤੀ ਕਰ ਸਕਦੇ ਹਾਂ ਕਿਉਂਕਿ ਮਸਲਾ ਬਹੁਤ ਸੈਂਸਿਟਿਵ ਹੈ ਜੀ, ਨੌਜਵਾਨੀ ਨਾਲ ਜੁੜਿਆ। ਐਂਡ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜਾ ਕੋਵਿਡ ਫੇਜ਼ ਦੇ ਦੌਰਾਨ ਉਹ ਬੰਦ ਹੋਈ ਭਰਤੀ। ਹੁਣ ਤੁਸੀਂ ਇਹ ਦੇਖੋ ਨਾ ਵੀ ਭਰਤੀ ਤੇ ਜਿਹੜੇ ਵੀ ਕਿਤੇ ਆਸ ਉਮੀਦ ਹੋਵੇ ਵੀ ਮੈਂ ਇੱਥੇ ਪਹੁੰਚ ਗਿਆ, ਬਸ ਆਹ ਇੱਕ ਦਿਨ ਗੇਟ ਖੁੱਲ੍ਹ ਗਿਆ ਤੇ ਵੀ ਮੈਂ ਭਰਤੀ ਹੋ ਗਿਆ ਤੇ ਬਾਪੂ ਆਪਾਂ ਤੇਰਾ ਕਰਜ਼ਾ ਵੀ ਲਾਹ ਦਿਆਂਗੇ, ਬੇਬੇ ਵੇਖੀ ਆਪਣਾ ਫਿਰ ਘਰ 'ਚ ਥੋੜ੍ਹਾ ਬਹੁਤ ਸਹੀ ਹੋ ਜਾਊਗਾ। ਮਾਂ ਪਿਓ ਨੇ ਵੀ ਸੋਚਿਆ ਹੁੰਦਾ ਵੀ ਚਲੋ ਸਾਡਾ ਧੀ ਪੁੱਤ ਇਸ ਪਾਸੇ ਚਲੇ ਗਿਆ ਵੀ ਇਹਨੂੰ ਵਿਆਹਾਂਗੇ, ਕੋਈ ਸਾਰਥ ਕਰਾਂਗੇ, ਹੈ ਨਾ, ਮਤਲਬ ਇੱਕ ਖੁਸ਼ਹਾਲੀ ਦਾ ਰਾਹ ਸੋਚਦਾ। ਅਚਾਨਕ 2 ਸਾਲ ਦੇ ਇੰਤਜ਼ਾਰ ਤੋਂ ਬਾਅਦ ਜਦੋਂ ਉਹਨੂੰ ਕੋਈ ਇਹੋ ਜਿਹੀ ਗੱਲ ਸੁਣਨ ਨੂੰ ਮਿਲਦੀ ਹੈ ਤੇ ਡੈਫੀਨੇਟਲੀ ਉਹਦਾ ਦਿਲ ਟੁੱਟਦਾ। ਹਾਂ, ਉਹ ਨੌਜਵਾਨ ਆਪਣੀ ਥਾਂ ਦੇ ਉੱਪਰ ਇਮੋਸ਼ਨਲ ਹੋ ਸਕਦੇ, ਉਹਨਾਂ ਦੀ ਗੱਲ ਸਹੀ ਹੋ ਸਕਦੀ, ਪਰ ਇਹਦੇ ਵਿੱਚ ਜਿਹੜੀ ਸਿਆਸਤ ਹੌਲੀ ਹੌਲੀ ਮਿਕਸ ਹੋਣ ਲੱਗ ਪਈ, ਉਹਨੂੰ ਆਪਾਂ ਹਟਾ ਨਹੀਂ ਸਕਦੇ ਕਿਉਂਕਿ ਜਿੰਨੀਆਂ ਜੇ ਹੁਣ ਬੀਜੇਪੀ ਦੀ ਸਰਕਾਰ ਹੈ ਤੇ ਜਿੰਨੀਆਂ ਵਿਰੋਧੀ ਪਾਰਟੀਆਂ ਵਾਲੇ ਅਗਲੇ ਤੇ ਲੱਭਣਗੇ ਨਾ ਮੁੱਦਾ। ਹੁਣ ਆਪਾਂ ਬਹੁਤ ਸਾਰੀਆਂ ਥਾਵਾਂ ਤੇ ਇਹ ਵੀ ਦੇਖ ਰਹੇ ਹਾਂ ਵੀ ਕਈ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਵਿੰਗ ਨੇ ਉਹਨਾਂ ਵੱਲੋਂ ਵੀ ਵਿਰੋਧ ਪ੍ਰਦਰਸ਼ਨ ਕੀਤਾ ਜਾਣ ਲੱਗ ਪਿਆ। ਉਹ ਜਿਹੜੀ ਸਿਆਸਤ ਉਹਦੇ ਤੇ ਹੋਣ ਲੱਗ ਪਈ, ਉਹ ਮਾੜੀ ਗੱਲ ਹੈ। ਉਹ ਲੇਪ ਨਹੀਂ ਆਉਣਾ ਚਾਹੀਦਾ ਜੀ, ਸਿਆਸੀ ਲੇਪ ਤੋਂ ਤਾਂ ਪਰਲੇ ਪਾਸੇ ਰਹੇ ਕੰਮ ਤਾਂ ਚੰਗਾ। ਦੂਸਰਾ, ਸੰਧਾਲੀਆ ਸਾਹਿਬ, ਲਾਰੈਂਸ ਬਿਸ਼ਨੋਈ ਕਿਉਂਕਿ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਉਹ ਰਿਮਾਂਡ ਤੇ ਹੈ ਤੇ ਸਾਰੇ ਪੰਜਾਬੀਆਂ ਦੀਆਂ ਨਜ਼ਰਾਂ ਟਿਕੀਆਂ ਕਿ ਕੁਛ ਨਾ ਕੁਛ ਪਤਾ ਲੱਗੇ। ਆਪਾਂ ਇੱਥੇ ਵੀ ਜਿੱਥੇ ਕਿਤੇ ਜਾਂਦੇ ਸਾਰੇ ਇਹ ਕਹਿੰਦੇ ਜੀ ਬਹੁਤ ਮਾੜਾ ਹੋਇਆ, ਉਹ ਪਤਾ ਲੱਗਣਾ ਚਾਹੀਦਾ, ਗੈਂਗਸਟਰ ਕਲਚਰ ਖਤਮ ਹੋਵੇ, ਨਹੀਂ ਤਾਂ ਸਾਡਾ ਪੰਜਾਬ ਜਾਣ ਨੂੰ ਜੀ ਨਹੀਂ ਕਰਦਾ, ਕਹਿੰਦੇ ਆ ਲੋਕ। ਹੁਣ ਪਤਾ ਲੱਗਾ ਕਿ ਲਾਰੈਂਸ ਬਿਸ਼ਨੋਈ ਹੌਲੀ ਹੌਲੀ ਢਿੱਲਾ ਪੈ ਰਿਹਾ। ਇਹ ਵੀ ਪਤਾ ਲੱਗਾ ਕਿ 1-2 ਸ਼ਾਰਪ ਸ਼ੂਟਰਾਂ ਨੂੰ ਉਹਨੇ ਪਹਿਚਾਣ ਕੀਤੀ ਹੈ ਤੇ ਉਹਦੇ ਤੋਂ ਵੀ ਵੱਡੀ ਗੱਲ ਕਿ ਉਹਦਾ ਜਿਹੜਾ ਵਕੀਲ ਹੈ ਲਾਰੈਂਸ ਬਿਸ਼ਨੋਈ ਦੇ, ਐਡਵੋਕੇਟ ਸਾਹਿਬ ਜਿਹੜੇ ਆ, ਉਹਨਾਂ ਨੇ ਇੱਕ ਵਾਰੀ ਫੇਰ ਪ੍ਰੈਸ ਦੇ ਸਾਹਮਣੇ ਆ ਕੇ ਦੋਸ਼ ਲਾਇਆ। ਕਹਿੰਦੇ ਜੀ ਦੇਖੋ, ਪਹਿਲੀ ਗੱਲ ਹੈ ਕਿ ਉਹਨੂੰ ਵਕੀਲ ਦਿੱਤਾ ਜਾਣਾ ਚਾਹੀਦਾ ਸੀ, ਪਰ ਤੜਕੇ ਲਿਆ ਕੇ ਪੇਸ਼ ਕਰ ਦਿੱਤਾ, ਅਸੀਂ ਪੇਸ਼ ਹੀ ਨਹੀਂ ਹੋ ਸਕੇ, ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਦੂਸਰਾ, ਉਹ ਕਹਿੰਦੇ ਕਿ ਹੁਣ ਸਾਨੂੰ ਵੀ ਉਹਨੂੰ ਮਿਲਣ ਨਹੀਂ ਦਿੰਦੇ, ਕਿ ਰਿਮਾਂਡ ਦੇ ਵਿੱਚ ਵਕੀਲ ਦਾ ਮਿਲਣਾ ਉਹਦਾ ਹੱਕ ਹੁੰਦਾ, ਉਹਨੂੰ ਮਿਲਣ ਨਹੀਂ ਦਿੰਦੇ। ਤੀਸਰਾ, ਉਹ ਕਹਿੰਦੇ ਜੀ 3rd ਡਿਗਰੀ ਟਾਰਚਰ ਕੀਤਾ ਜਾ ਰਿਹਾ, ਬੰਦੇ ਨੂੰ ਮਾਰਿਆ ਕੁੱਟਿਆ ਜਾ ਰਿਹਾ, ਉਹਦੇ ਤੋਂ ਕਈ ਕੁਛ ਮਨਾਉਣ ਦਾ ਯਤਨ ਕੀਤਾ ਜਾ ਰਿਹਾ, ਇਸ ਕਰਕੇ ਉਹ ਬਿਲਕੁਲ ਗਲਤ ਹੈ ਤੇ ਅਸੀਂ ਉੱਚ ਅਦਾਲਤ ਦੇ ਵਿੱਚ ਪਟੀਸ਼ਨ ਪਾਵਾਂਗੇ ਕਿ ਭਾਈ ਸਾਡਾ ਬੰਦਾ ਬਚਾਓ, ਉਹ ਬਹੁਤ ਖਤਰੇ 'ਚ ਹੈ। ਇਹ ਤਾਂ ਹੁਣ ਦੇਖੋ ਜੋ ਕੁਛ ਜਿਵੇਂ ਜਿਵੇਂ ਦਿਨ ਨਿਕਲਦੇ ਆਉਂਦੇ ਆ ਤਿਵੇਂ ਉਹ ਸਾਰਾ ਕੁਛ ਕਲੀਅਰ ਵੀ ਹੋਣ ਲੱਗ ਪਿਆ। ਪਿਛਲੇ ਦਿਨੀ ਮੇਰੇ ਖਿਆਲ ਨਾਲ ਜਿਹੜਾ ਉਹ ਬੰਦਾ ਇੱਕ ਸੰਤੋਸ਼ ਯਾਦਵ ਫੜਿਆ ਸੀਗਾ, ਉਹ ਕਹਿੰਦੇ ਸੀ ਇਹ ਸ਼ਾਰਪ ਸ਼ੂਟਰ ਹੈ ਜੀ, ਇਹ ਇਹਦੇ ਵਿੱਚ ਇਨਵੋਲਵ ਹੈ। ਹੁਣ ਕਿਹਾ ਜਾਣ ਲੱਗ ਪਿਆ ਜੀ, ਉਹ ਕਹਿੰਦਾ ਵੀ ਮੈਂ ਤਾਂ ਉਦੋਂ ਉਹ ਉੱਥੇ ਸੀਗਾ ਜੀ ਗੁਜਰਾਤ, ਤੁਸੀਂ ਜਾ ਕੇ ਚੈੱਕ ਕਰ ਲਓ, ਫਲਾਨੇ ਹੋਟਲ 'ਚ ਸੀਗਾ ਮੈਂ ਜੀ। ਹੁਣ ਪੁਲਿਸ ਕਹਿੰਦੀ ਹੈ ਵੀ ਅਸੀਂ ਉੱਧਰੋਂ ਵੀ ਪਤਾ ਕਰਾਂਗੇ ਵੀ ਉਹ ਉੱਥੇ ਸੀਗਾ ਕਿ ਨਹੀਂ ਸੀਗਾ ਜਾਂ ਉਹ ਇੱਥੇ ਸੀਗਾ। ਹਾਂ, ਹਥਿਆਰਾਂ ਦੀ ਗੱਲ ਚੱਲਦੀ, ਉਹ ਕਹਿੰਦੇ ਵੀ ਹਾਂ ਠੀਕ ਹੈ, ਉਹਦੇ ਕੋਲੋਂ ਜ਼ਰੂਰ ਫੜੇ ਗਏ ਪਰ ਉਹਨੇ ਸਪਲਾਈ ਨਹੀਂ ਕੀਤੀ। ਮੇਰਾ ਖਿਆਲ ਜੋ ਵੀ ਹੈ ਜਿਵੇਂ ਵੀ ਹੈ, ਇਕੱਲੀ ਚੀਜ਼ ਕਲੀਅਰ ਹੋਣੀ ਚਾਹੀਦੀ ਹੈ। ਜੇ ਕਲੀਅਰ ਹੋਊਗੀ ਗੱਲ ਫਿਰ ਹੀ ਸੱਚ ਸਾਹਮਣੇ ਆਉਣਾ। ਹਾਂ, ਜੇ ਉਸ ਚੀਜ਼ ਨੂੰ ਮੰਨ ਲਓ ਵੀ ਅੱਧਾ ਪਚੱਧਾ ਜਿਹਾ ਕਰਕੇ ਢੱਕ ਲਪੇਟਣ ਵਾਲਾ ਕੰਮ ਕੀਤਾ ਗਿਆ ਤੇ ਉਹ ਚੀਜ਼ ਉਹ ਤੂੜੀ ਦੀ ਅੱਗ ਵਾਲਾ ਕੰਮ ਹੀ ਆ। ਹੋ ਸਕਦਾ ਵੀ ਅੱਜ ਆਪਾਂ ਜਾਪੇ ਬੁੱਝ ਗਈ, ਕੱਲ ਨੂੰ ਫਿਰ ਧੁੱਪ ਪਊਗੀ, ਨਹੀਂ ਕੋਈ ਪਤਾ ਨਹੀਂ ਹੁੰਦਾ, ਕਿੱਧਰਲੇ ਪਾਸੇ ਐਂ ਕਰਕੇ ਧੂੰਆਂ ਬਾਹਰ ਨਿਕਲਣਾ ਪੈਂਦਾ ਹੁੰਦਾ ਉਹਦੇ ਵਿੱਚ ਦੀ। ਤੇ ਬਾਕੀ ਸੰਧਾਲੀਆ ਸਾਹਿਬ, ਇੱਕ ਵੀਡੀਓ ਬੜੀ ਵਾਇਰਲ ਹੋਈ ਹੈ, MLA ਨੇ ਆਮ ਆਦਮੀ ਪਾਰਟੀ ਦੇ ਅਮੋਲਕ ਸਿੰਘ ਹੋਰੀ ਇੱਕ ਚੌਂਕੀ 'ਚ ਜਾਂਦੇ ਆ ਥਾਣੇ, ਤੇ ਉੱਥੇ ਜਾ ਕੇ ਇੱਕ ਪੁਲਿਸ ਵਾਲੇ ਨਾਲ ਵਰਦੀਧਾਰੀ ਹੈ ਉਹਦੇ ਨਾਲ ਗੱਲਬਾਤ ਕਰਦੇ ਆ ਤੇ 3000 ਰੁਪਈਆ ਦਿਖਾਉਂਦੇ ਆ ਕਿ ਆ ਦੇਖੋ ਜੀ ਇਹਨੇ ਰਿਸ਼ਵਤ ਲਈ ਸੀ, 500 ਦੇ 6 ਨੋਟ ਨੇ ਗਿਣ ਕੇ। ਫਿਰ ਉਹ ਜਿਹੜਾ ਬੰਦੇ ਨੇ ਰਿਸ਼ਵਤ ਦਿੱਤੀ ਉਹ ਕਹਿੰਦੇ ਜੀ ਦੇਖੋ ਇੱਕ ਗੱਲ ਸੀ, ਪਹਿਲਾਂ ਕਹਿੰਦਾ ਸੀ ਪਰਚਾ ਨਹੀਂ ਕਰਾਂਗੇ, 6,000 'ਚ ਸੌਦਾ ਆ, 3,000 ਪਹਿਲਾਂ ਲੈ ਲਿਆ, ਮੁੜ ਕੇ ਪਰਚਾ ਵੀ ਕਰ ਦਿੱਤਾ, ਹੁਣ ਜ਼ਮਾਨਤਾਂ ਕਰਾਉਣ ਦੇ ਪੈਸੇ ਮੰਗਦਾ। ਤੇ MLA ਸਾਹਿਬ ਉੱਥੇ ਕਹਿੰਦੇ ਵੀ ਆ, ਕਹਿੰਦੇ ਯਾਰ ਵੀ ਇੱਕ ਤਾਂ ਪੈਸੇ ਲਈ ਜਾਂਦਾ, ਦੂਜਿਆਂ ਦੇ ਕੰਮ ਨਹੀਂ ਕਰਦਾ, ਪਹਿਲੀ ਗੱਲ ਪੈਸੇ ਲੈ ਕੇ ਪਰਚਾ ਕੈਂਸਲ ਹੋ ਜਾਂਦਾ, ਸਾਨੂੰ ਵੀ ਦੱਸ। ਹੁਣ ਉਹਨਾਂ ਨੇ ਵੀ ਕਿਹਾ, ਕਹਿੰਦੇ ਜੀ ਬੰਦਾ ਪਹਿਲਾਂ ਤਾਂ ਇਹਨਾਂ ਨਾਲ ਹੀ ਕਰਦਾ ਰਿਹਾ ਕੰਮ,
ਫਿਰ ਸਵੇਰੇ ਅੱਜ ਮੇਰੇ ਕੋਲੇ ਆਏ ਸੀ ਐਮਐਲਏ ਹੋਰੀ, ਕਹਿੰਦੇ ਕਿ ਇਹਨਾਂ ਨੇ ਕਿਹਾ ਜੀ ਮੇਰੇ ਤੋਂ ਪੈਸੇ ਲੈਂਦੇ ਆ, ਤੇ ਆਹ ਦੇਖੋ ਨੋਟ ਜਿਹੜੇ ਉਹਨੂੰ ਦਿੱਤੇ, ਪਹਿਲਾਂ ਉਹਦੀਆਂ ਫੋਟੋ ਖਿੱਚ ਕੇ ਅਸੀਂ ਕੋਲ ਰੱਖੀਆਂ, ਕੱਲੇ ਕੱਲੇ ਦਾ ਨੰਬਰ। ਹੁਣ ਆਹ ਬੰਦੇ ਦੇ ਕੋਲੋਂ ਨੋਟ ਫੜੇ, ਇਹਨੇ 3000 ਰੁਪਈਆ ਲਿਆ। ਉਹ ਕਹਿੰਦਾ ਨਹੀਂ ਜੀ ਮੈਂ ਤੈਨੂੰ 5 ਵਾਰੀ ਫੋਨ ਕੀਤਾ, ਕਹਿੰਦਾ ਯਾਰ ਪੈਸੇ ਫੜੇ ਆ, ਪੈਸੇ ਫੜ ਕੇ ਜੇਬ 'ਚ ਪਾਏ ਆ। ਉਦੋਂ ਫਿਰ ਜਵਾਬ ਕੋਈ ਨਹੀਂ ਸੀ। ਤੇ ਬਾਕੀ ਸੰਧਾਲੀਆ ਸਾਹਿਬ ਇੰਨਾ ਕੁ ਹੈਗਾ ਕਿ ਅਜੇ 2 ਦਿਨ ਪਹਿਲਾਂ ਹੀ ਦਾਅਵਾ ਕੀਤਾ ਗਿਆ ਸੀ ਨਾ ਇਹ ਰਿਸ਼ਵਤ ਬੰਦ ਹੋ ਗਈ ਹੇਠਲੇ ਦਫ਼ਤਰਾਂ 'ਚ। ਇਹ ਇੱਕਦਮ ਬੰਦ ਹੋਣੀ ਨਹੀਂ। ਜਿਨ੍ਹਾਂ ਨੂੰ ਆਦਤਾਂ ਪਈਆਂ ਨਾ, ਜਿਨ੍ਹਾਂ ਨੂੰ ਐਂ ਲੱਗਦਾ ਕਿ ਭਾਈ ਰਿਸ਼ਵਤ ਲੈਣ ਤੋਂ ਬਿਨਾਂ ਬਾਕੀ ਤਨਖਾਹ ਦੇ ਪੈਸੇ ਨਾਲ ਗੁਜ਼ਾਰਾ ਕਿੱਥੇ, ਅਸੀਂ ਐਸੇ ਹੀ ਡਿਪਾਰਟਮੈਂਟ 'ਚ ਭਰਤੀ ਹੋਣਾ ਸੀ ਜੇ ਪੈਸੇ ਨਹੀਂ ਉੱਪਰਲੇ ਪਾਸੇ ਲੈਣੇ। ਲਗਾਤਾਰ ਸਖਤੀ ਰੱਖਣੀ ਪਊਗੀ, ਲਗਾਤਾਰ ਨਜ਼ਰਸਾਨੀ ਕਰਨੀ ਪਊਗੀ, ਉਹਦੇ ਤੋਂ ਬਾਅਦ ਜਾ ਕੇ ਕੰਮ ਹੋਣਾ। ਹੋ ਸਕਦਾ ਖੁੱਲ੍ਹਮ ਖੁੱਲ੍ਹਾ ਕੰਮ ਬੰਦ ਹੋ ਗਿਆ ਪਰ ਅੰਦਰ ਖਾਤੇ ਚੱਲਦਾ ਹੋਵੇ, ਠੋਕ ਕੇ ਸਖਤੀ ਕਰੋ ਜਿੰਨੀ ਕਰ ਸਕਦੇ ਹੋ। ਇਹ ਬੜਾ ਜ਼ਰੂਰੀ ਇਹ ਗੱਲ ਉਹੋ ਹੀ ਆ। ਹੁਣ ਗਾਂ ਚਲੋ ਅਜੇ ਤੇ ਗਰਮੀ ਆ, ਗਾਂ ਬਰਸਾਤਾਂ ਆਉਣੀਆਂ ਜੀ। ਬਰਸਾਤਾਂ ਜਿਹੜਾ ਕੋਠਾ ਚੁੰਦਾ ਹੋਵੇ ਨਾ, ਉਹ ਹੌਲੀ ਪਹਿਲਾਂ ਇੱਕ ਬਾਲੇ ਤੋਂ ਫਿਰ ਦੂਜੇ ਥਾਂ ਵੈਸ ਨੁੱਕਰੋਂ ਵੀ ਸ਼ੁਰੂ ਹੋ ਗਈ, ਫਿਰ ਉਧਰੋਂ ਵੀ ਸ਼ੁਰੂ ਹੋ ਗਈ। ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਉਹ ਤਾਂ ਪੂਰਾ ਕੋਠਾ ਹੀ ਚੁੰਦਾ ਹੈ। ਕਦੋਂ ਤੋਂ ਲੋਕ ਵਿਚਾਰੇ ਕਿਤੇ ਬਾਲਟੀ ਰੱਖ ਕੇ, ਕਿਤੇ ਮੰਜਾ ਪਾਸੇ ਕਰਕੇ, ਕਿਤੇ ਪੇਟੀਆਂ ਦੇ ਕੋਈ ਤਰਪਾਲ ਪਾ ਕੇ ਟਾਈਮ ਸਾਰਨ ਡਿਆ। ਤੇ ਹੁਣ ਜੋ ਆਖਣ ਵੀ ਆ ਲਓ ਜੀ ਆਪਾਂ ਹੁਣ ਬਸ ਚੋਣੋਂ ਹਟਾਤਾ, ਇੱਦਾਂ ਨਹੀਂ। ਹੌਲੀ ਬਾਲੇ ਵੀ ਬਦਲਣੇ ਪੈਣੇ ਆ ਜੀ। ਇਹ ਵੀ ਵੇਖਣਾ ਪੈਣਾ ਵੀ ਉੱਤੇ ਮਿੱਟੀ ਕਦੋਂ ਕਿਹਾ ਗਿਆ ਵੀ ਪਾਈ ਸੀ ਤੇ ਨਹੀਂ ਪਾਈ। ਕਿਸੇ ਵੇਲੇ ਇਹ ਵੀ ਹੁੰਦਾ ਵੀ ਆਹ ਤਾਂ ਪਿਛਲੇ ਦਿਨੀ ਤੇ ਕਾਗਜ਼ਾਂ 'ਚ ਇਹ ਵੀ ਕਲੀਅਰ ਹੋ ਗਿਆ ਵੀ ਕੋਠੇ ਦੇ ਤੇ ਲੈਂਟਰ ਹੈ ਯਾਰ, ਤੇ ਅਜੇ ਤੱਕ ਬਾਲੇ ਤੁਰੇ ਫਿਰਦੇ। ਮੈਨੂੰ ਲੱਗਦਾ ਵੀ ਉਹ ਸਾਰਾ ਟਾਈਮ ਜ਼ਰੂਰ ਆਮ ਆਦਮੀ ਪਾਰਟੀ ਨੂੰ ਆਪਾਂ ਤਾਂ ਬੇਨਤੀ ਕਰਦੇ ਵੀ ਜੇ ਉਹ ਆਂਦੇ ਆ ਵੀ ਅਸੀਂ ਸਾਰਾ ਕੁਝ ਚੇਂਜ ਕਰਨਾ, ਤੇ ਜ਼ਰੂਰ ਇਸ ਪਾਸੇ ਵੀ ਸੋਚਣ ਵੀ ਹੌਲੀ ਸਹੀ ਛੱਤ ਬਦਲ ਲੈਣ, ਕਿਉਂਕਿ ਛੱਤ ਬਦਲੇ ਬਿਨਾਂ ਗੁਜ਼ਾਰਾ ਕੋਈ ਨਹੀਂ। 46 ਸ਼ਹਿਰ ਨੇ ਜੀ ਹਰਿਆਣੇ ਤੇ ਜਾਂਦੇ ਜਾਂਦੇ ਸੰਧਾਲੀਆ ਸਾਹਿਬ 10 ਜ਼ਰੂਰ ਦਈਏ, 46 ਵੱਡੇ ਛੋਟੇ। ਓਕੇ 46 ਹਾਂ 46 ਜਿਹੜੇ ਆ ਨਾ 46, ਤੇ ਉਹਨਾਂ ਸ਼ਹਿਰਾਂ ਦੇ ਵਿੱਚ ਵੋਟਾਂ ਪੈਣੀਆਂ। ਚੋਣ ਪ੍ਰਚਾਰ ਠੋਕ ਵਜਾ ਕੇ ਹੋਇਆ। ਇਹ ਉਹੀ ਵੋਟਾਂ ਨੇ ਜਿਹਦੇ ਵਿੱਚ ਪਹਿਲਾਂ ਭਾਜਪਾ ਤੇ ਜੇਜੇਪੀ ਦਾ ਗੱਠਜੋੜ ਹੀ ਟੁੱਟ ਚੱਲਿਆ ਸੀ, ਬਾਅਦ 'ਚ ਗੱਠਜੋੜ ਫੇਰ ਹੋਇਆ। ਕਹਿੰਦੇ ਜਿੱਥੇ ਕੋਈ ਬੰਦਾ ਮਜ਼ਬੂਤ ਹੈ ਨਿਸ਼ਾਨ ਰਹਿਣ ਦਿੰਦੇ ਆ। ਤੇ ਉਹਨਾਂ ਵੋਟਾਂ ਦੇ ਉੱਤੇ ਹੋ ਸਕਦਾ ਕਿ ਆ ਫੌਜ ਦੀ ਭਰਤੀ ਵਾਲੇ ਮੁੱਦੇ ਦਾ ਵੀ ਅਸਰ ਹੋਵੇ। ਬਾਕੀ ਇਸ ਚੋਣ ਦੇ ਵਿੱਚ, ਕਿਉਂਕਿ ਇੱਕ ਜ਼ਿਮਨੀ ਚੋਣ ਹਰ ਗਿਆ ਸੀ ਪਹਿਲਾਂ, ਇਹ ਬਹੁਤ ਕੁਝ ਨਿਰਧਾਰਿਤ ਕਰੂਗੀ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ 'ਚ ਕੀ ਬਣਨਾ, ਮੁੜ ਕੇ ਵਿਧਾਨ ਸਭਾ ਦੀਆਂ ਚੋਣਾਂ ਵੀ ਆਉਣੀਆਂ, ਉਧਰਲੇ ਪਾਸੇ ਕੀ ਬਣਨਾ। ਪਰ ਨਜ਼ਰਾਂ ਸਾਰਿਆਂ ਦੀਆਂ ਟਿਕੀਆਂ ਇੱਕ ਪਾਸੇ ਚਟਾਲਿਆਂ ਨੇ ਬੰਦੇ ਖੜੇ ਕੀਤੇ ਆ, ਦੂਜੇ ਪਾਸੇ ਕਾਂਗਰਸ ਪਾਰਟੀ ਦਾ ਉੱਥੇ ਸੂਬਾ ਪ੍ਰਧਾਨ ਬਦਲਿਆ, ਉਹਨਾਂ ਦਾ ਵੀ ਜਿਹੜਾ ਦਾਅ ਦੇ ਉੱਤੇ ਸਾਰਾ ਕੁਝ ਲੱਗਿਆ। ਤੀਜੇ ਪਾਸੇ ਭਾਜਪਾ ਤੇ ਜੇਜੇਪੀ ਦੁਸ਼ਯੰਤ ਚੌਟਾਲਾ ਦੀ ਪਾਰਟੀ ਦਾ ਗੱਠਜੋੜ, ਉਹਨਾਂ ਨੇ ਤਾਂ ਕੋਸ਼ਿਸ਼ ਕਰਨੀ ਆ ਕਿ ਭਾਈ ਦਬਦਬਾ ਕਾਇਮ ਰਹੇ। ਨਹੀਂ ਕੀਤੀ ਉਹਨਾਂ ਨੇ, ਕਿਉਂਕਿ ਜਦੋਂ ਦਾ ਖਾਪ ਪੰਚਾਇਤਾਂ ਤੇ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਹਾਂਜੀ ਇਹ ਸਾਡੀ ਸਪੋਰਟ ਹੈ ਵੀ ਮੁੰਡਿਆਂ ਨੂੰ, ਤੇ ਉਹਨਾਂ ਨੇ ਨਾਲ ਹੀ ਜਿਹੜੇ ਉਦੋਂ ਦੇ ਖੇਤੀ ਅੰਦੋਲਨ ਵੇਲੇ ਦੇ ਕੇਸ ਚੱਲਦੇ ਸੀ, ਉਹ ਕਹਿੰਦੇ ਵੀ ਉਹ ਕੋਈ ਨਹੀਂ ਛੱਡੋ ਖੜਾ ਜੀ, ਉਹ ਪਰਚੇ ਵਾਪਸ ਸਾਰੇ, ਕੋਈ ਗੱਲ ਨਹੀਂ, ਤੁਸੀਂ ਆਪਣੀ ਗੱਲ ਕਰੋ, ਉਹਨਾਂ ਦੀ ਮੁੰਡਿਆਂ ਦੀ ਗੱਲ ਛੱਡੋ। ਸੋ ਹਰੇਕ ਪਾਸਿਓਂ ਕੋਸ਼ਿਸ਼ ਤੇ ਕੀਤੀ ਜਾ ਰਹੀ। ਬਾਕੀ ਚਲੋ ਵੋਟਾਂ ਪੈਣਗੀਆਂ, ਉਦੋਂ ਬਾਅਦ ਨਤੀਜਾ ਆਊਗਾ, ਫਿਰ ਪਤਾ ਲੱਗੂਗਾ ਵੀ ਕੀ ਇਹਨਾਂ ਫਰਕ ਪਿਆ। ਚਲਿਏ ਹੁਣ ਆਪਾਂ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।